अमृता प्रीतम का नॉवल है नंदा। पहला अंग। 7 कमरियां दी 2 मंजिली कोठी दा हर कमरा पक्कियां इट्टां दा बनिया होया सी, पर हेठली मंजिल दा एक कमरा नंदा दा कमरा नंदा नूं जापिया कच दा बनिया होया सी। कच दा फर्श, कच दियां कंधां ते कच दी छत। रात नूं ठीक 11:30 वजे एक कंध उत्ते किसी ने एक पत्थर मारिया ते ਉਹ ਕੱਚ ਦੀ ਕੰਧ ਸਣੇ ਬਾਕੀ ਕੰਧਾਂ ਦੇ ਤੇ ਉਹਨਾਂ ਉਤਲੀ ਛੱਤ ਦੇ ਨੰਦਾ ਦੇ ਉੱਤੇ ਡਿੱਗ ਪਈ ਸੀ। ਮੱਥੇ ਦੇ ਸੋਚਾਂ ਵਾਲੇ ਹਿੱਸੇ ਨੂੰ ਛੱਡ ਕੇ ਨੰਦਾ ਦੇ ਬਾਕੀ ਪਿੰਡੇ ਵਿੱਚੋਂ ਜਿਵੇਂ ਜਾਨ ਨਿਕਲ ਚੁੱਕੀ ਸੀ। ਉਹਨੇ ਦੀਵਾਨ ਉੱਤੇ ਲੰਮੀ ਪਈ ਹੋਈ ਨੇ ਹਿੱਲਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਅੰਗਾਂ ਉੱਤੇ ਉਹਦਾ ਵੱਸ ਨਹੀਂ ਸੀ। ਹੱਥ ਬਾਂਹ ਪੈਰ ਕੋਈ ਅੰਗ ਵੀ ਹਿੱਲਿਆ ਨਹੀਂ ਤੇ ਨੰਦਾ ਨੂੰ ਜਾਪਿਆ ਸ਼ਾਇਦ ਕੱਚ ਦੇ ਕਮਰੇ ਦੀਆਂ ਕਿਰਚਾਂ ਨਾਲ ਉਹਦੇ ਪਿੰਡੇ ਵਿੱਚੋਂ ਸਾਰਾ ਲਹੂ ਵਗ ਚੁੱਕਾ ਸੀ ਤੇ ਉਹਦਾ ਪਿੰਡਾ ਨੁੱਚੜੇ ਹੋਏ ਲਹੂ ਵਾਲੇ ਮਾਸ ਵਾਂਗ ਮਾਸ ਦਾ ਇੱਕ ਢੇਰ ਜਿਹਾ ਦੀਵਾਨ ਉੱਤੇ ਪਿਆ ਹੋਇਆ ਸੀ। ਪਿੰਡੇ ਦੇ ਬਾਕੀ ਅੰਗਾਂ ਵਾਂਗ ਮੇਰੇ ਮੱਥੇ ਦਾ ਇਸ ਸੋਚਾਂ ਵਾਲਾ ਹਿੱਸਾ ਵੀ ਕਿਉਂ ਨਹੀਂ ਮਰ ਗਿਆ? ਨੰਦਾ ਦੇ ਮੱਥੇ ਵਿੱਚ ਇੱਕ ਤਰਾਟ ਵਰਗਾ ਖਿਆਲ ਆਇਆ। ਇਸ ਵੇਲੇ ਚੜ੍ਹਦੇ ਸੂਰਜ ਦੀ ਰੌਸ਼ਨੀ ਸਿੱਧੀ ਨੰਦਾ ਦੀਆਂ ਅੱਖਾਂ 'ਚ ਪੈਂਦੀ ਪਈ ਸੀ। ਨੰਦਾ ਨੂੰ ਜਾਪਿਆ ਜਿਵੇਂ ਰੌਸ਼ਨੀ ਵੀ ਉਹਦੇ ਮੱਥੇ ਵਾਂਗ ਚੱਕਰਾਂਦੀ ਪਈ ਸੀ। ਸੂਰਜ ਦੀ ਰੌਸ਼ਨੀ ਤੇ ਨੰਦਾ ਦੀਆਂ ਅੱਖਾਂ ਸ਼ਾਇਦ ਘਬਰਾ ਕੇ ਇੱਕ ਭੇਤ ਨੂੰ ਲੱਭ ਰਹੀਆਂ ਸਨ। ਇੱਕ ਭੇਤ ਜਦੋਂ ਮੈਂ ਜੰਮੀ ਮੇਰੇ ਨਾਲ ਜੰਮਿਆ ਸੀ। ਨੰਦਾ ਦੇ ਮੱਥੇ ਵਿੱਚ ਉਹਦੀਆਂ ਸੋਚਾਂ ਘੁੰਮ ਰਹੀਆਂ ਸਨ। ਮੈਂ ਜ਼ਮੀਨ ਤੇ ਰਿੜਨਾ ਸਿੱਖਿਆ ਸੀ ਤੇ ਉਹ ਵੀ ਮੇਰੇ ਨਾਲ ਰਿੜਦਾ ਰਿਹਾ। ਮੈਂ ਖਲੋਣਾ ਸਿੱਖਿਆ, ਉਹ ਮੇਰੇ ਨਾਲ ਖਲੋਤਾ ਰਿਹਾ। ਮੈਂ ਤੁਰਨਾ ਸਿੱਖਿਆ, ਉਹ ਮੇਰੇ ਨਾਲ ਤੁਰਦਾ ਰਿਹਾ ਤੇ ਹੁਣ ਉਹਦੀ ਉਮਰ ਵੀ 22 ਵਰ੍ਹਿਆਂ ਦੀ ਹੋ ਗਈ ਹੈ, ਜਿੰਨੀ ਮੇਰੀ ਉਮਰ, ਪਰ ਮੈਨੂੰ 22 ਵਰ੍ਹੇ ਉਹਦਾ ਪਤਾ ਨਾ ਲੱਗਾ। ਮੈਂ ਕੌਣ ਆ? ਨੰਦਾ ਦੀਆਂ ਅੱਖਾਂ ਨੇ ਚਕਰਾ ਕੇ ਸੂਰਜ ਦੀ ਰੌਸ਼ਨੀ ਨੂੰ ਪੁੱਛਿਆ, ਪਰ ਰੌਸ਼ਨੀ ਜਵਾਬ ਦੇਣ ਦੀ ਥਾਂ ਨੰਦਾ ਦੀਆਂ ਅੱਖਾਂ ਵਾਂਗ ਹੀ ਚਕਰਾਉਂਦੀ ਪਈ ਸੀ। ਰੋਜ਼ ਸੂਰਜ ਚੜ੍ਹਦਾ ਸੀ, ਰੋਜ਼ ਸੂਰਜ ਦੀ ਰੌਸ਼ਨੀ ਹੁੰਦੀ ਸੀ। ਨੰਦਾ ਦਾ ਮੱਥਾ ਇੱਕ ਘੁੰਮਣ ਘੇਰੀ 'ਚ ਪਿਆ ਹੋਇਆ ਸੀ ਤੇ ਇੱਕੋ ਦਾਇਰੇ 'ਚ ਤੇਜ਼ ਘੁੰਮ ਰਿਹਾ ਸੀ, ਪਰ ਸੂਰਜ ਦੀ ਰੌਸ਼ਨੀ ਨੇ ਪਹਿਲਾਂ ਕਦੀ ਮੇਰੇ ਵੱਲ ਇੰਜ ਨਹੀਂ ਸੀ ਵੇਖਿਆ। ਤੇ ਨੰਦਾ ਦੀ ਛਾਤੀ 'ਚ ਚੁੱਭਦੀ ਕਿਰਚ ਵਰਗਾ ਖਿਆਲ ਆਇਆ, ਨਹੀਂ, ਸੂਰਜ ਦੀ ਰੌਸ਼ਨੀ ਨੂੰ ਤਾਂ ਇਹ ਭੇਤ 22 ਵਰ੍ਹਿਆਂ ਤੋਂ ਪਤਾ ਸੀ। ਉਹ ਰੋਜ਼ ਮੇਰੇ ਵੱਲ ਤੱਕਦੀ ਹੋਏਗੀ ਤੇ ਹੱਸ ਛੱਡਦੀ ਹੋਏਗੀ ਕਿ ਮੈਂ ਕਿੰਨੀ ਝੱਲੀ ਹਾਂ, ਮੈਨੂੰ ਕੁਝ ਪਤਾ ਨਹੀਂ। ਨੰਦਾ ਨੂੰ ਇੱਕ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਤੇ ਉਹਦੀਆਂ ਪਲਕਾਂ ਨੇ ਉਹਦੀਆਂ ਅੱਖਾਂ ਨੂੰ ਕੱਜ ਲਿਆ, ਜਿਵੇਂ ਉਹਦੀਆਂ ਪਲਕਾਂ ਉਹਦੀਆਂ ਅੱਖਾਂ ਨੂੰ ਸੂਰਜ ਦੀ ਰੌਸ਼ਨੀ ਤੋਂ ਲੁਕਾ ਲੈਣਾ ਚਾਹੁੰਦੀਆਂ ਹੋਣ। ਇੱਕ ਸੂਹਾ ਜਿਹਾ ਹਨੇਰਾ ਨੰਦਾ ਦੀ ਅੱਖਾਂ 'ਚ ਭਰ ਗਿਆ। ਨੰਦਾ ਨੇ ਅੱਖਾਂ ਮੀਟੀਆਂ ਹੋਈਆਂ ਸਨ, ਪਰ ਉਹਨਾਂ ਉੱਤੇ ਪੈਂਦੀ ਸੂਰਜ ਦੀ ਰੌਸ਼ਨੀ ਤਿੱਖੀ ਹੋ ਰਹੀ ਸੀ। ਨੰਦਾ ਸੋਚ ਰਹੀ ਸੀ, ਜਦੋਂ ਤੱਕ ਕੁਝ ਪਤਾ ਨਹੀਂ ਸੀ ਹਨੇਰਾ ਕਾਲੇ ਰੰਗ ਦਾ ਸੀ। ਮੈਂ ਉਹਨੂੰ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਦੀ ਨਹੀਂ ਸੀ। ਹੁਣ ਹਨੇਰਾ ਸੂਹੇ ਰੰਗ ਦਾ ਹੋ ਗਿਆ। ਹੁਣ ਮੈਂ ਹਮੇਸ਼ਾ ਇਹਨੂੰ ਫੋਲਦੀ ਰਵਾਂਗੀ। ਇਹ ਕਾਲਾ ਹਨੇਰਾ ਸੂਹੇ ਰੰਗ ਦਾ ਕਿਉਂ ਬਣ ਗਿਆ? ਅੱਜ ਹਨੇਰੇ ਦੇ ਪਿੰਡੇ ਵਿੱਚੋਂ ਜਿਵੇਂ ਲਹੂ ਵਗਦਾ ਹੋਵੇ। ਨੰਦਾ ਦੇ ਮੱਥੇ ਵਿੱਚੋਂ ਖੌਫ ਦੀ ਇੱਕ ਲਕੀਰ ਲੰਘ ਗਈ। ਮੈਂ ਹਨੇਰੇ ਦੀ ਪੈਦਾਇਸ਼ ਹਾਂ, ਸੋ ਹਨੇਰੇ ਦੇ ਪਿੰਡੇ 'ਚੋਂ ਵਗਦੇ ਲਹੂ ਦਾ ਰੰਗ ਮੇਰੇ ਪਿੰਡੇ ਦੇ ਲਹੂ ਦਾ ਰੰਗ ਹੈ। ਨੰਦਾ ਨੇ ਪਿਛਾਂ ਦੂਰ ਤੱਕ 10, 15, 20 ਵਰ੍ਹਿਆਂ ਤੱਕ ਨੀਝ ਲਾ ਕੇ ਵੇਖਿਆ, ਪਰ ਉਹਨੂੰ ਬਾਪ ਦੀ ਥਾਂ ਡਾਕਟਰ ਜਸਵੰਤ ਰਾਏ ਮਦਾਨ ਦਾ ਮੂੰਹ ਤੇ ਮਾਂ ਦੀ ਥਾਂ ਲਾਜਬੀ ਦਾ ਮੂੰਹ ਹੀ ਦਿਸ ਰਿਹਾ ਸੀ। ਹੋਰ ਕੁਝ ਨਹੀਂ ਸੀ ਦਿਸ ਰਿਹਾ, ਤੇ ਹੋਰ ਜੋ ਕੁਝ ਸੀ ਸਿਰਫ ਹਨੇਰਾ ਸੀ। ਹੋਰ ਬੱਚੇ ਦੇ ਲਹੂ ਦਾ ਰੰਗ ਆਪਣੇ ਮਾਂ-ਪਿਓ ਦੇ ਲਹੂ ਦਾ ਰੰਗ ਹੁੰਦਾ ਹੈ। ਨੰਦਾ ਜਿਵੇਂ ਆਪਣੇ ਆਪ ਨੂੰ ਦਲੀਲ ਦੇ ਰਹੀ ਸੀ, ਤੇ ਹੁਣ ਜਦੋਂ ਲੋਕ ਕਹਿੰਦੇ ਨੇ ਮੇਰੇ ਲਹੂ ਦਾ ਰੰਗ ਮੇਰੇ ਪਿਓ ਦੇ ਲਹੂ ਦਾ ਰੰਗ ਨਹੀਂ, ਤਾਂ ਫਿਰ ਮੇਰੇ ਲਹੂ ਦਾ ਰੰਗ ਹਨੇਰੇ ਦੇ ਲਹੂ ਦਾ ਰੰਗ ਹੋਇਆ। ਨੰਦਾ ਆਪਣੀ ਦਲੀਲ ਨਾਲ ਆਪ ਹੀ ਸ਼ਾਂਤ ਜਿਹੀ ਹੋ ਗਈ ਸੀ। ਸੋ ਹਨੇਰਾ ਮੇਰੀ ਮਾਂ, ਹਨੇਰਾ ਮੇਰਾ ਬਾਪ, ਤੇ ਉਹ ਹਨੇਰੇ ਦੇ ਉਸ ਟੁਕੜੇ ਨੂੰ ਲੱਭਣ ਲੱਗ ਪਈ ਜੋ 22 ਵਰ੍ਹੇ ਪਿਛਾਂ ਦੂਰ ਕਿਸੇ ਹਨੇਰੇ 'ਚ ਹਨੇਰੇ ਦਾ ਇੱਕ ਟੁਕੜਾ ਸੀ। ਨੰਦਾ ਨੇ ਬੜੇ ਯਤਨ ਨਾਲ ਆਪਣੇ ਜ਼ਿਹਨ 'ਚੋਂ ਜਸਵੰਤ ਪਾਪਾ ਤੇ ਲਾਜਬੀ ਦੇ ਨਕਸ਼ਾਂ ਨੂੰ ਮਿਟਾ ਕੇ ਹਨੇਰੇ 'ਚੋਂ ਕਿਸੇ ਹੋਰ ਪਾਪਾ ਤੇ ਕਿਸੇ ਹੋਰ ਮਾਂ ਦੇ ਨਕਸ਼ ਘੜਨੇ ਚਾਹੇ, ਪਰ ਉਂਗਲਾਂ ਵਿੱਚੋਂ ਕਿਰਦੀ ਮਿੱਟੀ ਵਾਂਗ ਹੋਰ ਸਾਰੇ ਨਕਸ਼ ਉਹਦੇ ਜੋ ਹਨ ਵਿੱਚੋਂ ਕਿਰ ਜਾਂਦੇ ਤੇ ਉਹਦੇ ਜ਼ਿਹਨ ਵਿੱਚ ਫਿਰ ਜਸਵੰਤ ਪਾਪਾ
ਤੇ ਬੀਏ ਦਾ ਲਾਜਬੀ ਦੇ ਨਕਸ਼ ਸਾਬਤ ਸਬੂਤ ਹੋ ਜਾਂਦੇ। ਨੰਦਾ ਦੁਚਿੱਤੀ ਜਿਹੀ ਛੋ ਕੇ ਆਪਣੇ ਕੰਨਾਂ ਨੂੰ ਹੀ ਪੁੱਛਣ ਲੱਗੀ, ਰਾਤੀ ਤੁਸੀਂ ਕੀ ਸੁਣਿਆ ਸੀ? ਸੱਚਮੁੱਚ ਸੁਣਿਆ ਸੀ? ਕੰਨ ਸ਼ਰਮਿੰਦੇ ਜੇ ਹੋ ਗਏ। ਰਾਤ ਨੂੰ ਨੰਦਾ ਦੇ ਕੰਨ ਚੁਪਾਤੇ ਜੇ ਕੰਧ ਨਾਲ ਲੱਗੇ ਹੋਏ ਸਨ। ਕੰਧ ਦੇ ਨਾਲ ਲੱਗਦੇ ਪਿਛਲੇ ਬਗੀਚੇ 'ਚ ਡਾਕਟਰ ਮਦਾਨ ਇੱਕ ਰੁੱਖ ਕੋਲ ਚਿਰਾਂ ਤੋਂ ਖਲੋਤੇ ਹੋਏ ਸਨ। ਲਾਜਬੀ ਨੇ ਕਈ ਵਾਰ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਰੋਟੀ ਖਾਣ ਲਈ ਕਿਹਾ ਸੀ, ਪਰ ਉਹ ਰੋਟੀ ਖਾਣ ਲਈ ਅੰਦਰ ਨਹੀਂ ਸਨ ਆਏ। ਲਾਜਬੀ ਨੇ ਬਾਕੀ ਸਾਰਿਆਂ ਨੂੰ ਰੋਟੀ ਖਵਾਤੀ ਸੀ, ਤਿੰਨਾਂ ਵੱਡੇ ਪੁੱਤਰਾਂ ਨੂੰ ਵੀ ਤੇ ਸਾਰਿਆਂ ਤੋਂ ਛੋਟੀ ਧੀ ਨੰਦਾ ਨੂੰ ਵੀ, ਤੇ ਫਿਰ ਸਾਰਿਆਂ ਨੂੰ ਉਹਨਾਂ ਦੇ ਕਮਰਿਆਂ 'ਚ ਭੇਜ ਕੇ ਉਹ ਆਪ ਪਿਛਲੇ ਬਗੀਚੇ 'ਚ ਚਲੇ ਗਏ ਸਨ। ਤਿੰਨਾਂ ਪੁੱਤਰਾਂ ਦੇ 3 ਕਮਰੇ ਉਤਲੀ ਛੱਤ ਤੇ ਸਨ, ਪਰ ਨੰਦਾ ਦਾ ਕਮਰਾ ਹੇਠਲੀ ਛੱਤੇ ਆਪਣੇ ਮਾਂ-ਪਿਓ ਦੇ ਕਮਰੇ ਨਾਲ ਲੱਗਦਾ ਸੀ, ਜਿਹਦੇ ਪਿਛਵਾੜੇ ਇੱਕ ਛੋਟਾ ਜਿਹਾ ਬਗੀਚਾ ਸੀ। ਨੰਦਾ ਆਪਣੇ ਬਾਪ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਸੀ। ਉਹਨੂੰ ਨੀਂਦਰ ਨਹੀਂ ਸੀ ਆਈ ਤੇ ਫਿਰ ਪੂਰੇ ਰਾਤ ਦੇ 11:30 ਵਜੇ ਸਨ ਜਿਸ ਵੇਲੇ ਉਹਦੇ ਪਰੇਸ਼ਾਨ ਪਾਪਾ ਨੇ ਉਹਦੀ ਮਾਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਨੰਦਾ ਵਾਸਤੇ ਜਿਸ ਲੜਕੇ ਨੂੰ ਵੇਖਿਆ ਸੀ ਤੇ ਉਹਦਾ ਵਿਆਹ ਪੱਕਾ ਕੀਤਾ ਸੀ, ਅੱਜ ਉਸ ਲੜਕੇ ਦੇ ਬਾਪ ਨੇ ਆ ਕੇ ਆਖਿਆ ਸੀ ਕਿ ਇਹ ਵਿਆਹ ਨਹੀਂ ਹੋ ਸਕੇਗਾ, ਕਿਉਂਕਿ ਉਹਨੂੰ ਪਤਾ ਲੱਗਾ ਕਿ ਨੰਦਾ ਉਹਨਾਂ ਦੀ ਆਪਣੀ ਅਸਲੀ ਧੀ ਨਹੀਂ। ਨੰਦਾ ਦੇ ਕੰਨ ਰਾਤ ਤੋਂ ਸ਼ਰਮਿੰਦੇ ਸਨ। ਹੁਣ ਸਵੇਰੇ ਉਹਨਾਂ ਨੂੰ ਰਾਤ ਵਾਲੀ ਗੱਲ ਯਾਦ ਆਈ ਤਾਂ ਹੋਰ ਵੀ ਸ਼ਰਮਿੰਦੇ ਜੇ ਉਹ ਨੰਦਾ ਦੇ ਮੂੰਹ ਵੱਲ ਤੱਕਣ ਲੱਗ ਪਏ। ਪਰ ਨੰਦਾ ਨੂੰ ਜਾਪਿਆ ਹੁਣ ਉਹ ਸ਼ਾਇਦ ਆਪ ਕਦੇ ਆਪਣੇ ਮੂੰਹ ਵੱਲ ਨਹੀਂ ਤੱਕ ਸਕੇਗੀ। ਕੰਨਾਂ ਨੂੰ ਲਾਜਬੀ ਦੀ ਆਵਾਜ਼ ਵੀ ਚੇਤੇ ਸੀ, ਧੀ ਅਸਲੀ ਨਹੀਂ, ਧੀ ਕਦੇ ਨਕਲੀ ਵੀ ਹੁੰਦੀ ਏ। 22 ਵਰ੍ਹਿਆਂ ਪਿੱਛੋਂ ਮੈਨੂੰ ਚੰਦਰੇ ਲੋਕਾਂ ਨੇ ਇਹੋ ਆਖਣਾ ਸੀ। ਤੇ ਕੰਨਾਂ 'ਚ ਲਾਜਬੀ ਦੇ ਰੋਣ ਦੀ ਆਵਾਜ਼ ਅਟਕੀ ਰਹਿ ਗਈ ਸੀ। ਤੇ ਫਿਰ ਸ਼ਾਇਦ ਲਾਜਬੀ ਦੇ ਅਥਰੂ ਨੰਦਾ ਦੇ ਕੰਨਾਂ 'ਚ ਭਰ ਗਏ ਸਨ। ਅੱਗੋਂ ਕੁਝ ਨੰਦਾ ਨੂੰ ਸੁਣਾਈ ਨਹੀਂ ਸੀ ਦਿੱਤਾ। ਫਿਰ ਨੰਦਾ ਨੂੰ ਸਿਰਫ ਇੱਕੋ ਆਵਾਜ਼ ਸੁਣਾਈ ਦਿੱਤੀ ਸੀ, ਜਿਵੇਂ ਇੱਕ ਪੱਥਰ ਕਾੜ ਕਰਦਾ ਉਹਦੀ ਕੰਧ ਨਾਲ ਵੱਜਾ ਹੋਵੇ ਤੇ ਪੱਕੀਆਂ ਇੱਟਾਂ ਦੀ ਕੰਧ ਕੱਚ ਦੀ ਕੰਧ ਵਾਂਗ ਟੁੱਟ ਗਈ ਹੋਵੇ ਤੇ ਕੱਚ ਕੇ ਛੱਤ ਉਹਦੇ ਸਿਰ ਉੱਤੇ ਢਹਿ ਪਈ ਹੋਵੇ। ਅੰਗ ਦੂਸਰਾ। ਨੰਦਾ ਦੇ ਪਿੰਡੇ ਵਿੱਚ ਪਈ ਹੋਈ ਰਾਤ ਤੇ ਬਾਹਰ ਚੰਗਾ ਚੋਖਾ ਚੜਿਆ ਹੋਇਆ ਦਿਨ ਜਿਵੇਂ ਇੱਕ ਦੂਜੇ ਨੂੰ ਝੁਠਿਆ ਰਹੇ ਹੋਣ। ਨੰਦਾ ਉਸੇ ਤਰ੍ਹਾਂ ਦੀਵਾਨ ਤੇ ਪਈ ਹੋਈ ਸੀ ਤੇ ਫਿਰ ਉਹਨੂੰ ਜਾਪਿਆ ਜਿਵੇਂ ਉਹਦੇ ਪਿੰਡੇ ਉੱਤੇ ਕੋਈ ਮਲਬੇ ਵਾਂਗ ਕੱਚ ਦੀਆਂ ਕਿਰਚਾਂ ਨੂੰ ਹਟਾ ਰਿਹਾ ਹੋਵੇ ਤੇ ਉਹਨੂੰ ਕੱਚ ਦੇ ਟੁਕੜਿਆਂ 'ਚ ਦੱਬੀ ਹੋਈ ਨੂੰ ਬਾਹਰ ਕੱਢ ਰਿਹਾ ਹੋਵੇ। ਅੱਧੀ ਜਿਹੀ ਸੁਰਤ 'ਚ ਨੰਦਾ ਨੇ ਵੇਖਿਆ ਉਹਦੇ ਪਾਸੇ ਕੋਲ ਲਾਜਬੀ ਤੇ ਜਸਵੰਤ ਖਲੋਤੇ ਸਨ ਤੇ ਲਾਜਬੀ ਆਖ ਰਹੇ ਸਨ, ਕਿੰਨੇ ਚਿਰ ਤੋਂ ਤੈਨੂੰ ਜਗਾਨੀ ਪਈਆਂ, ਤੇਰੇ ਉੱਤੋਂ ਕੰਬਲ ਲਾਇਆ, ਚਾਦਰ ਲਾਈ, ਤੈਨੂੰ ਕਿੰਨੀ ਵਾਰ ਹਿਲਾਇਆ, ਤੂੰ ਜਾਗਦੀ ਨਹੀਂ। ਨੰਦਾ ਨੇ ਤੱਕਿਆ, ਅੱਖਾਂ ਝਮਕੀਆਂ ਪਰ ਉੱਠਣ ਤੋਂ ਜਿਵੇਂ ਤ੍ਰਹਿ ਗਈ। ਉਹਨੂੰ ਜਾਪ ਰਿਹਾ ਸੀ ਉਹ ਜ਼ਰਾ ਵੀ ਹਿੱਲੇਗੀ ਤਾਂ ਉਹਦੇ ਉੱਤੇ ਡਿੱਗੀਆਂ ਹੋਈਆਂ ਕੱਚ ਦੀਆਂ ਕਿਰਚਾਂ ਉਹਦੇ ਪਿੰਡੇ 'ਚ ਚੁੱਭ ਜਾਣਗੀਆਂ। ਕੀ ਗੱਲ ਏ ਨੰਦੂ, ਤੈਨੂੰ ਬੁਖਾਰ ਤੇ ਨਹੀਂ? ਪਾਪਾ ਉਹਦੇ ਮੱਥੇ ਨੂੰ ਹੱਥ ਲਾ ਕੇ ਵੇਖ ਰਹੇ ਸਨ ਤੇ ਆਖ ਰਹੇ ਸਨ, ਨਹੀਂ ਬੁਖਾਰ ਤੇ ਬਿਲਕੁਲ ਨਹੀਂ। ਲਾਜਬੀ ਨੇ ਕੋਲ ਮੇਜ਼ ਉੱਤੇ ਰੱਖਿਆ ਚਾਹ ਦਾ ਪਿਆਲਾ ਚੁੱਕਿਆ, ਉੱਠ ਚਾਹ ਪੀ। ਨੰਦਾ ਨੂੰ ਯਾਦ ਆਇਆ ਉਹ ਜਦੋਂ ਤੱਕ ਕਾਲਜ 'ਚ ਪੜ੍ਹਦੀ ਹੁੰਦੀ ਸੀ ਰਾਤੀ ਬੜੀ ਦੇਰ ਨਾਲ ਸੌਂਦੀ ਹੁੰਦੀ ਸੀ ਤੇ ਰੋਜ਼ ਸਵੇਰੇ ਉਹਨੂੰ ਲਾਜਬੀ ਚਾਹ ਦੇ ਕੇ ਉਠਾਉਂਦੇ ਹੁੰਦੇ ਸਨ। ਪਰ ਹੁਣ ਜਦੋਂ 6-7 ਮਹੀਨਿਆਂ ਤੋਂ ਕਾਲਜ ਨੂੰ ਮੁਕਾ ਕੇ ਵਿਹਲੀ ਹੋਈ ਸੀ ਤਾਂ ਰੋਜ਼ ਸਵੇਰੇ ਉਹ ਲਾਜਬੀ ਦੀ ਥਾਂ ਸਾਰਿਆਂ ਨੂੰ ਚਾਹ ਬਣਾ ਕੇ ਜਗਾਉਂਦੀ ਹੁੰਦੀ ਸੀ। ਨੰਦਾ ਸੰਕੋਚੀ ਜਿਹੀ ਦੀਵਾਨ ਤੋਂ ਉੱਠੀ ਤੇ ਉਹਨੇ ਲਾਜਬੀ ਦੇ ਹੱਥੋਂ ਚਾਹ ਦਾ ਪਿਆਲਾ ਫੜ ਲਿਆ। ਇੱਕੋ ਵਾਰੀ ਮਨ ਉਮਲਿਆ, ਜੀ ਕੀਤਾ ਲਾਜਬੀ ਦੇ ਗਲ ਨਾਲ ਲੱਗ ਕੇ ਪੁੱਛੇ, ਸੱਚ ਦੱਸੋ ਵੀ ਮੈਂ ਤੁਹਾਡੀ ਅਸਲੀ ਧੀ ਨਹੀਂ? ਪਰ ਨਾਲ ਹੀ ਲਾਜਬੀ ਦੀ ਰਾਤ ਵਾਲੀ ਰੋਂਦੀ ਹੋਈ ਆਵਾਜ਼ ਚੇਤੇ ਆਈ, 22 ਵਰ੍ਹਿਆਂ ਪਿੱਛੋਂ ਮੈਨੂੰ ਚੰਦਰੇ ਲੋਕਾਂ ਨੇ ਇਹੋ ਆਖਣਾ ਸੀ। ਤੇ ਨੰਦਾ ਨੂੰ ਜਾਪਿਆ ਜਿਵੇਂ ਲਾਜਬੀ ਦੀਆਂ ਥੱਕੀਆਂ ਹੋਈਆਂ ਅੱਖਾਂ ਉਹਦੇ ਮੂੰਹ ਵੱਲ ਵੇਖ ਕੇ ਕਹਿ ਰਹੀਆਂ ਹੋਣ, 22 ਵਰ੍ਹਿਆਂ ਪਿੱਛੋਂ ਤੂੰ ਮੈਨੂੰ ਇਹੋ ਪੁੱਛਣਾ ਸੀ। ਤੇ ਨੰਦਾ ਦੀ ਜੀਭ ਜਿਵੇਂ ਗੂੰਗੀ ਹੋ ਗਈ। ਫਿਰ ਗਰਮ ਚਾਹ ਦੇ ਪਿਆਲੇ ਨਾਲ ਨੰਦਾ ਦੇ ਪਿੰਡੇ 'ਚ ਕੁਝ ਜਾਨ ਜੀ ਆਈ ਤੇ ਉਹ ਲਾਜਬੀ ਦੇ ਪਿੱਛੇ ਰਸੋਈ 'ਚ ਜਾ ਕੇ ਉਹਨਾਂ ਦੇ ਨਾਲ ਰਸੋਈ ਦਾ ਕੰਮ ਕਰਨ ਲੱਗ ਪਈ। ਮੇਜ਼ ਉੱਤੇ ਨਾਸ਼ਤੇ ਦੀਆਂ ਪਲੇਟਾਂ ਰੱਖਦੀ ਨੰਦਾ ਨੂੰ ਖਿਆਲ ਆਇਆ, ਜਿਹੜਾ ਭੇਤ ਮੈਂ ਨਹੀਂ ਜਾਣਦੀ ਉਹ ਸ਼ਾਇਦ ਘਰ ਦੇ ਵੱਡੇ ਪੁੱਤਰਾਂ ਨੂੰ ਪਤਾ ਹੋਏਗਾ। ਵੱਡਾ ਰਵੀ ਮੇਰੇ ਨਾਲੋਂ 6 ਵਰ੍ਹੇ ਵੱਡਾ ਹੈ, ਉਸ ਤੋਂ ਛੋਟਾ ਅਸ਼ੋਕ 4 ਵਰ੍ਹੇ। ਉਹਨਾਂ ਨੇ ਛੋਟਿਆਂ ਹੁੰਦਿਆਂ ਜ਼ਰੂਰ ਕੁਝ ਵੇਖਿਆ ਸੁਣਿਆ ਹੋਏਗਾ।
ਉਹਨਾਂ ਨੂੰ ਜ਼ਰੂਰ ਪਤਾ ਹੋਏਗਾ। ਸਿਰਫ ਸਾਰਿਆਂ ਤੋਂ ਛੋਟਾ ਪਰਮ ਮੇਰੇ ਨਾਲੋਂ 2 ਵਰ੍ਹੇ ਵੱਡਾ ਹੈ, ਉਹਨੂੰ ਸ਼ਾਇਦ ਕੁਝ ਪਤਾ ਨਾ ਹੋਵੇ। ਨੰਦਾ ਰੋਜ਼ ਜਦੋਂ ਟੋਸਟਰ 'ਚ ਡਬਲ ਰੋਟੀ ਸੇਕਦੀ ਸੀ ਤਾਂ ਜਿਹੜਾ ਟੁਕੜਾ ਕੁਝ ਬਹੁਤ ਸੇਕਿਆ ਜਾਂਦਾ ਸੀ ਉਹ ਜਾਣ ਕੇ ਰਵੀ ਦੀ ਪਲੇਟ 'ਚ ਰੱਖਦੀ ਹੁੰਦੀ ਸੀ ਤੇ ਹੱਸਦੀ ਹੁੰਦੀ ਸੀ, ਭਾਈ ਜਾਨ ਹੁਣ ਭਾਬੀ ਲੈ ਆਓ, ਨਹੀਂ ਤਾਂ ਭੈਣ ਕੋਲੋਂ ਰੋਜ਼ ਸੜੇ ਹੋਏ ਟੋਸਟ ਖਾਣੇ ਪੈਣਗੇ। ਤੇ ਰਵੀ ਨੇ ਆਪਣੀ ਪੜ੍ਹਾਈ ਮੁਕਾ ਲਈ ਹੋਈ ਸੀ ਤੇ ਹੁਣ ਡਾਕਟਰ ਬਣ ਕੇ ਆਪਣੇ ਬਾਪ ਨਾਲ ਉਹਦੇ ਕਲੀਨਿਕ 'ਚ ਕੰਮ ਕਰਦਾ ਸੀ, ਪਰ ਅਜੇ ਵਿਆਹ ਲਈ ਰਾਜ਼ੀ ਨਹੀਂ ਸੀ ਹੁੰਦਾ। ਇਸ ਲਈ ਰੋਜ਼ ਨੰਦਾ ਉਹਨੂੰ ਇਹ ਮਜ਼ਾਕ ਕਰਦੀ ਹੁੰਦੀ ਸੀ। ਅੱਜ ਨੰਦਾ ਦਾ ਧਿਆਨ ਇਸ ਪਾਸੇ ਨਹੀਂ ਸੀ। ਉਹ ਸਿਰਫ ਰਵੀ ਦੇ ਮੂੰਹ ਉੱਤੇ ਕੋਈ ਭੇਤ ਪੜ੍ਹਨਾ ਚਾਹੁੰਦੀ ਸੀ, ਇਸ ਲਈ ਕੁਝ ਵੀ ਕੋਈ ਗੱਲ ਵੀ ਜ਼ਰੂਰ ਕਰਨਾ ਚਾਹੁੰਦੀ ਸੀ, ਪਰ ਕੁਝ ਵੀ ਕੋਈ ਗੱਲ ਵੀ ਨਹੀਂ ਸੀ ਔੜਦੀ ਪਈ। ਇਸ ਲਈ ਆਦਤ ਵਰਗਾ ਉਹ ਮਜ਼ਾਕ ਦੁਹਰਾਇਆ ਗਿਆ। ਅੱਗੇ ਰੋਜ਼ ਇਸ ਮਜ਼ਾਕ ਦੇ ਵਿੱਚ ਰਵੀ ਆਖਦਾ ਹੁੰਦਾ ਸੀ, ਇਸ ਭਾਈ ਜਾਨ ਦੀ ਕਿਸਮਤ ਵਿੱਚ ਤਾਂ ਨੰਦਾ ਹਮਸ਼ੀਰਾ ਦੇ ਹੱਥ ਦੇ ਸੜੇ ਹੋਏ ਟੋਸਟ ਹੀ ਲਿਖੇ ਹੋਏ ਨੇ। ਪਰ ਅੱਜ ਜਦੋਂ ਨੰਦਾ ਨੇ ਉਹੀ ਸੜੇ ਹੋਏ ਟੋਸਟ ਵਾਲਾ ਮਜ਼ਾਕ ਕੀਤਾ ਤਾਂ ਰਵੀ ਨੇ ਹੱਸ ਕੇ ਆਖਿਆ, ਬਈ ਆਖਰ ਮੇਰੀ ਕਿਸਮਤ ਬਦਲ ਹੀ ਗਈ। ਹੁਣ ਅਗਲੇ ਮਹੀਨੇ ਤੋਂ ਸੜੇ ਹੋਏ ਟੋਸਟ ਤੇਰੇ ਭਾਈ ਜਾਨ ਦੀ ਥਾਂ ਤੇਰੇ ਦੁੱਲਾ ਮੀਆਂ ਮਿਸਟਰ JC ਪੁਰੀ ਨੂੰ ਮਿਲਿਆ ਕਰਨਗੇ। ਨੰਦਾ ਦਾ ਧਿਆਨ ਸਹਿਜ ਸੁਭਾਅ ਆਪਣੇ ਪਾਪਾ ਦੇ ਮੂੰਹ ਵੱਲ ਚਲਾ ਗਿਆ। ਡਾਕਟਰ ਮਦਾਨ ਹਮੇਸ਼ਾ ਬੱਚਿਆਂ ਦੀ ਹਾਸੇ 'ਚ ਸ਼ਰੀਕ ਹੁੰਦੇ ਸਨ, ਪਰ ਅੱਜ ਉਹ ਮੂੰਹ ਨੀਵਾਂ ਪਾਈ ਚਾਹ ਪੀ ਰਹੇ ਸਨ। ਰਵੀ ਨੇ ਇੱਕ ਉਚੇਚ ਨਾਲ ਪਾਪਾ ਨੂੰ ਆਪਣੇ ਮਜ਼ਾਕ 'ਚ ਸ਼ਾਮਲ ਕਰਨਾ ਚਾਹਿਆ। ਆਖਿਆ, ਪਾਪਾ ਮਿਸਟਰ ਪੁਰੀ ਨੂੰ ਸੜੇ ਹੋਏ ਟੋਸਟ ਖਵਾਉਣ ਦੀ ਕਿਹੜੀ ਤਾਰੀਖ ਪੱਕੀ ਕੀਤੀ ਜੀ? ਪਾਪਾ ਚਾਹ ਦੇ ਪਿਆਲੇ ਵੱਲ ਤੱਕਦੇ ਰਹੇ, ਫਿਰ ਹੌਲੀ ਹੌਲੀ ਕਹਿਣ ਲੱਗੇ, ਅਜੇ ਮੈਂ ਸੋਚ ਰਿਹਾ, ਪੁਰੀ ਮੈਨੂੰ ਬਹੁਤਾ ਪਸੰਦ ਨਹੀਂ। ਤੇ ਫਿਰ ਰਵੀ ਵੱਲ ਤੱਕਦੇ ਆਖਣ ਲੱਗੇ, ਤੂੰ ਆਪਣੇ ਇੱਕ ਦੋਸਤ ਦੀ ਗੱਲ ਕੀਤੀ ਸੀ, ਉਹ ਜਿਹੜਾ ਕੈਨੇਡਾ 'ਚ। ਰਵੀ ਜ਼ਰਾ ਕੁ ਧਮਕ ਗਿਆ, ਪਾਪਾ ਤੁਸੀਂ ਉਹਦੀ ਗੱਲ ਤੇ ਸੁਣਦੇ ਹੀ ਨਹੀਂ ਸੀ। ਤੁਸੀਂ ਕਹਿੰਦੇ ਸੀ ਨੰਦਾ ਨੂੰ ਇੰਨੀ ਦੂਰ ਨਹੀਂ ਭੇਜ ਸਕਦੇ। ਪਾਪਾ ਚੁੱਪ ਸਨ। ਰਵੀ ਕੁਝ ਨਹੀਂ ਸੀ ਸਮਝਿਆ, ਪਰ ਨੰਦਾ ਸਮਝ ਗਈ। ਇੱਥੇ ਇਸ ਦੇਸ਼ ਵਿੱਚ ਜਿਵੇਂ ਪੁਰੀ ਨੇ ਭੇਤ ਲੱਭ ਲਿਆ ਸੀ, ਕੋਈ ਵੀ ਲੱਭ ਸਕਦਾ ਸੀ, ਪਰ ਜੇ ਕੋਈ ਕਿਸੇ ਹੋਰ ਦੇਸ਼ ਵਿੱਚ ਹੋਵੇ ਇੱਥੋਂ ਬਹੁਤ ਦੂਰ, ਉਹਨੂੰ ਸ਼ਾਇਦ ਕਦੀ ਵੀ ਕੁਝ ਪਤਾ ਨਾ ਲੱਗੇ। ਨੰਦਾ ਨੂੰ ਜਾਪਿਆ ਜਿਵੇਂ ਉਹਦੇ ਪਾਪਾ ਦੀ ਸਾਰੀ ਸੋਚ ਕਾਗਜ਼ ਉੱਤੇ ਲਿਖੀ ਹੋਈ ਪੜ੍ਹ ਲਈ ਹੋਵੇ ਤੇ ਉਹ ਆਪਣੇ ਦੁੱਖ ਤੋਂ ਵੀ ਵੱਧ ਪਾਪਾ ਦੇ ਦੁੱਖ ਨਾਲ ਦੁੱਖ ਗਈ। ਕੋਈ ਖੌਫ ਨੇੜੇ ਆਉਂਦਾ ਦਿਸੇ, ਇਨਸਾਨ ਘਬਰਾਉਂਦਾ ਹੈ, ਪਰ ਜਦੋਂ ਸਾਹਮਣੇ ਆ ਖਲੋਵੇ ਕੋਈ ਅੱਗੋਂ ਵੀ ਤਣ ਕੇ ਖਲੋ ਜਾਂਦਾ ਹੈ। ਕੁਝ ਇੰਝ ਹੀ ਨੰਦਾ ਤਣ ਜੀ ਗਈ ਤੇ ਰਵੀ ਵੱਲ ਵੇਖਦੀ ਆਖਣ ਲੱਗੀ, ਮੈਨੂੰ ਇੱਕ ਜੋਤਸ਼ੀ ਨੇ ਦੱਸਿਆ ਹੈ ਕਿ ਤੇਰੇ ਭਾਈ ਜਾਨ ਦੀ ਕਿਸਮਤ ਨਹੀਂ ਬਦਲ ਸਕਦੀ। ਤੇਰੇ ਭਾਈ ਜਾਨ ਨੂੰ ਸਾਰੀ ਉਮਰ ਤੇਰੇ ਸੜੇ ਹੋਏ ਟੋਸਟ ਖਾਣੇ ਪੈਣਗੇ। ਅੱਛਾ? ਰਵੀ ਹੱਸ ਪਿਆ। ਇਹਦਾ ਮਤਲਬ ਹੈ ਕਿ ਤੇਰੀ ਭਾਬੀ ਸਾਰੀ ਉਮਰ ਕੁਆਰੀ ਰਹੇਗੀ? ਨਹੀਂ ਭਾਬੀ ਨਹੀਂ, ਨੰਦਾ ਦੀ ਆਵਾਜ਼ ਬੁਝਦੀ ਅੱਗ ਵਾਂਗ ਹੋ ਗਈ। ਭਾਈ ਜਾਨ ਦੀ ਹਮਸ਼ੀਰਾ। ਪਾਪਾ ਨੇ ਇੱਕ ਵਾਰੀ ਨੰਦਾ ਦੇ ਮੂੰਹ ਵੱਲ ਤੱਕਿਆ, ਫਿਰ ਧਿਆਨ ਪਰੇ ਕਰ ਲਿਆ। ਅੰਗ ਤੀਸਰਾ। ਨੰਦਾ ਸਾਰੀ ਸੋਚ ਨੂੰ ਜਮ੍ਹਾਂ ਤਫਰੀਕ ਕਰਦੀ, ਹਿਸਾਬ ਦੇ ਇੱਕ ਸਵਾਲ ਵਾਂਗ ਕੱਢਦੀ ਰਹਿੰਦੀ, ਪਰ ਜਵਾਬ ਮੁੜ ਮੁੜ ਕੇ ਉਹੀ ਆਉਂਦਾ, ਬਸ 2 ਹੀ ਗੱਲਾਂ ਹੋ ਸਕਦੀਆਂ ਨੇ, ਜਾਂ ਇਹ ਕਿ ਮੈਂ ਜੰਮਦੀ ਯਤੀਮ ਹੋ ਗਈ ਸਾਂ ਤੇ ਇਹਨਾਂ ਲੋਕਾਂ ਨੇ ਮੈਨੂੰ ਯਤੀਮਖਾਨੇ 'ਚੋਂ ਕੱਢ ਕੇ ਆਪਣੇ ਘਰ ਦਾ ਆਸਰਾ ਦਿੱਤਾ ਹੈ, ਤੇ ਜਾਂ ਮੈਂ ਕਿਸੇ ਦੀ ਗੈਰ ਕਾਨੂੰਨੀ ਔਲਾਦ ਹਾਂ। ਮੇਰਾ ਬਾਪ ਮੇਰੇ ਤੋਂ ਇਨਕਾਰੀ ਤੇ ਮਾਂ ਮੇਰੇ ਤੋਂ ਅੱਖਾਂ ਚੁਰਾ ਕੇ ਮੇਰੇ ਤੋਂ ਸੁਰਖਰੂ। ਯਤੀਮ ਤੇ ਗੈਰ ਕਾਨੂੰਨੀ 2 ਲਫ਼ਜ਼ਾਂ ਦੇ ਵਿਚਕਾਰ ਨੰਦਾ ਹੈਰਾਨ ਖਲੋਤੀ ਰਹਿੰਦੀ। ਕਦੇ ਉਹ ਲਫ਼ਜ਼ ਦੇ ਮੂੰਹ ਵੱਲ ਵੇਖਦੀ, ਕਦੇ ਉਸ ਲਫ਼ਜ਼ ਦੇ ਮੂੰਹ ਵੱਲ। ਦੋਵੇਂ ਲਫ਼ਜ਼ ਖਾਮੋਸ਼ ਸਨ ਪਰ ਭਿਆਨਕ, ਤੇ ਨੰਦਾ ਹਾਰੀ ਹੋਈ ਜਿਹੀ ਕਿਸੇ ਤੀਸਰੇ ਲਫ਼ਜ਼ ਨੂੰ ਲੱਭਣ ਲੱਗ ਪੈਂਦੀ, ਪਰ ਉਹ ਲੱਭਦਾ ਨਹੀਂ ਸੀ। ਦੋਵੇਂ ਲਫ਼ਜ਼ ਹੌਲੀ ਹੌਲੀ ਨੰਦਾ ਦੇ ਮਨ 'ਚ ਪਏ ਹੋਏ ਕੰਧਾਂ ਵਾਂਗ ਉਸਰਨ ਲੱਗ ਪਏ। ਇੱਕ ਕੰਧ ਨੰਦਾ ਦੀ ਪਿੱਠ ਵੱਲ ਪਾਸੇ ਤੇ ਇੱਕ ਕੰਧ ਮੂੰਹ ਵਾਲੇ ਪਾਸੇ। ਉਹਨੂੰ ਨਾ ਕੁਝ ਪਿੱਛਾਂ ਵੱਲ ਦਿਸਦਾ ਨਾ ਅਗਾਂਹ ਵੱਲ। ਉਹ ਦੋਹਾਂ ਕੰਧਾਂ 'ਚ ਜਿਵੇਂ ਚਿਣੀ ਜਾ ਰਹੀ ਸੀ। ਇਹਨਾਂ ਕੰਧਾਂ ਕੋਲੋਂ ਲੁੱਟਣ ਲਈ ਤੇ ਪਾਸੇ ਵੱਲੋਂ ਕੋਈ ਰਾਹ ਲੱਭਣ ਲਈ ਇੱਕ ਦਿਨ ਨੰਦਾ ਨੇ ਦੁਪਹਿਰ ਨੂੰ ਧੁੱਪੇ ਬੈਠੇ ਹੋਏ ਲਾਜਬੀ ਦਾ ਹੱਥ ਵੇਖਣਾ ਸ਼ੁਰੂ ਕਰ ਦਿੱਤਾ। ਵੀ ਤੁਹਾਡੇ ਸਾਰੇ ਮਾਊਂਟ ਕਿੰਨੇ ਸੋਹਣੇ ਨੇ, ਉੱਭਰੇ ਹੋਏ। ਇਹ ਮਰਕਰੀ, ਸਨ, ਸੈਟਰਨ, ਜੁਪੀਟਰ ਤੇ ਇਹ ਲੂਨਾ ਦਾ ਮਾਊਂਟ ਵੀ, ਤੇ ਇਹ ਵੀਨਸ ਦਾ ਵੀ। ਲਾਜਬੀ ਹੱਸਦੇ ਹੱਸਦੇ ਕਹਿਣ ਲੱਗੀ, ਜੋਤਸ਼ੀ ਜੀ ਮਹਾਰਾਜ, ਅੱਛਾ ਇਹ ਦੱਸੋ ਮੇਰੀ ਉਮਰ ਕਿੰਨੀ ਹੈ? ਤੇ ਨਾਲ ਹੀ ਲਾਜਬੀ ਨੇ ਇੱਕ ਹਿੰਦੁਸਤਾਨੀ ਔਰਤ ਦੀ ਸਦੀਵੀ ਚਾਹ ਨਾਲ ਆਖਿਆ, ਮੈਂ ਤੇਰੇ ਪਾਪਾ ਦੇ ਹੱਥਾਂ 'ਚ ਚਲੀ ਜਾਵਾਂ ਬਸ, ਹੋਰ ਮੈਨੂੰ ਕੋਈ ਫਿਕਰ ਨਹੀਂ।
ਨੰਦਾ ਉਹਨਾਂ ਦੀ ਉਮਰ ਵਾਲੀ ਲਕੀਰ ਵਿਖਾਉਂਦੀ ਆਖਣ ਲੱਗੀ, ਬੜੀ ਲੰਮੀ ਉਮਰ ਏ, ਤੁਸੀਂ ਪੋਤਰਿਆਂ ਦੇ ਵਿਆਹ ਵੀ ਵੇਖੋਗੇ। ਲਾਜਬੀ ਫਿਰ ਹੱਸ ਪਈ। ਬਸ ਤੇਰਾ ਵਿਆਹ ਵੇਖ ਲਵਾਂ, ਪੁੱਤਰਾਂ ਪੋਤਰਿਆਂ ਦੇ ਵਿਆਹਾਂ ਦੀ ਖੈਰ ਏ। ਨੰਦਾ ਨੇ ਲਾਜਬੀ ਦੀ ਤਲੀ ਨੂੰ ਪਾਸੇ ਵੱਲੋਂ ਵੇਖਿਆ। ਤਿੰਨ ਗੂੜੀਆਂ ਲੀਕਾਂ 3 ਪੁੱਤਰਾਂ ਦੀਆਂ, ਉਤਲੀ ਰਵੀ ਦੀ, ਹੇਠਲੀ ਅਸ਼ੋਕ ਦੀ, ਹੇਠਲੀ ਪਰਮ ਦੀ। ਪਰ ਵੀ ਹੋਰ ਤਾਂ ਇੱਥੇ ਲਕੀਰ ਹੀ ਕੋਈ ਨਹੀਂ, ਮੇਰੀ ਲਕੀਰ ਕਿੱਥੇ ਗਈ? ਲਾਜਬੀ ਨੇ ਪੋਲੇ ਹੱਥ ਨਾਲ ਨੰਦਾ ਦੇ ਸਿਰ ਉੱਤੇ ਇੱਕ ਧੱਫਾ ਮਾਰਿਆ। ਜੋਤਸ਼ੀ ਜੀ ਨੂੰ ਇਹ ਵੀ ਨਹੀਂ ਪਤਾ ਕਿ ਹੱਥਾਂ ਉੱਤੇ ਸਿਰ ਪੁੱਤਰਾਂ ਦੀਆਂ ਲਕੀਰਾਂ ਹੁੰਦੀਆਂ ਨੇ, ਧੀਆਂ ਦੀਆਂ ਲਕੀਰਾਂ ਨਹੀਂ ਹੁੰਦੀਆਂ। ਨੰਦਾ ਦਾ ਮੂੰਹ ਸੱਚੀ ਮੁੱਚੀ ਛੋਟਾ ਜਿਹਾ ਹੋ ਗਿਆ। ਇੱਕ ਅਜੀਬ ਸਵਾਲ ਮਨ 'ਚ ਆਇਆ। ਸੋ ਰੱਬ ਦੀ ਨਜ਼ਰ ਵਿੱਚ ਵੀ ਧੀਆਂ ਦੀ ਕੋਈ ਗਿਣਤੀ ਨਹੀਂ ਹੁੰਦੀ। ਉਹ ਜਿਹੀਆਂ ਹੋਈਆਂ ਜਿਹੀਆਂ ਨਾ ਹੋਈਆਂ। ਪਰ ਨਾਲ ਹੀ ਨੰਦਾ ਦੇ ਮਨ 'ਚ ਆਇਆ, ਸ਼ਾਇਦ ਲਾਜਬੀ ਨੇ ਇਹ ਗੱਲ ਉਹਦੇ ਸ਼ੰਕੇ ਨੂੰ ਟਾਲਣ ਲਈ ਆਖੀ ਹੋਵੇ। ਤੇ ਨੰਦਾ ਨੇ ਲਾਜਬੀ ਨੂੰ ਪੁੱਛਿਆ, ਬੀਜੀ ਤੁਸੀਂ ਰਵੀ ਦੀ ਜਾਂ ਕਿਸੇ ਦੀ ਕਦੇ ਜਨਮ ਪੱਤਰੀ ਬਣਵਾਈ ਸੀ? ਉਹ ਗੱਲ ਨੂੰ ਆਪਣੀ ਜਨਮ ਪੱਤਰੀ ਤੇ ਲਿਆਉਣਾ ਚਾਹੁੰਦੀ ਸੀ, ਪਰ ਉਹਨੇ ਸਭ ਤੋਂ ਪਹਿਲਾਂ ਰਵੀ ਦਾ ਨਾਂ ਲਿਆ। ਤੇਰੇ ਪਾਪਾ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਮੇਰਾ ਜੀਅ ਕਰਦਾ ਸੀ ਬਣਵਾਉਣ ਤੇ, ਪਰ ਤੇਰੇ ਪਾਪਾ ਤੋਂ ਚੋਰੀ ਮੈਂ ਕੁਝ ਨਹੀਂ ਕਰ ਸਕਦੀ। ਲਾਜਬੀ ਦਾ ਜਵਾਬ ਸਿੱਧਾ ਸੀ, ਸੱਚਾ ਸੀ। ਨੰਦਾ ਕੋਲੋਂ ਹੋਰ ਕੁਝ ਨਾ ਪੁੱਛਿਆ ਗਿਆ। ਪਰ ਇੱਕ ਹਨੇਰਾ ਸੀ ਜੋ ਦਿਨ ਵੇਲੇ ਵੀ ਘਿਰਿਆ ਰਹਿੰਦਾ ਸੀ। ਰਵੀ ਡਾਕਟਰ ਬਣ ਚੁੱਕਿਆ ਸੀ, ਪਾਪਾ ਦੇ ਨਾਲ ਦੀ ਕਲੀਨਿਕ ਵਿੱਚ ਚਲਾ ਜਾਂਦਾ ਸੀ। ਅਸ਼ੋਕ ਅਜੇ ਡਾਕਟਰੀ 'ਚ ਪੜ੍ਹਦਾ ਸੀ, ਉਹ ਵੀ ਛੁੱਟੀ ਵਾਲੇ ਦਿਨ ਤੋਂ ਸਿਵਾ ਕਦੇ ਘਰ ਨਹੀਂ ਸੀ ਹੁੰਦਾ। ਸਿਰਫ ਪਰਮ ਸੀ ਜੋ MA ਤੋਂ ਬਾਅਦ ਇੱਕ ਥੀਸਿਸ ਲਿਖ ਰਿਹਾ ਸੀ। ਕਦੇ ਸਾਰਾ ਦਿਨ ਲਾਇਬ੍ਰੇਰੀ 'ਚ ਗੁਜ਼ਾਰਦਾ, ਕਦੇ ਸਾਰਾ ਦਿਨ ਘਰ ਆਪਣੇ ਕਮਰੇ ਵਿੱਚ। ਉਂਝ ਵੀ ਪਰਮ ਨੂੰ ਪੜ੍ਹਾਈ ਤੋਂ ਇਲਾਵਾ ਪੇਂਟਿੰਗ ਦਾ ਇੱਕ ਸ਼ੌਕ ਸੀ। ਕਦੇ ਕਦੇ ਉਹ ਆਪਣੇ ਕਮਰੇ ਨੂੰ ਬੰਦ ਕਰਕੇ ਸਾਰਾ ਦਿਨ ਸਿਰਫ ਪੇਂਟ ਕਰਦਾ ਸੀ। ਪਾਪਾ ਨੂੰ ਜਾਂ ਰਵੀ ਤੇ ਅਸ਼ੋਕ ਨੂੰ ਨਾ ਲਿਟਰੇਚਰ 'ਚ ਦਿਲਚਸਪੀ ਸੀ ਤੇ ਨਾ ਪੇਂਟਿੰਗ 'ਚ। ਇਸ ਲਈ ਪਰਮ ਨੇ ਕਦੀ ਕਿਸੇ ਨੂੰ ਆਪਣਾ ਕੁਝ ਨਹੀਂ ਸੀ ਵਿਖਾਇਆ। ਉਹ ਘਰੋਂ ਬਾਹਰ ਜਾਂਦਾ ਸੀ ਤਾਂ ਆਪਣਾ ਕਮਰਾ ਬੰਦ ਕਰਕੇ ਚਾਬੀ ਆਪਣੇ ਨਾਲ ਲੈ ਜਾਂਦਾ ਸੀ, ਜਾਂ ਕਦੇ ਨੰਦਾ ਉਹਦੇ ਕਮਰੇ ਨੂੰ ਸਾਫ਼ ਕਰਨ ਲਈ ਉਹਦੇ ਕੋਲੋਂ ਚਾਬੀ ਲੈ ਲੈਂਦੀ ਸੀ। ਉਹਦੇ ਕਮਰੇ 'ਚ ਨੰਦਾ ਤੋਂ ਸਿਵਾ ਕੋਈ ਨਹੀਂ ਸੀ ਜਾਂਦਾ। ਅੱਜ ਵੀ ਉਹਦੇ ਕਮਰੇ ਦੀ ਚਾਬੀ ਨੰਦਾ ਕੋਲ ਸੀ। ਪਰਮ ਕਮਰੇ 'ਚ ਨਹੀਂ ਸੀ, ਪਰ ਉਹਦੀਆਂ ਕਿਤਾਬਾਂ ਸਨ, ਉਹਦੀਆਂ ਪੇਂਟਿੰਗ ਸਨ। ਤੇ ਨੰਦਾ ਜਿਵੇਂ ਅੱਗੇ ਕਦੀ ਕਿਤਾਬਾਂ ਵਿੱਚ ਘੰਟਿਆਂ ਬੱਧੀ ਗੁਆਚ ਜਾਂਦੀ ਹੁੰਦੀ ਸੀ, ਉਸੇ ਤਰ੍ਹਾਂ ਕੁਝ ਚਿਰ ਫੇਰ ਅੱਜ ਉਹਨਾਂ 'ਚ ਗੁਆਚਣ ਲਈ ਪਿਛਲੇ ਬਗੀਚੇ ਵਿੱਚੋਂ ਲਾਜਬੀ ਦੇ ਕੋਲੋਂ ਉੱਠ ਕੇ ਉਤਲੀ ਮੰਜ਼ਲ ਤੇ ਪਰਮ ਦੇ ਕਮਰੇ 'ਚ ਚਲੀ ਗਈ। ਸਾਹਮਣੇ ਕੰਧ ਨਾਲ ਪਰਮ ਦੀ ਇੱਕ ਨਵੀਂ ਪੇਂਟਿੰਗ ਪਈ ਸੀ। ਨੰਦਾ ਨੂੰ ਚਿੱਟੀ ਕੰਧ ਨਾਲ ਲੱਗੀ ਕੈਨਵਸ ਉੱਤੇ ਇੱਕ ਗੂੜੇ ਰੰਗ ਦਾ ਅਹਿਸਾਸ ਹੋਇਆ, ਪਰ ਉਹਦੇ ਨੇੜੇ ਜਾ ਕੇ ਉਹਨੂੰ ਜਾਪਿਆ ਕਿ ਕੈਨਵਸ ਉੱਤੇ ਸਿਰਫ ਕਾਲਾ ਜਿਹਾ ਰੰਗ ਕੀਤਾ ਹੋਇਆ ਸੀ, ਹੋਰ ਕੁਝ ਨਹੀਂ ਸੀ। ਨੰਦਾ ਕਿੰਨਾ ਚਿਰ ਉਹਦੇ ਵੱਲ ਵੇਖਦੀ ਰਹੀ, ਪਰ ਕੁਝ ਪਕੜ 'ਚ ਨਹੀਂ ਸੀ ਆ ਰਿਹਾ। ਇਸ ਲਈ ਉਹ ਪਰਮ ਦੀ ਅਲਮਾਰੀ 'ਚ ਉਹਦੀਆਂ ਕਿਤਾਬਾਂ ਨੂੰ ਫੋਲਣ ਲੱਗ ਪਈ। ਕਿਤਾਬਾਂ ਵਿੱਚੋਂ ਕੋਈ ਕਿਤਾਬ ਅਜੇ ਚੁਣੀ ਨਹੀਂ ਸੀ ਕਿ ਨੰਦਾ ਦੀ ਪਿੱਠ ਵੱਲੋਂ ਪਰਮ ਦੀ ਆਵਾਜ਼ ਆਈ, ਚੋਰ। ਨੰਦਾ ਨੇ ਆਵਾਜ਼ ਪਛਾਣੀ, ਪਰ ਪਿਛਾਂ ਤੱਕਿਆ ਨਹੀਂ। ਉਸੇ ਤਰ੍ਹਾਂ ਅਲਮਾਰੀ 'ਚ ਤੱਕਦੀ ਕਹਿਣ ਲੱਗੀ, ਚੋਰ ਨਹੀਂ, ਪ੍ਰੈਮੈਥੀਅਸ। ਪਰਮ ਨੇ ਕੋਲ ਆ ਕੇ ਅੱਜ ਦੀ ਇੱਕ ਨਵੀਂ ਖਰੀਦੀ ਹੋਈ ਕਿਤਾਬ ਦੋਹਾਂ ਤਲੀਆਂ ਤੇ ਰੱਖ ਕੇ ਨੰਦਾ ਦੇ ਸਾਹਮਣੇ ਕੀਤੀ। ਲਓ ਪ੍ਰੈਮੈਥੀਅਸ ਜੀ, ਉਹ ਸਾਰੀਆਂ ਕਿਤਾਬਾਂ ਤੁਹਾਡੀਆਂ ਪੜ੍ਹੀਆਂ ਹੋਈਆਂ ਨੇ, ਇਹ ਨਵੀਂ ਕਿਤਾਬ ਪੜ੍ਹ ਲਓ। ਲੋਕ ਕਹਿੰਦੇ ਨੇ ਪ੍ਰੈਮੈਥੀਅਸ ਨੇ ਦੇਵਤਿਆਂ ਤੋਂ ਅੱਗ ਚੁਰਾਈ ਸੀ। ਉਹਨੇ ਜ਼ਰੂਰ ਨੰਦਾ ਵਾਂਗ ਕਿਤਾਬਾਂ ਵਿੱਚੋਂ ਨੌਲੇਜ ਚੁਰਾਇਆ ਹੋਏਗਾ। ਨੰਦਾ ਪਰਮ ਦੇ ਹੱਥੋਂ ਨਵੀਂ ਕਿਤਾਬ ਲੈ ਕੇ ਜਿਵੇਂ ਇੱਕ ਘੜੀ ਲਈ ਆਪਣੇ ਦੋਹੀਂ ਪਾਸੇ ਉਸਰੀਆਂ ਕੰਧਾਂ 'ਚੋਂ ਬਾਹਰ ਆ ਗਈ ਹੋਵੇ, ਤੇ ਉਹਦੇ ਮਨ ਵਿੱਚ ਉਹਦਾ ਘੁੱਟਦਾ ਸਾਹ ਘੜੀ ਲਈ ਬਹੁਤ ਸੌਖਾ ਹੋ ਗਿਆ ਹੋਵੇ। ਨੰਦਾ ਦਾ ਧਿਆਨ ਉਸ ਕਾਲੀ ਜਿਹੀ ਕੈਨਵਸ ਵੱਲ ਗਿਆ। ਪਰਮ, ਇਹ ਤੂੰ ਨਵੀਂ ਪੇਂਟਿੰਗ ਸ਼ੁਰੂ ਕੀਤੀ ਏ? ਪਰਮ ਹੱਸ ਪਿਆ। ਖੁਦਾ ਮੇਰੇ ਤੇ ਰਹਿਮ ਕਰੇ ਤੇ ਮੈਨੂੰ ਨੰਦਾ ਜਿਹੇ ਆਰਟ ਲਵਰਸ ਤੋਂ ਬਚਾਏ। ਕੀ ਮਤਲਬ? ਨੰਦਾ ਹੈਰਾਨ ਉਸ ਕਾਲੀ ਜਿਹੀ ਕੈਨਵਸ ਵੱਲ ਵੇਖਣ ਲੱਗ ਪਈ। ਦੇਵੀ ਜੀ, ਪਰਮ ਉਸ ਕੈਨਵਸ ਦੇ ਕੋਲ ਵਿਛੀ ਹੋਈ ਚਟਾਈ ਤੇ ਬਹਿ ਗਿਆ ਤੇ ਬੜੇ ਅਫਸੋਸੇ ਜਿਹੇ ਮੂੰਹ ਨਾਲ ਕਹਿਣ ਲੱਗਾ, ਇਹ ਪੇਂਟਿੰਗ ਮੈਂ ਸ਼ੁਰੂ ਨਹੀਂ ਕੀਤੀ, ਇਹ ਖਤਮ ਹੋ ਚੁੱਕੀ ਹੈ। ਨੰਦਾ ਗੋਡਿਆਂ ਦੇ ਭਾਰ ਉਸ ਕੈਨਵਸ ਦੇ ਕੋਲ ਚਟਾਈ ਤੇ ਬਹਿੰਦੀ ਆਖਣ ਲੱਗੀ, ਹੁਣ ਮੈਨੂੰ ਅੱਖਾਂ 'ਚ ਕੋਈ ਜਾਦੂ ਦਾ ਸੁਰਮਾ ਪਾਣਾ ਪਏਗਾ ਜਿਹਦੇ ਨਾਲ ਇਹਦੇ 'ਚ ਕੁਝ ਦਿਸੇ। ਮੈਨੂੰ ਤਾਂ ਕਾਲੇ ਜਿਹੇ ਰੰਗ ਤੋਂ ਸਿਵਾ ਹੋਰ ਕੁਝ ਨਹੀਂ ਦਿਸਦਾ। ਪ੍ਰੈਮੈਥੀਅਸ ਜੀ, ਜੇ ਤੁਹਾਡੇ ਕੋਲ ਸਮਝ ਦੀ ਅੱਗ ਨਹੀਂ ਚੁਰਾਈ ਜਾ ਸਕਦੀ ਤਾਂ ਫਿਰ ਸਧਾਰਨ ਚੋਰ ਹੀ ਬਣੇ ਰਹੋ। ਐਵੇਂ ਪ੍ਰੈਮੈਥੀਅਸ ਦਾ ਨਾਂ ਕਿਉਂ ਖਰਾਬ ਕਰਦੇ ਹੋ? ਪਰਮ ਹੱਸਣ ਲੱਗ ਪਿਆ। ਯਾ ਖੁਦਾ, ਨੰਦਾ ਨੇ ਮੱਥੇ ਉੱਤੇ ਆਪਣਾ ਹੱਥ ਮਾਰਿਆ ਤੇ ਹੱਸਣ ਲੱਗ ਪਈ।
ਲਿਖੇ ਮੂਸਾ ਪੜੇ ਖੁਦਾ। ਸੋ ਤੂੰ ਪੇਂਟਿੰਗ ਸਮਝ ਲਈਏ। ਪਰਮ ਦਾ ਮੂੰਹ ਗੰਭੀਰ ਜਿਹਾ ਹੋ ਗਿਆ। ਨਹੀਂ, ਕੁਝ ਨਹੀਂ ਸਮਝੀ। ਹੁਣੇ ਤੂੰ ਕੀ ਆਖਿਆ ਸੀ? ਹਾਰ ਕੇ ਆਖਿਆ ਸੀ ਯਾ ਖੁਦਾ। ਇਹ ਮੈਂ ਉਸੇ ਨੂੰ ਪੇਂਟ ਕੀਤਾ ਹੈ, ਖੁਦਾ ਨੂੰ। ਖੁਦਾ ਨੂੰ? ਕਿੱਥੋਂ? ਨੰਦਾ ਦੀਆਂ ਅੱਖਾਂ ਕੈਨਵਸ ਦੇ ਕਾਲੇ ਰੰਗ 'ਚ ਜਿਵੇਂ ਭਟਕਣ ਲੱਗ ਪਈਆਂ। ਉਹਨੂੰ ਇਹ ਵੀ ਖਿਆਲ ਆਇਆ ਕਿ ਪਰਮ ਸ਼ਾਇਦ ਉਹਦਾ ਹਾਸਾ ਉਡਾ ਰਿਹਾ ਹੋਵੇ, ਪਰ ਅੱਗੇ ਕਦੀ ਉਹਨੇ ਪਰਮ ਨੂੰ ਇੰਜ ਦੇ ਰੌਂ 'ਚ ਨਹੀਂ ਸੀ ਵੇਖਿਆ। ਨੰਦਾ ਅੱਧ ਗੰਭੀਰ ਜਿਹੀ ਕੈਨਵਸ ਦੇ ਕਾਲੇ ਰੰਗ ਨੂੰ ਫਰੋਲਦੀ ਆਖਣ ਲੱਗੀ, ਕੋਨਿਆਂ ਦਾ ਰੰਗ ਬਹੁਤ ਕਾਲਾ ਹੈ, ਵਿਚਕਾਰ ਇੱਕ ਗੋਲ ਜਿਹਾ ਦਾਇਰਾ ਹੈ ਜਿਹਦਾ ਰੰਗ ਬਹੁਤਾ ਕਾਲਾ ਨਹੀਂ, ਬਸ ਮੈਨੂੰ ਤਾਂ ਇਹ ਤੋਂ ਸਿਵਾ ਹੋਰ ਕੁਝ ਨਹੀਂ ਦਿਸਦਾ। ਤੇ ਇਹ ਜੋ ਦਿਸਦਾ ਇਹ ਕਾਫੀ ਨਹੀਂ? ਪਰਮ ਦਾ ਮੂੰਹ ਸੱਚਮੁੱਚ ਗੰਭੀਰ ਸੀ। ਮੈਂ ਇਸੇ ਨੂੰ ਖੁਦਾ ਦਾ ਆਕਾਰ ਬਣਾਇਆ, ਗੂੜੇ ਹਨੇਰੇ 'ਚ ਹਲਕੇ ਹਨੇਰੇ ਦਾ ਇੱਕ ਟੁਕੜਾ, ਉਹ ਵੀ ਜੇ ਕੋਈ ਵੇਖਣਾ ਚਾਹੇ ਤਾਂ। ਨੰਦਾ ਹੈਰਾਨ ਪਰਮ ਦੇ ਮੂੰਹ ਵੱਲ ਵੇਖਣ ਲੱਗ ਪਈ। ਪਰਮ ਆਖ ਰਿਹਾ ਸੀ, ਸਾਡੀ ਆਪਣੀ ਸੋਚ ਪੂਰਨ ਹਨੇਰੇ 'ਚੋਂ ਇੱਕ ਟੁਕੜਾ ਹਨੇਰੇ ਨੂੰ ਵੱਖਰਿਆਂ ਕਰਦੀ ਏ, ਉਹਨੂੰ ਆਪਣਾ ਆਖਦੀ ਏ, ਸ਼ਾਇਦ ਇਸ ਲਈ ਕਿ ਉਹ ਪੂਰਨ ਹਨੇਰੇ 'ਚ ਗੁਆਚਣਾ ਨਹੀਂ ਸੀ ਚਾਹੁੰਦੀ। ਮੈਂ ਇਸੇ ਨੂੰ ਇਨਸਾਨ ਦਾ ਤਸੱਵਰ ਖੁਦਾ ਆਖਣਾ ਚਾਹੁੰਦਾ ਹਾਂ। ਨੰਦਾ ਨਹੀਂ ਸੀ ਚਾਹੁੰਦੀ, ਪਰ ਉਹਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਗਈਆਂ। ਉਹ ਰਾਹ ਜੋ ਦੂਰ ਤੀਕ ਨੀਝ ਲਾਉਂਦੀਆਂ ਅੱਖਾਂ ਨੂੰ ਨਜ਼ਰ ਨਹੀਂ ਸੀ ਆਉਂਦਾ। ਨੰਦਾ ਨੂੰ ਜਾਪਿਆ ਇਹ ਅਥਰੂਆਂ ਨਾਲ ਭਰੀਆਂ ਅੱਖਾਂ ਨੂੰ ਕੁਝ ਦਿਸਦਾ ਪਿਆ ਸੀ। ਉਹ ਹਨੇਰਾ ਜੋ ਪਿਛਾਂ ਦੂਰ 22 ਵਰ੍ਹਿਆਂ ਤੱਕ ਫੈਲਿਆ ਹੋਇਆ ਸੀ ਤੇ ਜਿਹਦੇ ਵਿੱਚ ਨਾ ਕਿਸੇ ਮਾਂ ਦਾ ਮੂੰਹ ਦਿਸਦਾ ਸੀ ਨਾ ਕਿਸੇ ਬਾਪ ਦਾ, ਉਸੇ ਹਨੇਰੇ 'ਚ ਹੀ ਸ਼ਾਇਦ ਹਨੇਰੇ ਦਾ ਇੱਕ ਟੁਕੜਾ ਉਹ ਸੀ ਜਿਹਨੂੰ ਖੁਦਾ ਆਖਿਆ ਜਾ ਸਕਦਾ ਸੀ। ਇੱਕ ਪਾਕ ਖਿਆਲ ਜੋ ਨਾ ਯਤੀਮ ਸੀ ਨਾ ਗੈਰ ਕਾਨੂੰਨੀ, ਤੇ ਨੰਦਾ ਦਾ ਮਨ ਆਪਣੀਆਂ ਸੋਚਾਂ ਨਾਲ ਹੀ ਹੁਲਸ ਗਿਆ, ਜਿਵੇਂ ਕਿਸੇ ਫੁੱਲ ਦੀਆਂ ਮੀਟੀਆਂ ਪੱਤੀਆਂ ਖਿੜ ਖੁੱਲ੍ਹ ਗਈਆਂ ਹੋਣ। ਇਹ ਰਾਹ ਉਹਨੂੰ ਪਰਮ ਨੇ ਵਿਖਾਇਆ ਸੀ। ਨੰਦਾ ਇੱਕ ਵਾਰੀ ਪਰਮ ਦੇ ਮੂੰਹ ਵੱਲ ਤੱਕੀ, ਫਿਰ ਉਹਦੀ ਪੇਂਟਿੰਗ ਦੇ ਉਸ ਹਲਕੇ ਕਾਲੇ ਦਾਇਰੇ ਵੱਲ ਜਿਹਨੂੰ ਪਰਮ ਨੇ ਖੁਦਾ ਦਾ ਨਾਂ ਦਿੱਤਾ ਸੀ, ਤੇ ਉਹਦਾ ਮਨ ਭਰ ਆਇਆ। ਪਰਮ, ਇਸ ਗੋਲ ਕਾਲੇ ਦਾਇਰੇ 'ਚ ਤੇਰੇ ਨਕਸ਼ ਉੱਭਰਦੇ ਪਏ ਨੇ, ਵੇਖ। ਪ੍ਰਮੈਥੀਅਸ, ਪਰਮ ਨੇ ਨੰਦਾ ਦੇ ਮੋਢੇ ਉੱਤੇ ਇੱਕ ਹਲਕੀ ਜਿਹੀ ਚਪੇੜ ਮਾਰੀ। ਹੁਣ ਤੂੰ ਚੋਰ ਤੋਂ ਸੱਚਮੁੱਚ ਹੀ ਪ੍ਰਮੈਥੀਅਸ ਨਾ ਬਣਦੀ ਜਾ। ਪਰਮ ਅੱਜ ਭਾਵੇਂ ਉਹਦਾ ਰਾਬਰ ਸੀ, ਪਰ ਉਹ ਤਾਂ ਵੀ ਨੰਦਾ ਉਹਦੇ ਨਾਲ ਆਪਣੇ ਭੇਦ ਦੀ ਗੱਲ ਨਹੀਂ ਸੀ ਕਰ ਸਕਦੀ। ਉਹਨੇ ਸਿਰਫ ਹੱਸ ਕੇ ਇੰਨਾ ਆਖਿਆ, ਕੀ ਪਤਾ ਰੋਜ਼ ਕੋਈ ਕਿਤਾਬ, ਕੋਈ ਸਫ਼ਾ, ਕੋਈ ਸਤਰ ਜਾਂ ਕੋਈ ਸੋਚ ਚੁਰਾਉਂਦੀ ਕਿਸੇ ਦਿਨ ਸੱਚੀ ਮੁੱਚੀ ਦੀ ਪ੍ਰਮੈਥੀਅਸ ਬਣ ਜਾਵਾਂ। ਅੰਗ ਚੌਥਾ। ਡਾਕਟਰ ਮਦਾਨ ਦੀ 2 ਮੰਜ਼ਲੀ ਕੋਠੀ ਦੀ ਉਤਲੀ ਮੰਜ਼ਿਲ ਘਰ ਦੇ 3 ਜਵਾਨ ਪੁੱਤਰਾਂ ਲਈ ਸੀ। ਹੇਠਲੀ ਮੰਜ਼ਿਲ ਦੇ ਪਿਛਲੇ ਬਗੀਚੇ ਨਾਲ ਜੁੜਦੇ 2 ਸੌਣ ਕਮਰੇ ਸਨ, ਇੱਕ ਡਾਕਟਰ ਮਦਾਨ ਤੇ ਲਾਜਬੀ ਤੇ ਦੂਜਾ ਨੰਦਾ ਦਾ। ਤੇ ਅਗਲੇ ਹਿੱਸੇ 'ਚ ਘਰ ਦਾ ਸਾਂਝਾ ਵੱਡਾ ਡਰਾਇੰਗ ਰੂਮ ਸੀ, ਜਿਹਦੇ ਨਾਲ ਲੱਗਦਾ ਇੱਕ ਕਮਰਾ ਡਾਕਟਰ ਮਦਨ ਦਾ ਨਿੱਜੀ ਕਮਰਾ ਸੀ। ਇਹ ਕਮਰਾ ਉਹਨਾਂ ਦੀ ਲਾਇਬ੍ਰੇਰੀ ਵੀ ਸੀ ਤੇ ਕਦੇ-ਕਦੇ ਖਾਸ ਮਰੀਜ਼ਾਂ ਨੂੰ ਵੇਖਣ ਦਾ ਕਮਰਾ ਵੀ। ਘਰ ਦਾ ਟੈਲੀਫੋਨ ਇਸੇ ਕਮਰੇ ਵਿੱਚ ਸੀ। ਡਾਕਟਰ ਮਦਾਨ ਜਦੋਂ ਆਪਣੇ ਕਲੀਨਿਕ 'ਚ ਚਲੇ ਜਾਂਦੇ ਸਨ ਤਾਂ ਉਹਨਾਂ ਲਈ ਗਾਹੇ ਬਗਾਏ ਆਉਂਦਾ ਟੈਲੀਫੋਨ ਨੰਦਾ ਸੁਣਦੀ ਸੀ। ਉਹਨਾਂ ਦੀ ਡਾਕ ਵੀ ਨੰਦਾ ਸਾਂਭਦੀ ਸੀ। ਅੱਜ ਦੀ ਡਾਕ ਜਦੋਂ ਨੰਦਾ ਸੰਭਾਲ ਕੇ ਇੱਕ ਟਰੇ 'ਚ ਰੱਖਦੀ ਪਈ ਸੀ, ਇੱਕ ਖੱਤ ਦੇ ਕੋਨੇ 'ਚ ਮਿਸਟਰ J.C. ਪੁਰੀ ਦੇ ਬਾਪ ਦਾ ਨਾਂ ਮਿਸਟਰ L.C. ਪੁਰੀ ਵੇਖ ਕੇ ਉਹਦਾ ਹੱਥ ਤਰੇ ਗਿਆ, ਇੰਜ ਜਿਵੇਂ ਇੱਕ ਬਹੁਤ ਵੱਡਾ ਭੇਤ ਉਹਦੇ ਹੱਥ 'ਚ ਫੜਿਆ ਹੋਵੇ। ਭੇਤ ਦੇ ਦੁਆਲੇ ਸਿਰਫ ਇੱਕ ਕਾਗਜ਼ ਦਾ ਓਹਲਾ ਸੀ। ਨੰਦਾ ਦਾ ਲੂੰ ਉਹਦੇ ਦਿਲ ਵਾਂਗ ਧੜਕਣ ਲੱਗ ਪਿਆ। ਜੋ ਕਿਸੇ ਨੂੰ ਪੁੱਛ ਨਹੀਂ ਸੀ ਸਕਦੀ ਉਹੀ ਭੇਤ, ਜਿਹਦੇ ਲਈ ਮੇਰੀ ਉਮਰ ਦੇ 22 ਵਰ੍ਹੇ ਭਟਕਦੇ ਪਏ ਨੇ, ਉਹੀ ਭੇਤ। ਉਹਦਾ ਸਾਹ ਉਹਨੂੰ ਜਾਪਿਆ ਉਹਦੀ ਛਾਤੀ 'ਚ ਰੁਕਦਾ ਅਟਕਦਾ ਜਾਂਦਾ ਸੀ। ਅਚਾਨਕ ਉਹ ਖੱਤ ਨੰਦਾ ਦੇ ਹੱਥ ਵਿੱਚੋਂ ਇੰਜ ਛੁਟਕ ਗਿਆ ਜਿਵੇਂ ਇੱਕ ਤਿੱਖਾ ਡੰਗ ਨੰਦਾ ਦੀ ਤਲੀ ਨੂੰ ਲੱਗਾ ਹੋਵੇ, ਸਹਿਮ ਦਾ ਡੰਗ। ਨੰਦਾ ਨੇ ਆਪੇ ਦਲੀਲ ਲੱਭੀ ਤੇ ਆਪਣੇ ਆਪ ਨੂੰ ਦਿੱਤੀ, ਮੈਂ ਅਸਲੀਅਤ ਨੂੰ ਜਾਣਨਾ ਚਾਹੁੰਦੀ ਸਾਂ, ਜਾਣਨ ਲਈ ਤੜਪ ਰਹੀ ਸਾਂ, ਪਰ ਹੁਣ ਜਾਣਨ ਤੋਂ ਘਬਰਾ ਰਹੀ ਹਾਂ। ਪਾਪਾ ਦੇ ਮੇਜ਼ ਉੱਤੇ ਪਾਣੀ ਦਾ ਇੱਕ ਗਲਾਸ ਹਮੇਸ਼ਾ ਢਕਿਆ ਹੋਇਆ ਪਿਆ ਰਹਿੰਦਾ ਸੀ। ਨੰਦਾ ਹੱਥ ਵਿੱਚੋਂ ਡਿੱਗੇ ਹੋਏ ਖੱਤ ਵੱਲ ਤੱਕਦੀ ਰਹੀ, ਪਰ ਹੱਥ ਨਾਲ ਮੁੜ ਕੇ ਉਸ ਖੱਤ ਨੂੰ ਫੜਨ ਦੀ ਜਿਵੇਂ ਆਂਗਸ ਨਹੀਂ ਸੀ। ਉਹਨੇ ਖੱਤ ਦੀ ਥਾਵੇਂ ਹੱਥ ਨਾਲ ਪਾਣੀ ਦੇ ਉਸ ਗਲਾਸ ਨੂੰ ਫੜਿਆ ਤੇ ਉਹਦੇ ਉਤਲਾ ਢੱਕਣ ਲਾ ਕੇ ਪਾਣੀ ਦੇ ਕੁਝ ਘੁੱਟ ਪੀਤੇ। ਉਹ ਸਾਹਮਣੇ ਡਿੱਗੇ ਖੱਤ ਵੱਲ ਵੇਖ ਰਹੀ ਸੀ,
ਤੇ ਮੇਜ਼ ਉੱਤੇ ਗਲਾਸ ਵਿੱਚੋਂ ਛੁਲਕਿਆ ਪਾਣੀ ਉਹਦੇ ਕੰਬਦੇ ਹੱਥ ਵੱਲ ਵੇਖ ਰਿਹਾ ਸੀ। ਚੰਗਾ ਹੁੰਦਾ ਜੇ ਕੁਛ ਨਾ ਜਾਣਦੀ। ਨੰਦਾ ਦੇ ਪਿੰਡੇ ਦੀ ਕੰਬਣੀ ਉਹਦੇ ਮੱਥੇ 'ਚ ਇਕੱਠੀ ਹੋ ਗਈ। ਪਰ ਜੋ ਥੋੜਾ ਜਾਣ ਲਿਆ ਉਹ ਬਹੁਤ ਦਰਦਨਾਕ ਹੈ। ਹੁਣ ਸਾਰਾ ਸਭ ਕੁਝ ਜਾਣਨਾ ਹੋਏਗਾ। ਤੇ ਨੰਦਾ ਨੇ ਇੱਕ ਬੇਵਸੀ ਜਿਹੀ 'ਚ ਉਸ ਡਿੱਗੇ ਹੋਏ ਖੱਤ ਨੂੰ ਚੁੱਕ ਕੇ ਆਪਣੀ ਚੁੰਨੀ 'ਚ ਛੁਪਾ ਲਿਆ। ਆਪਣੇ ਕਮਰੇ 'ਚ ਚਲੀ ਗਈ। ਬੂਹਾ ਵੀ ਅੰਦਰੋਂ ਬੰਦ ਕਰ ਲਿਆ, ਪਰ ਖੱਤ ਅਜੇ ਉੱਤੇ ਤਰ੍ਹਾਂ ਬੰਦ ਦਾ ਬੰਦ ਉਹਦੇ ਹੱਥ ਵਿੱਚ ਸੀ। ਸਾਰਾ ਭੇਤ ਸਿਰਫ ਇੱਕ ਪਤਲੇ ਜਿਹੇ ਕਾਗਜ਼ ਦੇ ਪਿੱਛੇ ਛੁਪਿਆ ਹੋਇਆ। ਅਚਾਨਕ ਜੋ ਕੁਝ 22 ਵਰ੍ਹੇ ਪਰਾਂ ਸੀ ਉਹ ਸਰਕ ਕੇ ਆਪਣੇ ਆਪ ਉਹਦੇ ਕੋਲ ਆ ਖਲੋਤਾ ਸੀ ਤੇ ਨੰਦਾ ਇਸ ਅਚਾਨਕ ਆ ਪਹੁੰਚੇ ਭੇਤ ਕੋਲੋਂ ਡਰ ਰਹੀ ਸੀ। ਪੁਰੀ ਨਾਲ ਰਿਸ਼ਤੇ ਦੀ ਗੱਲ ਕਦੋਂ ਦੀ ਖਤਮ ਹੋ ਚੁੱਕੀ ਸੀ, ਫਿਰ ਇਹ ਖੱਤ ਕਿਉਂ ਆਇਆ? ਇਹਦੇ ਵਿੱਚ ਸ਼ਾਇਦ ਉਸ ਭੇਤ ਦੀ ਗੱਲ ਹੋਏਗੀ, ਜ਼ਰੂਰ ਹੋਏਗੀ। ਨੰਦਾ ਆਪ ਉਸ ਭੇਤ ਨੂੰ ਝੁਠਿਆਉਂਦੀ ਤੇ ਆਪੇ ਸਚਿਆਉਂਦੀ ਕਿੰਨਾ ਚਿਰ ਉਂਝ ਦੀ ਉਂਝ ਖਲੋਤੀ ਰਹੀ। ਤੇ ਫਿਰ ਜਿਹੜਾ ਇੱਕ ਖਿਆਲ ਨੰਦਾ ਨੂੰ ਪਹਿਲਾਂ ਨਹੀਂ ਸੀ ਆਇਆ ਉਹ ਵੀ ਆਇਆ। ਪਾਪਾ ਨੂੰ ਆਇਆ ਖੱਤ, ਮੈਂ ਚੋਰੀ ਪੜਾਂਗੀ। ਨੰਦਾ ਦੀ ਹੋਸ਼ 'ਚ ਨੰਦਾ ਦੀ ਪਹਿਲੀ ਚੋਰੀ ਸੀ ਤੇ ਉਹਦੇ ਪਾਪਾ ਕੋਲੋਂ ਮਾਫੀ ਜੇ ਮੰਗਦੇ ਹੱਥ ਲਿਫਾਫੇ ਨੂੰ ਪੋਲੀ ਜੀ ਗੂੰਦ ਵਾਲੀ ਥਾਂ ਤੋਂ ਖੋਲ੍ਹਣ ਲੱਗ ਪਏ। ਉਹ ਲਿਫਾਫੇ ਨੂੰ ਪਾੜ ਕੇ ਨਹੀਂ ਸੀ ਖੋਲ੍ਹਣਾ ਚਾਹੁੰਦੀ, ਪਰ ਉਹ ਗੂੰਦ ਵਾਲੀ ਥਾਂ ਤੋਂ ਖੁੱਲ੍ਹਦਾ ਨਹੀਂ ਸੀ ਜਾਪ ਰਿਹਾ। ਮਨ 'ਚ ਆਇਆ ਪਾੜ ਕੇ ਖੋਲ੍ਹ ਲਵਾਂ, ਫਿਰ ਬੰਦ ਨਹੀਂ ਕਰ ਸਕਾਂਗੀ, ਪਰ ਖੱਤ ਨੂੰ ਪਾੜ ਕੇ ਸੁੱਟ ਸਕਾਂਗੀ। ਜੇ ਕਦੇ ਇਸ ਖੱਤ ਦਾ ਜ਼ਿਕਰ ਕਿਸੇ ਹੋਰ ਖੱਤ 'ਚ ਆਇਆ ਵੀ ਤਾਂ ਪਾਪਾ ਨੂੰ ਇਹ ਖਿਆਲ ਆਏਗਾ ਕਿ ਇਹ ਖੱਤ ਡਾਕ 'ਚ ਗੁੰਮ ਗਿਆ ਹੋਏਗਾ। ਪਰ ਪਤਲੀਆਂ ਕੰਬਦੀਆਂ ਉਂਗਲਾਂ ਨੇ ਹੌਲੀ-ਹੌਲੀ ਪੋਟਾ-ਪੋਟਾ ਕਰਕੇ ਲਿਫਾਫੇ ਨੂੰ ਖੋਲ੍ਹ ਲਿਆ ਸੀ। ਖੁੱਲ੍ਹੇ ਲਿਫਾਫੇ ਵਿੱਚੋਂ ਤੈਅ ਕੀਤੇ ਕਾਗਜ਼ ਨੂੰ ਕੱਢਣ ਲਈ ਨੰਦਾ ਨੇ ਜਦੋਂ 2 ਪੋਟੇ ਲਿਫਾਫੇ ਦੇ ਅੰਦਰ ਵਾਰ ਕੀਤੇ, ਉਹਦੇ ਲੂੰ-ਲੂੰ 'ਚੋਂ ਖੌਫ ਦੀ ਲਕੀਰ ਇੰਜ ਲੰਘ ਗਈ ਜਿਵੇਂ ਕੋਈ ਸੱਪ ਦੀ ਖੁੱਡ 'ਚ ਹੱਥ ਪਾਉਣ ਲੱਗਾ ਹੋਵੇ। ਨੰਦਾ ਨੂੰ ਤੈਅ ਕੀਤੇ ਕਾਗਜ਼ ਨੂੰ ਖੋਲ੍ਹਦਿਆਂ ਇੰਜ ਸਾਹ ਚੜਿਆ ਹੋਇਆ ਸੀ ਜਿਵੇਂ ਉਹ ਇੱਕੋ ਸਾਹੇ ਉਮਰ ਦੇ 22 ਵਰ੍ਹੇ ਤੁਰ ਕੇ ਆਈ ਹੋਵੇ। ਖੱਤ ਦਾ ਮਜ਼ਮੂਨ ਸੀ, ਮੈਨੂੰ ਅਫਸੋਸ ਹੈ ਕਿ ਮੈਂ ਨੰਦਾ ਬੇਟੀ ਨੂੰ ਘਰ ਦੀ ਨੂੰਹ ਬਣਾਉਣ ਤੋਂ ਇਨਕਾਰ ਕੀਤਾ ਸੀ। ਹੁਣ ਜੋ ਅਸਲੀਅਤ ਤੁਸੀਂ ਇੱਕ ਲੰਬੀ ਚੁੱਪ ਤੋਂ ਬਾਅਦ ਦੱਸੀ ਹੈ, ਮੈਨੂੰ ਉਹ ਠੀਕ ਜਾਪਦੀ ਹੈ। ਜੇ ਉਹ ਠੀਕ ਨਾ ਹੁੰਦੀ ਤਾਂ ਤੁਸੀਂ ਕਿਸੇ ਪਰਾਏ ਖੂਨ ਲਈ ਇੰਜ ਆਪਣੀ ਜਾਇਦਾਦ ਦਾ ਹਿੱਸਾ ਉਹਦੇ ਨਾਂ ਨਹੀਂ ਸੀ ਕਰ ਸਕਦੇ। ਮੈਨੂੰ ਆਪਣੇ ਬੇਟੇ ਲਈ ਇਹ ਰਿਸ਼ਤਾ ਮਨਜ਼ੂਰ ਹੈ। ਨੰਦਾ ਨੇ ਖੱਤ ਨੂੰ ਜਿੰਨੀ ਵਾਰ ਪੜ੍ਹਿਆ ਜਾਪਿਆ ਭੇਤ ਹੋਰ ਡੂੰਘਾ ਹੋ ਗਿਆ ਸੀ। ਕੁਝ ਸੀ ਜੋ ਪਾਪਾ ਨੇ ਲੰਬੀ ਚੁੱਪ ਤੋਂ ਬਾਅਦ ਉਹਨਾਂ ਲੋਕਾਂ ਨੂੰ ਦੱਸਿਆ ਸੀ, ਪਰ ਉਹ ਜੋ ਕੁਝ ਵੀ ਸੀ ਸੁਭਾਵਕ ਰਿਸ਼ਤੇ ਤੋਂ ਵੱਖਰਾ ਜ਼ਰੂਰ ਸੀ। ਉਹ ਕੀ ਹੈ, ਇਹ ਇਸ ਖੱਤ ਤੋਂ ਨਹੀਂ ਸੀ ਜਾਣਿਆ ਜਾ ਸਕਦਾ, ਪਰ ਜੋ ਜਾਣਿਆ ਜਾ ਸਕਦਾ ਸੀ ਉਹ ਨੰਦਾ ਨੇ ਪੱਕੀ ਤਰ੍ਹਾਂ ਜਾਣ ਲਿਆ ਕਿ ਹੁਣ ਪੁਰੀ ਸਾਹਿਬ ਜੇ ਇਸ ਵਿਆਹ ਲਈ ਰਜ਼ਾਮੰਦ ਹੋ ਗਏ ਹਨ ਤਾਂ ਉਹ ਜਾਇਦਾਦ ਦੇ ਉਸ ਹਿੱਸੇ ਦੀ ਖਾਤਰ ਹੋ ਗਏ ਹਨ ਜੋ ਪਾਪਾ ਨੇ ਉਹਨੂੰ ਦੇਣ ਦਾ ਉਹਨਾਂ ਨਾਲ ਇਕਰਾਰ ਕੀਤਾ ਜਾਪਦਾ ਹੈ। ਭੇਤ ਜੋ ਵੀ ਸੀ, ਇਸ ਘੜੀ ਨੰਦਾ ਨੇ ਉਹਦੀ ਸੋਚ ਨੂੰ ਪਰਾਂ ਧਰ ਕੇ ਆਪਣੇ ਅੰਦਰ ਵਾਰ ਇੱਕ ਫੈਸਲਾ ਕਰ ਲਿਆ ਕਿ ਹੁਣ ਕੁਝ ਵੀ ਹੋਵੇ ਉਹ ਇਹ ਵਿਆਹ ਨਹੀਂ ਕਰੇਗੀ। ਅੰਗ 5ਵਾਂ। ਨੰਦਾ ਨੇ ਪੁਰੀ ਦਾ ਉਹ ਖੱਤ ਹਲਕੀ ਜਿਹੀ ਗੂੰਦ ਲਾ ਕੇ ਫਿਰ ਉਸੇ ਤਰ੍ਹਾਂ ਬੰਦ ਕਰ ਦਿੱਤਾ ਸੀ, ਉਸੇ ਟਰੇ 'ਚ ਰੱਖ ਦਿੱਤਾ ਸੀ ਜਿੱਥੇ ਪਾਪਾ ਦੀ ਹੋਰ ਡਾਕ ਰੱਖੀ ਹੋਈ ਸੀ। ਨੰਦਾ ਨੂੰ ਉਹ ਭੇਤ ਨਹੀਂ ਸੀ ਲੱਭਾ ਜਿਹਦੇ ਲਈ ਉਹਨੇ ਜ਼ਿੰਦਗੀ ਦੀ ਪਹਿਲੀ ਚੋਰੀ ਕੀਤੀ ਸੀ। ਪਾਪਾ ਤੋਂ ਚੋਰੀ ਪਾਪਾ ਦਾ ਖੱਤ ਖੋਲ੍ਹਿਆ ਸੀ, ਪਰ ਅੱਜ ਉਹਦਾ ਮਨ ਚਿਰਾਂ ਪਿੱਛੋਂ ਉਸ ਘਾਹ ਵਾਂਗੂ ਹੁਲਸਿਆ ਹੋਇਆ ਸੀ ਜਿਹਦੇ ਉੱਤੇ ਬੱਦਲਾਂ ਵਾਂਗ ਛਾਏ ਹੋਏ ਰੁੱਖ ਛਾਂਗੇ ਹੋਏ ਹੋਣ ਤੇ ਉਸ ਘਾਹ ਦੇ ਪਿੰਡੇ ਨੇ ਸੂਰਜ ਦੀ ਧੁੱਪ ਸੇਕੀ ਹੋਵੇ। ਨੰਦਾ ਨੂੰ ਆਪਣੇ ਹੁਲਸਾਏ ਮਨ ਦਾ ਕਾਰਨ ਪਤਾ ਸੀ। ਇਹ ਉਹਦਾ ਉਹ ਫੈਸਲਾ ਸੀ ਜਿਹੜਾ ਹੁਣ ਕਿਸੇ ਪੁਰੀ ਦੀ ਹਾਂ ਜਾਂ ਨਾ ਤੋਂ ਸੁਤੰਤਰ ਸੀ। ਉਹਨੇ ਰਾਤ ਦੀ ਰੋਟੀ ਬਣਾਉਣ 'ਚ ਲਾਜਬੀ ਦੀ ਅੱਗੇ ਨਾਲੋਂ ਵੀ ਵੱਧ ਮਦਦ ਕੀਤੀ ਤੇ ਥੋੜੇ ਚਿਰ ਪਿੱਛੋਂ ਘੜੀ ਵੇਖੀ। ਪਾਪਾ ਦੇ ਆਉਣ ਦਾ ਵੇਲਾ ਉਡੀਕਿਆ। ਉਹ ਇਸ ਖੱਤ ਨੂੰ ਪੜ੍ਹ ਚੁੱਕਣ ਪਿੱਛੋਂ ਪਾਪਾ ਦੇ ਮੂੰਹ ਦਾ ਵੱਟਦਾ ਰੰਗ ਵੇਖਣਾ ਚਾਹੁੰਦੀ ਸੀ। ਪਾਪਾ ਆਏ, ਚਾਹ ਦਾ ਪਿਆਲਾ ਪੀਤਾ, ਰੋਜ਼ ਵਾਂਗ ਦਿਨ ਦੀ ਡਾਕ ਪੜ੍ਹਨ ਲਈ ਆਪਣੇ ਅਗਲੇ ਕਮਰੇ 'ਚ ਚਲੇ ਗਏ। ਕੁਝ ਦੇਰ ਨੰਦਾ ਦੇ ਕੰਨਾਂ 'ਚ ਅੰਤਾਂ ਦੀ ਚੁੱਪ ਛਾਈ ਰਹੀ। ਨਾ ਪਾਪਾ ਕਮਰੇ 'ਚੋਂ ਬਾਹਰ ਆਏ, ਨਾ ਨੰਦਾ ਉਹਨਾਂ ਦੇ ਮੂੰਹ ਦਾ ਵੱਟਦਾ ਰੰਗ ਵੇਖ ਸਕੀ। ਪਰ ਫਿਰ ਉਹਨਾਂ ਦੀ ਇੱਕ ਆਵਾਜ਼ ਆਈ, ਨੰਦਾ, ਮਾਂ ਨੂੰ ਜ਼ਰਾ ਇੱਧਰ ਭੇਜ ਦੇ। ਨੰਦਾ ਨੇ ਵੇਖਿਆ ਲਾਜਬੀ ਜਦੋਂ ਉਹਨਾਂ ਦੇ ਕਮਰੇ 'ਚ ਗਏ ਤਾਂ ਕਮਰੇ ਦਾ ਖੁੱਲ੍ਹਾ ਬੂਹਾ ਅੰਦਰੋਂ ਹੀ ਭੀੜਿਆ ਗਿਆ। ਨੰਦਾ ਕਿਆਸ ਲਾ ਰਹੀ ਸੀ ਕਿ ਪਾਪਾ ਉਸ ਖੁਸ਼ੀ ਦੀ ਗੱਲ ਸਭ ਤੋਂ ਪਹਿਲਾਂ ਲਾਜਬੀ ਨਾਲ ਕਰਦੇ ਪਏ ਸਨ ਜੋ ਉਹਨਾਂ ਨੇ ਅੱਜ ਬੜੇ ਮਹਿੰਗੇ ਮੁੱਲ ਤੋਂ ਖਰੀਦੀ ਸੀ। ਚੰਗੇ ਚਿਰ ਪਿੱਛੋਂ ਬੂਹਾ ਖੁੱਲ੍ਹਿਆ, ਲਾਜਬੀ ਬਾਹਰ ਆਏ। ਨੰਦਾ ਉਹਨਾਂ ਦੇ ਮੂੰਹ ਵੱਲ ਕਿਸੇ ਉਚੇਚ ਨਾਲ ਨਹੀਂ ਸੀ ਤੱਕਣਾ ਚਾਹੁੰਦੀ। ਪੱਜ ਪਾਇਆ, ਬੀਜੀ
ਫਰੀਜ਼ਰ 'ਚ ਕੀਮਾ ਪਿਆ ਹੋਇਆ ਕਬਾਬ ਬਣਾ ਦਿਆਂ। ਲਾਜਬੀ ਭਿੱਜੀਆਂ ਜਿਹੀਆਂ ਅੱਖਾਂ ਨਾਲ ਮੁਸਕਰਾ ਰਹੇ ਸਨ। ਉਹਨਾਂ ਨੇ ਹੌਲੀ ਜਿਹੀ ਹਾਂ 'ਚ ਸਿਰ ਹਿਲਾਇਆ ਤੇ ਫਿਰ ਜਿਵੇਂ ਮਨ 'ਚ ਆਇਆ ਉਬਾਲ ਉਹਨਾਂ ਦੇ ਇਕੱਲੇ ਮਨ ਤੋਂ ਝੱਲਿਆ ਨਾ ਗਿਆ ਹੋਵੇ ਆਖਿਆ, ਬਣਾ ਦੇ, ਤੇਰੇ ਪਾਪਾ ਨੂੰ ਚੰਗੇ ਲੱਗਦੇ ਹਨ। ਤੇਰੇ ਪਾਪਾ। ਲਾਜਬੀ ਦੀ ਆਵਾਜ਼ 'ਚ ਇੱਕ ਉਦਾਸ ਜਿਹੀ ਖੁਸ਼ੀ ਸੀ। ਕੋਈ ਰੱਬ ਮੈਂ ਵੇਖਿਆ ਤੇ ਨਹੀਂ, ਪਰ ਉਹ ਜ਼ਰੂਰ ਤੇਰੇ ਪਾਪਾ ਵਰਗਾ ਹੋਏਗਾ। ਹੁਣ ਨੰਦਾ ਕੋਲ ਲਾਜਬੀ ਦੇ ਮੂੰਹ ਵੱਲ ਵੇਖਣ ਦਾ ਤੇ ਵੇਖੀ ਜਾਣ ਦਾ ਇੱਕ ਸੁਭਾਵਕ ਮੌਕਾ ਸੀ। ਸੋ ਮੂੰਹ ਵੱਲ ਤੱਕਦੀ ਰਹੀ। ਲਾਜਬੀ ਦਾ ਮੂੰਹ ਖੁਸ਼ ਵੀ ਸੀ ਤੇ ਸੰਜੀਦਾ ਵੀ, ਸ਼ਾਇਦ ਕੁਝ ਉਦਾਸ ਵੀ। ਨੰਦਾ ਖੁਸ਼ੀ 'ਚ ਰਲੀ ਹੋਈ ਉਦਾਸੀ ਨੂੰ ਪਛਾਣ ਰਹੀ ਸੀ, ਸ਼ਾਇਦ ਇਸ ਲਈ ਕਿ ਉਹ ਖਤ ਨੂੰ ਪੜ੍ਹ ਚੁੱਕੀ ਸੀ। ਉਂਝ ਸ਼ਾਇਦ ਉਹਦੇ ਕੋਲੋਂ ਇਹ ਨਿਖੇੜ ਪਛਾਣਿਆ ਨਾ ਜਾਂਦਾ। ਹੁਣ ਕੁਝ ਪੁੱਛ ਸਕਣਾ ਵੀ ਸੁਭਾਵਕ ਸੀ, ਪਰ ਨੰਦਾ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਲਾਜਬੀ ਨੇ ਆਪੇ ਹੀ ਉਹਦੀ ਸਵਾਲੀਆ ਨਜ਼ਰ ਨੂੰ ਸਮਝਿਆ ਤੇ ਤਲੀ ਨਾਲ ਉਹਦੀ ਗੱਲ ਨੂੰ ਦੁਲਾਰ ਕੇ ਆਖਿਆ, ਅਜੇ ਤੂੰ ਛੋਟੀ ਏ, ਅਜੇ ਤੈਨੂੰ ਦੁਨੀਆ ਦੀਆਂ ਸਾਰੀਆਂ ਗੱਲਾਂ ਨਹੀਂ ਸਮਝ ਆ ਸਕਦੀਆਂ। ਸ਼ਾਇਦ ਮੈਂ ਤੈਨੂੰ ਕਦੇ ਆਪੇ ਹੀ ਦੱਸ ਦਿਆਂਗੀ ਜਦੋਂ ਤੂੰ ਬਹੁਤ ਵੱਡੀ ਹੋ ਜਾਏਂਗੀ। ਤੇ ਨੰਦਾ ਅਣਜਾਣੀ ਉਮਰ ਦੇ ਇਲਜ਼ਾਮ ਨੂੰ ਕਬੂਲ ਕੇ ਵੇਲੇ ਦੇ ਸਵਾਲ ਤੋਂ ਸੁਰਖਰੂ ਜਿਹੀ ਹੋ ਗਈ। ਅੱਜ ਰਾਤ ਖਾਣੇ ਦੇ ਮੇਜ਼ ਉੱਤੇ ਅੱਗੇ ਨਾਲੋਂ ਵੱਧ ਰੌਣਕ ਸੀ, ਜਿਵੇਂ ਕਮਰੇ 'ਚ ਇੱਕ ਬੱਤੀ ਦੀ ਥਾਂ ਅੱਜ ਕਈ ਬੱਤੀਆਂ ਜਗਦੀਆਂ ਹੋਣ। ਪਾਪਾ ਦਾ ਮੂੰਹ ਟਹਿਕਿਆ ਹੋਇਆ ਸੀ। ਉਹ ਪੁੱਤਰਾਂ ਦੇ ਨਿੱਕੇ ਨਿੱਕੇ ਚੋਲ ਵਿੱਚ ਵੀ ਅੱਜ ਸ਼ਾਮਲ ਹੋ ਰਹੇ ਸਨ। ਅੱਜ ਉਹਨਾਂ ਨੇ ਮਟਰਾਂ ਵਾਲੇ ਪੁਲਾਅ ਦੀ ਉਚੇਚਾ ਤਾਰੀਫ ਕੀਤੀ। ਇਹੋ ਜਿਹਾ ਪੁਲਾਅ ਬਸ ਤੇਰੀ ਮਾਂ ਹੀ ਬਣਾ ਸਕਦੀ ਏ, ਉਹਨਾਂ ਨੇ ਵਾਰੀ-ਵਾਰੀ ਸਭਨਾਂ ਬੱਚਿਆਂ ਨੂੰ ਕਿਹਾ। ਤੇ ਜਦੋਂ ਲਾਜਬੀ ਨੇ ਦੱਸਿਆ ਕਿ ਅੱਜ ਕਬਾਬ ਇਕੱਲੀ ਨੰਦਾ ਨੇ ਬਣਾਏ ਨੇ, ਤਾਂ ਉਹਨਾਂ ਨੇ ਆਵਾਜ਼ ਨੂੰ ਬੜੀ ਉਦਾਸੀ ਹੋਈ ਬਣਾ ਕੇ ਆਖਿਆ, ਇਹਦਾ ਮਤਲਬ ਏ ਹੁਣ ਮੈਨੂੰ ਕਦੇ ਇਹੋ ਜਿਹੇ ਕਬਾਬ ਨਹੀਂ ਨਸੀਬ ਹੋਣੇ। ਮੈਂ ਜਦੋਂ ਕਬਾਬ ਖਾਣੇ ਹੋਣਗੇ ਤਾਂ ਮੈਨੂੰ ਪੁਰੀ ਦੇ ਘਰ ਜਾਣਾ ਪਏਗਾ। ਲਾਜਬੀ ਹੱਸ ਪਏ, ਪਰ ਵੱਡੇ ਰਵੀ ਨੇ ਕੁਝ ਹੈਰਾਨ ਹੋ ਕੇ ਆਖਿਆ, ਹੁਣ ਫਿਰ ਸਾਲਾ ਪੁਰੀ ਕਿੱਥੋਂ ਆ ਗਿਆ? ਮੈਂ ਤਾਂ ਤੁਹਾਡੇ ਆਖੇ ਕੈਨੇਡਾ ਵਾਲੇ ਕਮਲੇਸ਼ ਨੂੰ ਖਤ ਲਿਖਿਆ ਹੋਇਆ। ਅੱਜ ਨੰਦਾ ਦਾ ਮਨ ਬੁਝਿਆ ਹੋਇਆ ਨਹੀਂ ਸੀ, ਪਰ ਉਹ ਚੁੱਪ ਸੀ, ਸਿਰਫ ਦਰਸ਼ਕ ਜਿਹੀ ਸਭਨਾਂ ਵੱਲ ਵੇਖ ਰਹੀ ਸੀ। ਰਵੀ ਤੋਂ ਛੋਟਾ ਅਸ਼ੋਕ ਰਵੀ ਨੂੰ ਆਖ ਰਿਹਾ ਸੀ, ਤੂੰ ਪੁਰੀ ਨੂੰ ਸਾਲਾ ਆਖ ਰਿਹਾ? ਨੰਦਾ ਨੂੰ ਪਤਾ ਸੀ ਪਾਪਾ ਝੂਠ ਬੋਲ ਰਹੇ ਸਨ। ਨਾ ਕਦੇ ਉਹਨਾਂ ਪੁਰੀ ਦੀ ਕੋਈ ਮਾੜੀ ਗੱਲ ਸੁਣੀ ਸੀ ਤੇ ਨਾ ਹੁਣ ਕੋਈ ਚੰਗੀ। ਪਹਿਲੀ ਗੱਲ ਉਹਨਾਂ ਨੇ ਪੁਰੀ ਹੋਰਾਂ ਦੀ ਨਾਂਹ ਵਿੱਚੋਂ ਆਖੀ ਸੀ ਤੇ ਅੱਜ ਦੂਜੀ ਪੁਰੀ ਹੋਰਾਂ ਦੀ ਹਾਂ ਵਿੱਚੋਂ। ਤੇ ਨੰਦਾ ਨੂੰ ਜਾਪਿਆ ਪਾਪਾ ਦਾ ਇਹ ਝੂਠ ਵੀ ਸ਼ਾਇਦ ਉਹਦੀ ਅੱਜ ਦੀ ਪਹਿਲੀ ਚੋਰੀ ਵਾਂਗ ਜ਼ਿੰਦਗੀ ਦਾ ਪਹਿਲਾ ਝੂਠ ਸੀ। ਨੰਦਾ ਵਿੱਚ ਅਚਾਨਕ ਇੱਕ ਜੇਰਾ ਜਿਹਾ ਆ ਗਿਆ। ਉਹ ਪਾਪਾ ਵੱਲ ਤੱਕੀ, ਇੱਕ ਮਾਸੂਮ ਚੋਰੀ ਜਿਵੇਂ ਇੱਕ ਮਾਸੂਮ ਝੂਠ ਵੱਲ ਤੱਕ ਰਹੀ ਹੋਵੇ, ਤੇ ਦੋਹਾਂ ਦੀ ਮਾਸੂਮੀਅਤ ਨੇ ਰਲ ਕੇ ਨੰਦਾ ਨੂੰ ਕੁਝ ਕਹਿਣ ਦਾ ਬਲ ਦੇ ਦਿੱਤਾ ਹੋਵੇ। ਆਖਣ ਲੱਗੀ, ਪਾਪਾ ਤੁਸੀਂ ਮੇਰੀ ਮਰਜ਼ੀ ਤਾਂ ਪੁੱਛਣਾ ਹੀ ਭੁੱਲ ਗਏ। ਪਾਪਾ ਕੁਝ ਹੈਰਾਨ ਨੰਦਾ ਵੱਲ ਤੱਕਣ ਲੱਗੇ, ਫਿਰ ਹੱਸ ਪਏ। ਜਿਸ ਦਿਨ ਪੁਰੀ ਨੂੰ ਬੁਲਾਇਆ ਸੀ, ਤੈਨੂੰ ਵਿਖਾਇਆ ਸੀ, ਤੂੰ ਉਸ ਦਿਨ ਕੁਝ ਨਹੀਂ ਸੀ ਆਖਿਆ। ਮੈਂ ਸਮਝਿਆ ਤੈਨੂੰ ਪਸੰਦ ਹੋਏਗਾ। ਉਸ ਗੱਲ ਨੂੰ ਤਾਂ ਕਿੰਨੇ ਮਹੀਨੇ ਹੋ ਗਏ ਨੇ, ਉਦੋਂ ਮੈਂ ਛੋਟੀ ਸਾਂ। ਨੰਦਾ ਨੂੰ ਇਹੋ ਜਵਾਬ ਔੜਿਆ ਸੀ ਉਹਨੇ ਦੇ ਦਿੱਤਾ। ਰਵੀ, ਅਸ਼ੋਕ ਤੇ ਪਰਮ ਹੱਸਦੇ ਦੂਰੇ ਹੋ ਗਏ। ਸਾਨੂੰ ਨਹੀਂ ਸੀ ਪਤਾ ਕਿ ਨੰਦਾ 1 ਮਹੀਨੇ 'ਚ 1 ਵਰ੍ਹਾ ਵੱਡੀ ਹੋ ਜਾਂਦੀ ਏ। ਨੰਦਾ ਦੇ ਮਨ 'ਚ ਇੱਕ ਬੱਦਲ ਜਿਹਾ ਘਿਰਿਆ। ਕਿਸੇ ਨੂੰ ਕੀ ਪਤਾ ਮੈਂ ਇੱਕੋ ਰਾਤ 'ਚ ਕਿੰਨੇ ਵਰ੍ਹੇ ਵੱਡੀ ਹੋ ਗਈ। ਪਰ ਉਸ ਬੱਦਲ ਦੀ ਛਾਂ 'ਚ ਕੰਬਦੀ ਜਿਹੀ ਵੀ ਕਹਿਣ ਲੱਗੀ, ਪਾਪਾ ਪੁਰੀ ਨਾਲ ਜਾਂ ਕਿਸੇ ਨਾਲ ਵੀ ਮੈਂ ਵਿਆਹ ਨਹੀਂ ਕਰਨਾ, ਤੁਸੀਂ ਮੈਨੂੰ ਐਮਏ ਕਰਨ ਦਿਓ। ਤੇ ਨੰਦਾ ਨੇ ਰਵੀ ਤੇ ਅਸ਼ੋਕ ਨੂੰ ਛੱਡ ਕੇ ਸਿਰਫ ਪਰਮ ਵੱਲ ਵੇਖਿਆ। ਉਹਨੂੰ ਪਰਮ ਦੇ ਚੁੱਪ ਸੰਜੀਦਾ ਸੁਭਾਅ ਤੋਂ ਇੱਕ ਵਿਸ਼ਵਾਸ ਜਿਹਾ ਆਇਆ ਕਿ ਸ਼ਾਇਦ ਉਹ ਹਾਮੀ ਭਰੇਗਾ। ਰਵੀ ਤੇ ਅਸ਼ੋਕ ਹਮੇਸ਼ਾ ਬਹਿਸ 'ਚ ਪੈ ਜਾਂਦੇ ਸਨ, ਪਰ ਪਰਮ ਦੂਜੇ ਦੀ ਮਰਜ਼ੀ ਵਿੱਚ ਕਦੇ ਦਖਲ ਨਹੀਂ ਸੀ ਦਿੰਦਾ। ਪਰਮ ਨੇ ਸ਼ਾਇਦ ਨੰਦਾ ਦੀ ਲੋੜ ਸਮਝ ਲਈ। ਰਵੀ ਤੇ ਅਸ਼ੋਕ ਦੇ ਬੋਲਣ ਤੋਂ ਪਹਿਲਾਂ ਹੀ ਉਹਨੇ ਕਿਹਾ, ਹੁਣ ਮੈਂ ਮੰਨ ਗਿਆ ਕਿ ਨੰਦਾ ਸੱਚਮੁੱਚ ਵੱਡੀ ਹੋ ਗਈ ਹੈ। ਇਹ ਜ਼ਿੰਦਗੀ 'ਚ ਉਹਨੇ ਪਹਿਲੀ ਸਿਆਣੀ ਗੱਲ ਕੀਤੀ ਹੈ। ਪਹਿਲੀ ਸਿਆਣੀ ਗੱਲ? ਭਾਵੇਂ ਨੰਦਾ ਉੱਤੇ ਇਲਜ਼ਾਮ ਵਰਗੀ ਗੱਲ ਸੀ ਕਿ ਇਸ ਤੋਂ ਪਹਿਲਾਂ ਉਹਨੇ ਕਦੀ ਸਿਆਣੀ ਗੱਲ ਨਹੀਂ ਸੀ ਕੀਤੀ, ਪਰ ਨੰਦਾ ਨੂੰ ਇਹ ਇਲਜ਼ਾਮ ਕਬੂਲ ਕੇ ਵੀ ਪਰਮ ਦੇ ਬੋਲਣ ਦੀ ਖੁਸ਼ੀ ਸੀ। ਉਹਨੇ ਅੱਖਾਂ 'ਚ ਇੱਕ ਸ਼ੁਕਰ ਜਿਹਾ ਭਰ ਕੇ ਪਰਮ ਵੱਲ ਵੇਖਿਆ। ਰਵੀ ਚੁੱਪ ਸੀ, ਇਸ ਗੱਲੋਂ ਨਹੀਂ ਕਿ ਉਹ ਨੰਦਾ ਵੀ ਮਰਜ਼ੀ ਨਾਲ ਸਹਿਮਤ ਸੀ। ਉਹ ਸਿਰਫ ਇਹ ਸੋਚ ਰਿਹਾ ਸੀ ਕਿ ਜੇ ਇਸ ਵੇਲੇ ਨੰਦਾ ਦੇ ਕਹਿਣ ਤੇ ਪੁਰੀ ਵਾਲੀ ਗੱਲ ਟਲ ਜਾਏ ਤਾਂ ਉਹ ਕਦੇ ਬਾਅਦ ਵਿੱਚ ਕੈਨੇਡਾ ਵਾਲੇ ਦੋਸਤ ਦੀ ਗੱਲ ਛੇੜ ਸਕੇਗਾ। ਤੇ ਅਸ਼ੋਕ ਰਵੀ ਨੂੰ ਚੁੱਪ ਵੇਖ ਕੇ ਚੁੱਪ ਸੀ। ਪਾਪਾ ਕੁਝ ਹੈਰਾਨ ਜਿਹੇ ਲਾਜਬੀ ਵੱਲ ਤੱਕਣ ਲੱਗ ਪਏ।
अंग 6वां। डॉक्टर मदान ना खुश सन ना उदास, पर उन्होंने नंदा की मर्जी नूं नहीं सी मोड़िया। नंदा एमए च दाखिल हो गई सी। पुरी होरां दे पिछले खत का जवाब नहीं सी दिता, इसलिए महीने कुछ पिछों जदों फिर एक खत आया, डॉक्टर मदान ने संखेप जिहा जवाब लिख दिता, लड़की अजे होर पढ़ना चाहती है, इसलिए मैं अजे उहदे विआह बारे नहीं सोचदा। कैनेडा तो रवि के खत का जवाब आया सी। रवि ने अपने खत च उहनूं नंदा बारे कुछ नहीं सी आख्या, सिर्फ यही पुछया सी कि उहने अजे अपने लिए कोई संबंध किते पक्का कीता सी कि नहीं, ते जवाब च सिर्फ यही पता आया सी, अजे नहीं। ते रवि ने वह खत पापा नूं विखा दिता सी, पर पापा ने उस खत बारे भी फिर कदे कोई गल नहीं सी छेड़ी। सो सब कुछ उस तरह से जिवें पहलां, सिर्फ नंदा साल कॉलेज की पढ़ाई तो बाद वेली रहन पिछों हुण रोज़ सवेरे यूनीवर्सिटी जाण लग पई सी। एक दिन यूनीवर्सिटी तो वापस आउण वेले नंदा नूं चपड़ासी दे हत्थ एक सुनेहा मिलिया कि कोई उहनूं मिलण आया ते बाहर गेट उत्ते उहनूं उडीक रिहा। नंदा गेट ते पहुंची तां उत्थे जे.सी. पुरी उहनूं उडीक रिहा सी। कई महीने होए उहने नंदा नूं सिर्फ एक वार वेखिया सी, जदों डॉक्टर मदान ने उहनूं घर बुलाया सी, पर पछाण लई उही काफ़ी सी। पुरी ने अगे हो के नंदा नूं हलीमी नाल आख्या, नंदा जे तेरे कोल 10 कुछ मिनट खाली होण दस्सो। नंदा दे मूँहों बस मसां अजिहा निकलिया। वो शायद कदे भी इहो जी मुलाकात लई तैयार नहीं सी, इसलिए लोड़ तो बहुती हैरानी सी। मैं बाहर सड़क उत्ते ही कार खड़ी कीती है, लै आवां? मैं बाहर किते नहीं जावांगी, सिर्फ 10-15 मिनट, पर तुसी जो गल करनी होवे पापा नाल। पुरी ने नंदा दे अधूरे जे फिकरे नूं समझिया, आखिया, जी करदा सी सिर्फ तेरे नाल एक वारी इकल्लियां गल करांगा। डॉक्टर साहब नूं शायद मेरे बारे कोई गलत फहमी हो गई है, सिर्फ 10 मिनट। नंदा नूं वो वेला याद आया जदों वड्डे पुरी दे खत नूं ਉਹਨੇ ਇਸ ਲਈ ਚੋਰੀ ਖੋਲ੍ਹਿਆ ਸੀ ਕਿ ਉਸ ਖਤ ਵਿੱਚੋਂ ਸ਼ਾਇਦ ਉਹਨੂੰ ਉਹ ਭੇਤ ਲੱਭੇਗਾ ਜਿਹੜੀ ਤੰਦ ਕਿਤੋਂ ਵੀ ਪਕੜ 'ਚ ਨਹੀਂ ਸੀ ਆ ਰਹੀ। ਖਤ ਵਿੱਚੋਂ ਕੁਝ ਨਹੀਂ ਸੀ ਲੱਭ ਸਕਿਆ, ਪਰ ਹੁਣ ਸ਼ਾਇਦ ਇਸ ਪੁਰੀ ਦੀ ਗੱਲ ਵਿੱਚੋਂ ਨੰਦਾ ਇਹ ਸੋਚਦੀ ਜਿਹੀ ਪੁਰੀ ਦੇ ਨਾਲ ਤੁਰਦੀ ਬਾਹਰਲੀ ਦੀਵਾਰ ਤੱਕ ਚਲੀ ਗਈ। ਅੱਛਾ ਦੱਸੋ। ਨੰਦਾ ਦੀਵਾਰ ਦੇ ਕੋਲ ਵਾਰ ਲਾਮ ਦੇ ਇੱਕ ਸਿਰੇ 'ਤੇ ਖਲੋ ਗਈ। ਇੱਥੇ ਬਾਹਰ ਸੜਕ 'ਤੇ ਮੇਰੀ ਕਾਰ ਖਲੋਤੀ ਏ, ਇੱਥੋਂ ਥੋੜ੍ਹੀ ਜਿਹੀ ਦੂਰ ਜਾ ਕੇ। ਨਹੀਂ, ਪੁਰੀ ਨੂੰ ਉੱਥੇ ਦੀਵਾਰ ਦੇ ਕੋਲ ਹੀ ਖਲੋਣਾ ਪਿਆ। ਦੂਰ ਪਰਾਂ ਯੂਨੀਵਰਸਿਟੀ ਦੇ ਕਈ ਲੜਕੇ ਸਨ, ਲੜਕੀਆਂ ਸਨ, ਪਰ ਬਹੁਤ ਨੇੜੇ ਕੋਈ ਨਹੀਂ ਸੀ। ਪੁਰੀ ਨੇ 1-2 ਵਾਰ ਆਸੇ-ਪਾਸੇ ਵੇਖਿਆ, ਫਿਰ ਆਖਿਆ, ਮੇਰੇ ਪਿਤਾ ਜੀ ਨੇ ਸਾਡੇ ਵਿਆਹ 'ਤੇ ਇੱਕ ਵਾਰੀ ਇਨਕਾਰ ਕਰ ਦਿੱਤਾ ਸੀ। ਮੈਨੂੰ ਪਤਾ ਹੈ। ਨੰਦਾ ਨੇ ਇੰਝ ਇੱਕ ਯਕੀਨੀ ਜਿਹਾ ਜਵਾਬ ਦਿੱਤਾ ਜਿਵੇਂ ਉਹ ਸਭ ਕੁਝ ਜਾਣਦੀ ਸੀ। ਪੁਰੀ ਨਾਲ ਗੱਲ ਕਰਨ ਤੋਂ ਪਹਿਲਾਂ ਨੰਦਾ ਨੇ ਮਨ 'ਚ ਇਹ ਜ਼ਰੂਰ ਸੋਚ ਲਿਆ ਸੀ ਕਿ ਉਹ ਕਿਸੇ ਗੱਲ 'ਤੇ हैरानी नहीं ਜ਼ਾਹਰ ਹੋਣ ਦੇਗੀ। ਜੋ ਕੁਝ ਵੀ ਸੁਣੇਗੀ ਇੰਝ ਸੁਣੇਗੀ ਜਿਵੇਂ ਉਹਨੂੰ ਪਹਿਲਾਂ ਹੀ ਪਤਾ ਹੋਵੇ। ਉਹਦਾ ਮੈਨੂੰ ਬੜਾ ਅਫਸੋਸ ਹੈ, ਪੁਰੀ ਨੇ ਆਖਿਆ, ਪਰ ਉਹਨੂੰ ਜਾਪਿਆ ਜਿਵੇਂ ਇਹ ਕਹਿਣਾ ਕਾਫੀ ਨਹੀਂ ਸੀ, ਕਿਉਂਕਿ ਨੰਦਾ ਦੇ ਮੂੰਹ ਉੱਤੇ ਇਹਦਾ ਕੋਈ ਅਸਰ ਨਹੀਂ ਸੀ ਦਿਸਦਾ। ਉਹਨੇ ਨੰਦਾ ਦਾ ਧਿਆਨ ਜਿੱਤਣ ਲਈ ਫਿਰ ਆਖਿਆ, ਪੁਰਾਣੇ ਲੋਕਾਂ ਨੂੰ ਖਾਨਦਾਨ ਦੇ ਕੁਝ ਵਹਿਮ ਹੁੰਦੇ ਨੇ, ਪਰ ਮੇਰੀ ਨਜ਼ਰ 'ਚ ਇਹ ਕੋਈ ਫਰਕ ਨਹੀਂ ਸੀ ਕਿ ਨੰਦਾ ਡਾਕਟਰ ਮਦਾਨ ਦੀ ਅਸਲੀ ਧੀ ਹੈ ਜਾਂ ਨਹੀਂ। ਮੈਨੂੰ ਨੰਦਾ ਚਾਹੀਦੀ ਸੀ। ਤੇ ਪੁਰੀ ਆਪਣੇ ਫਿਕਰੇ ਉੱਤੇ ਆਪ ਹੀ ਖੁਸ਼ ਜਿਹਾ ਨੰਦਾ ਵੱਲ ਵੇਖਣ ਲੱਗ ਪਿਆ। ਫਿਰ ਨੰਦਾ ਨੇ ਆਪਣੇ ਨਾਲ ਕੀਤਾ ਇਕਰਾਰ ਪੂਰਾ ਕੀਤਾ। ਕੁਝ ਹੱਸ ਜੀ ਪਈ, ਜਿਵੇਂ ਉਹ ਇਹ ਸਭ ਕੁਝ ਤੋਂ ਬੇਪਰਵਾਹ ਹੋਵੇ। ਉਦੋਂ ਮੈਂ ਕੁਝ ਨਹੀਂ ਸੀ ਕਰ ਸਕਦਾ, ਮੇਰੇ ਪਿਤਾ ਦਾ ਹੁਕਮ ਸੀ। ਪੁਰੀ ਕੋਲੋਂ ਸ਼ਾਇਦ ਆਪਣੀ ਗੱਲ ਦਾ ਜ਼ੋਰ ਗੁਆਚਦਾ ਪਿਆ ਸੀ। ਉਹਦੀ ਆਵਾਜ਼ ਕੁਝ ਮੱਠੀ ਜੀ ਹੋ ਗਈ। ਫਿਰ ਨੰਦਾ ਨੇ ਜਿਵੇਂ ਉਹਦੀ ਆਵਾਜ਼ ਨੂੰ ਕੁਝ ਹੌਸਲਾ ਦੇਣ ਲਈ ਆਖਿਆ ਹੋਵੇ। ਫਿਰ ਜਦੋਂ ਡਾਕਟਰ ਸਾਹਿਬ ਨੇ ਅਸਲੀ ਭੇਤ ਦੱਸ ਦਿੱਤਾ, ਨੰਦਾ ਦਾ ਦਿਲ ਇੰਨਾ ਜ਼ੋਰ ਦੀ ਧੜਕਿਆ, ਉਹਨੂੰ ਜਾਪਿਆ ਕਿ ਉਹਦੀ ਘਬਰਾਹਟ ਹੁਣੇ ਉਹਦੇ ਮੂੰਹ 'ਤੇ ਲਿਖੀ ਜਾਏਗੀ। ਕੀ ਅਸਲੀ ਭੇਤ ਨੂੰ ਜਾਣਨ ਦਾ ਵੇਲਾ ਹੈ? ਨੰਦਾ ਨੇ ਆਪਣੀ ਪਿੱਠ ਨੂੰ ਦੀਵਾਰ ਦਾ ਆਸਰਾ ਦੇ ਕੇ ਇੱਕ ਵਾਰੀ ਆਪਣੀਆਂ ਅੱਖਾਂ ਇੰਝ ਮੀਟ ਲਈਆਂ ਜਿਵੇਂ ਇਹ ਭੇਤ ਬਹੁਤ ਭਿਆਨਕ ਸੀ ਤੇ ਇਹਨੂੰ ਅੱਖਾਂ ਨਾਲ ਵੇਖਣਾ ਬਹੁਤ ਮੁਸ਼ਕਲ ਸੀ। ਨੰਦਾ ਨੂੰ ਜਾਪ ਰਿਹਾ ਸੀ ਕਿ ਉਹਦਾ ਆਪਣੇ ਨਾਲ ਕੀਤਾ ਇਕਰਾਰ ਇਸ ਵੇਲੇ ਟੁੱਟ ਰਿਹਾ ਸੀ, ਪਰ ਟੁੱਟਦੇ ਇਕਰਾਰ ਨੂੰ ਥੰਮਣ ਲਈ ਵੀ ਉਹਨੂੰ ਪੀੜ ਦਾ ਇੱਕ ਪਲ ਚਾਹੀਦਾ ਸੀ, ਤੇ ਇਸ ਵੇਲੇ ਉਹ ਪੀੜ ਦੇ ਉਸੇ ਪਲ ਵਿੱਚੋਂ ਲੰਘਦੀ ਪਈ ਸੀ। ਪੁਰੀ ਨੇ ਨੰਦਾ ਦੇ ਮੂੰਹ 'ਤੇ ਪੀੜ ਦਾ ਪਰਛਾਵਾਂ ਵੇਖਿਆ, ਪਰ ਉਹਦਾ ਅਰਥ ਕੁਝ ਹੋਰ ਹੀ ਕਿਆਸਿਆ। ਇਸ ਲਈ ਉਹਦੇ ਨਾਲ ਆਪਣੀ ਹਮਦਰਦੀ ਜੋੜ ਕੇ ਆਖਿਆ, ਮੈਨੂੰ ਪਤਾ ਹੈ ਨੰਦਾ, ਡਾਕਟਰ ਸਾਹਿਬ ਤੇਰੀ ਮਾਂ ਨੂੰ ਆਪਣੇ ਘਰ ਲਿਆ ਕੇ ਉਹ ਰੁਤਬਾ ਨਹੀਂ ਦੇ ਸਕੇ ਜੋ ਇੱਕ ਧੀ ਦੀ ਮਾਂ ਨੂੰ ਮਿਲਣਾ ਚਾਹੀਦਾ ਸੀ, ਪਰ ਹੁਣ ਅਸੀਂ ਸਿਆਣੇ ਹਾਂ,
ਉਹਨਾਂ ਦੀਆਂ ਸਮਾਜਿਕ ਮਜਬੂਰੀਆਂ ਸਮਝ ਸਕਦੀ ਹਾਂ। ਉਹ ਸ਼ਾਦੀशुदा ਸਨ, ਉਹਨਾਂ ਦੇ 3 ਪੁੱਤਰ ਸਨ। ਇਹ ਵੀ ਉਹਨਾਂ ਨੇ ਬੜੀ ਹਿੰਮਤ ਕੀਤੀ ਕਿ ਧੀ ਨੂੰ ਆਪਣੇ ਘਰ ਲੈ ਆਏ। ਤੇ ਪੁਰੀ ਨੇ ਨੰਦਾ ਦੀਆਂ ਮੀਟੀਆਂ ਕੰਬਦੀਆਂ ਪਲਕਾਂ ਵੱਲ ਵੇਖ ਕੇ ਫਿਰ ਆਪਣੀ ਹਮਦਰਦੀ ਨੂੰ ਉਹਦੇ ਨਾਲ ਜੋੜਿਆ। ਮੈਂ ਤੇਰੇ ਦੁੱਖ ਨੂੰ ਸਮਝ ਸਕਦਾ ਨੰਦਾ, ਤੈਨੂੰ ਆਪਣੇ ਬਾਪ ਤੋਂ ਮਿਲ ਗਿਆ, ਪਰ ਮਾਂ ਹਮੇਸ਼ਾ ਲਈ ਵਿਛੜ ਗਈ। ਮੇਰਾ ਮਤਲਬ ਹੈ, ਜੇ ਤੂੰ ਮੇਰੇ ਨਾਲ ਸ਼ਾਦੀ ਕਰੇ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੈਨੂੰ ਤੇਰੀ ਮਾਂ ਨਾਲ ਮਿਲਾ ਦਿਆਂ ਕਰਾਂ। ਤੈਨੂੰ ਉਹਦਾ ਪਤਾ ਹੋਏਗਾ ਉਹ ਕਿੱਥੇ ਰਹਿੰਦੀ ਹੈ। ਨੰਦਾ ਅੰਤਾਂ ਦੀ ਪੀੜ ਵਾਲੇ ਪਲ ਚੋਂ ਲੰਘ ਕੇ ਸ਼ਾਇਦ ਕੁਝ ਘੜੀਆਂ ਲਈ ਮਸੀਹਾ ਹੋ ਗਈ ਸੀ। ਉਹਨੇ ਕੁਝ ਮੁਸਕਰਾ ਕੇ ਅੱਖਾਂ ਖੋਲੀਆਂ, ਪੁਰੀ ਵੱਲ ਵੇਖਿਆ। ਉਹ ਭੇਤ ਜਿਹੜਾ ਹੁਣੇ ਲੱਭਾ ਸੀ ਮਨ 'ਚ ਵਲੇਟ ਲਿਆ ਤੇ ਹੱਸ ਜੀ ਪਈ। ਮਿਹਰਬਾਨੀ, ਪਰ ਮੈਂ ਅਜੇ ਕਈ ਵਰੇ ਪੜ੍ਹਨਾ ਹੈ। ਮੈਂ ਅਜੇ ਕਿਸੇ ਨਾਲ ਵੀ ਵਿਆਹ ਨਹੀਂ ਕਰਨਾ। ਤੇ ਨੰਦਾ ਗੇਟ ਤੋਂ ਬਾਹਰ ਖਲੋਤੀ ਹੋਈ ਯੂਨੀਵਰਸਿਟੀ ਦੀ ਬੱਸ ਵਿੱਚ ਜਾ ਕੇ ਬਹਿ ਗਈ। ਅੰਗ 7ਵਾਂ। ਬੱਸ ਦੇ ਅੰਦਰ ਕਈ ਲੜਕੀਆਂ ਦੀਆਂ ਆਵਾਜ਼ਾਂ ਸਨ ਤੇ ਬੱਸ ਦੇ ਪੈਰਾਂ ਹੇਠਾਂ ਸ਼ਹਿਰ ਦੀਆਂ ਕਈ ਸੜਕਾਂ ਸਨ, ਪਰ ਨੰਦਾ ਕੋਲੋਂ ਨਾ ਕੋਈ ਆਵਾਜ਼ ਪਛਾਣੀ ਜਾ ਰਹੀ ਸੀ, ਨਾ ਕੋਈ ਸੜਕ। ਕੰਨਾਂ ਵਿੱਚ ਪੁਰੀ ਦੇ ਆਖੇ ਹੋਏ ਲਫ਼ਜ਼ ਸਨ, ਡਾਕਟਰ ਸਾਹਿਬ ਤੇਰੀ ਮਾਂ ਨੂੰ ਆਪਣੇ ਘਰ ਲਿਆ ਕੇ ਉਹ ਰੁਤਬਾ ਨਹੀਂ ਦੇ ਸਕੇ। ਸਮਾਜਿਕ ਮਜਬੂਰੀਆਂ ਸਨ, ਉਹ ਸ਼ਾਦੀशुदा ਸਨ। ਤੇ ਨੰਦਾ ਦੀਆਂ ਅੱਖਾਂ ਅੱਗੇ ਇੱਕ ਉਹ ਸੜਕ ਘੁੰਮਣ ਲੱਗ ਪਈ ਜੋ ਸ਼ਾਇਦ ਇਸ ਸ਼ਹਿਰ ਦੀ ਨਹੀਂ ਸੀ। ਪਤਾ ਨਹੀਂ ਕਿਹੜੇ ਸ਼ਹਿਰ ਜਾਂ ਕਿਹੜੇ ਪਿੰਡ ਦੀ ਸੀ, ਪਰ ਉਹ ਜੋ ਉੱਥੇ ਜਾਂਦੀ ਸੀ ਜਿੱਥੇ ਕਿਤੇ ਉਹਦੀ ਮਾਂ ਰਹਿੰਦੀ ਸੀ। ਬਸ ਜਦੋਂ ਨੰਦਾ ਦੇ ਘਰ ਅੱਗੇ ਖਲੋਤੀ, ਨੰਦਾ ਦੇ ਧਿਆਨ 'ਚ ਨਾ ਸਾਹਮਣੀ ਸੜਕ ਸੀ, ਨਾ ਸਾਹਮਣਾ ਘਰ। ਡਰਾਈਵਰ ਦੇ ਉੱਚੀ ਸਾਰੀ ਕਹਿਣ ਤੇ ਨੰਦਾ ਬੀਬੀ ਤੁਹਾਡਾ ਘਰ ਆ ਗਿਆ, ਉਤਰਨਾ ਨਹੀਂ। ਨੰਦਾ ਨੂੰ ਸੁਰਤ ਫਿਰੀ। ਮੱਥੇ 'ਚ ਸੋਚਾਂ ਦਾ ਕਸਾਹ ਸੀ। ਨੰਦਾ ਨੂੰ ਘਰ ਪਹੁੰਚਦੀ ਨੂੰ ਸੱਚਮੁੱਚ ਮੱਠਾ ਜਿਹਾ ਬੁਖਾਰ ਹੋ ਗਿਆ ਸੀ। ਲਾਜਬੀ ਨੇ ਉਹਦੇ ਮੂੰਹ ਵੱਲ ਵੇਖ ਕੇ ਹੀ ਬੁਖਾਰ ਦਾ ਅੰਦਾਜ਼ਾ ਕਰ ਲਿਆ ਸੀ। ਫਿਰ ਹੱਥ ਮੱਥਾ ਟੋਹ ਕੇ ਵੇਖਿਆ, ਥਰਮਾਮੀਟਰ ਲਾਇਆ ਤਾਂ 100 ਦੇ ਕਰੀਬ ਸੀ। ਲਾਜਬੀ ਨੇ ਚਾਹ ਬਣਾ ਕੇ ਦਿੱਤੀ। ਨੰਦਾ ਨੇ ਪੀ ਲਈ, ਪਰ ਦਵਾਈ ਨਹੀਂ ਖਾਧੀ। ਆਪਣੇ ਕਮਰੇ 'ਚ ਆਪਣੇ ਦੀਵਾਨ ਤੇ ਮੁੱਧੀ ਜੀ ਇੱਕ ਚਾਦਰ ਦੇ ਓਹਲੇ ਵਿੱਚ ਫਿਰ ਪੁਰੀ ਦੀ ਦੱਸੀ ਗੱਲ ਨੂੰ ਅੱਖਰ ਅੱਖਰ ਵੇਖਦੀ ਆਪਣੀ ਮਾਂ ਦਾ ਮੂੰਹ ਚਿਤਵਣ ਲੱਗ ਪਈ। ਅੱਜ ਕਈ ਮਹੀਨਿਆਂ ਪਿੱਛੋਂ ਪਹਿਲਾ ਦਿਨ ਸੀ, ਪਹਿਲੀ ਘੜੀ ਜਦੋਂ ਨੰਦਾ ਨੂੰ ਪਾਪਾ ਨਾਲ ਅਪਣੱਤ ਵੀ ਆਈ ਤੇ ਪਾਪਾ ਨਾਲ ਹਿਰਖ ਵੀ ਆਇਆ। ਉਹਨੇ ਇੱਕ ਪਲ ਲਈ ਲਾਜਬੀ ਦੀ ਥਾਵੇਂ ਉਸ ਔਰਤ ਦਾ ਮੂੰਹ ਚਿਤਵ ਕੇ ਵੇਖਿਆ ਜਿਹਨੂੰ ਉਹਨੇ ਕਦੇ ਤੱਕਿਆ ਨਹੀਂ ਸੀ। ਉਹ ਮੂੰਹ ਪਾਣੀ ਦੀ ਲੀਕ ਵਾਂਗ ਦਿਸਦਾ ਤੇ ਮਿਟ ਜਾਂਦਾ ਸੀ। ਨੰਦਾ ਨੇ ਹਾਰ ਕੇ ਸ਼ੀਸ਼ੇ 'ਚ ਆਪਣੀ ਨੁਹਾਰ ਵੇਖੀ ਤੇ ਫਿਰ ਆਪਣੀ ਨੁਹਾਰ 'ਚ ਇੱਕ 81 ਵਰੇ ਰਲਾ ਕੇ ਮੂੰਹ ਤੇ ਪੱਕੇ ਹੋਏ ਮਾਸ ਨੂੰ ਚਿਤਵਣਾ ਚਾਹਿਆ, ਪਰ ਨਾਲ ਹੀ ਖਿਆਲ ਆਇਆ ਜ਼ਰੂਰੀ ਨਹੀਂ ਕਿ ਮੈਂ ਮਾਂ ਦੇ ਨਕਸ਼ ਸਾਂਭੇ ਹੋਣ, ਪਾਪਾ ਦੇ ਵੀ ਹੋ ਸਕਦੇ ਨੇ, ਜਾਂ ਦੋਹਾਂ ਦੇ ਕਿਤੋਂ ਰਲੇ ਹੋਏ ਕਿਤੋਂ ਨਿਖੜੇ ਹੋਏ। ਤੇ ਨੰਦਾ ਨੂੰ ਸਹਿਕ ਵਰਗਾ ਖਿਆਲ ਆਇਆ, ਮੈਂ ਉਸ ਬਦਨਸੀਬ ਮਾਂ ਨੂੰ ਕਦੇ ਇੱਕ ਘੜੀ ਵੀ ਨਹੀਂ ਵੇਖ ਸਕਾਂਗੀ। ਤੇ ਫਿਰ ਅਚਾਨਕ ਉਹਨੂੰ ਜਾਪਿਆ ਜਿਵੇਂ ਉਹਦੀ ਥਾਂ ਲਾਜਬੀ ਨੇ ਖੋਹ ਕੇ ਲੈ ਲਈ ਹੋਵੇ। ਪਰ ਨੰਦਾ ਨੂੰ ਹਮੇਸ਼ਾ ਗੱਲ ਵਿੱਚ ਦਲੀਲ ਦਾ ਸਿਰਾ ਫੜਨ ਦੀ ਆਦਤ ਸੀ। ਉਸ ਆਦਤ ਨਾਲ ਨੰਦਾ ਨੇ ਆਪਣੀ ਸੋਚ ਨੂੰ ਦਲੀਲ ਨਾਲ ਝੂਠਿਆ ਦਿੱਤਾ। ਲਾਜਬੀ ਦੇ ਘਰ 3 ਪੁੱਤਰ ਸਨ। ਜਦੋਂ ਮੈਂ ਜੰਮੀ, ਇਹ ਤਾਂ ਉਹਦਾ ਕਸੂਰ ਸੀ ਕਿ ਉਹਨੇ ਖਾਮਖਾ ਲਾਜਬੀ ਦੀ ਥਾਂ ਖੋਹਣੀ ਚਾਹੀ ਸੀ। ਨਹੀਂ ਖੋ ਸਕੀ, ਉਹਦੀ ਕਿਸਮਤ। ਖੋ ਲੈਂਦੀ, ਉਹਦਾ ਕਸੂਰ ਹੁੰਦਾ। ਤੇ ਨਾਲ ਹੀ ਉਹਨੂੰ ਲਾਜਬੀ ਨਾਲ ਇੱਕ ਹਮਦਰਦੀ ਆ ਗਈ। ਲਾਜਬੀ ਨੇ ਮੈਨੂੰ ਕਿਵੇਂ ਕਬੂਲਿਆ ਹੋਏਗਾ, ਆਪਣੇ ਖਾਵੰਦ ਦਾ ਗੁਨਾਹ ਕਿਵੇਂ ਝੋਲੀ 'ਚ ਪਾਇਆ ਹੋਏਗਾ, ਤੇ ਸ਼ਾਇਦ ਆਪਣੇ ਖਾਵੰਦ ਨੂੰ ਕਦੀ ਕੋਈ ਲਾਂਭਾ ਵੀ ਨਹੀਂ ਦਿੱਤਾ ਹੋਣਾ। ਮੈਂ ਕਦੇ ਉਹਨਾਂ ਦੇ ਮੂੰਹ ਤੇ ਵੀ ਕੋਈ ਵੱਟ ਨਹੀਂ ਵੇਖਿਆ। ਤੇ ਅਚਾਨਕ ਨੰਦਾ ਨੂੰ ਲਾਜਬੀ ਦੀ ਉਸ ਦਿਨ ਵਾਲੀ ਗੱਲ ਯਾਦ ਆਈ, ਜਿਸ ਦਿਨ ਉਹਨੇ ਪਾਪਾ ਤੋਂ ਚੋਰੀ ਪੁਰੀ ਦਾ ਖੱਤ ਖੋਲ ਕੇ ਪੜ੍ਹਿਆ ਸੀ ਤੇ ਫਿਰ ਉਸੇ ਤਰ੍ਹਾਂ ਬੰਦ ਕਰਕੇ ਪਾਪਾ ਦੀ ਡਾਕ 'ਚ ਰੱਖ ਦਿੱਤਾ ਸੀ। ਤੇ ਪਾਪਾ ਨੇ ਉਹ ਖੱਤ ਪੜ੍ਹ ਕੇ ਲਾਜਬੀ ਨੂੰ ਕਮਰੇ 'ਚ ਬੁਲਾਇਆ ਸੀ ਤੇ ਲਾਜਬੀ ਨੇ ਕੋਈ ਘੰਟਾ ਪਿੱਛੋਂ ਕਮਰੇ 'ਚੋਂ ਬਾਹਰ ਆਉਂਦਿਆਂ ਆਖਿਆ ਸੀ, ਕੋਈ ਰੱਬ ਮੈਂ ਵੇਖਿਆ ਤੇ ਨਹੀਂ, ਪਰ ਉਹ ਜ਼ਰੂਰ ਤੇਰੇ ਪਾਪਾ ਵਰਗਾ ਹੋਏਗਾ। ਉਸ ਦਿਨ ਨੰਦਾ ਨੂੰ ਇਸ ਫਿਕਰੇ ਦੀ ਕੁਝ ਸਮਝ ਨਹੀਂ ਸੀ ਆਈ। ਲਾਜਬੀ ਨੇ ਆਪ ਹੀ ਆਖਿਆ ਸੀ, ਅਜੇ ਤੂੰ ਛੋਟੀ ਏਂ, ਅਜੇ ਤੈਨੂੰ ਦੁਨੀਆ ਦੀਆਂ ਸਾਰੀਆਂ ਗੱਲਾਂ ਨਹੀਂ ਸਮਝ ਆ ਸਕਦੀਆਂ। ਸ਼ਾਇਦ ਮੈਂ ਤੈਨੂੰ ਕਦੇ ਆਪੇ ਹੀ ਦੱਸ ਦਿਆਂਗੀ ਜਦੋਂ ਤੂੰ ਬਹੁਤ ਵੱਡੀ ਹੋ ਜਾਏਂਗੀ। ਪਰ ਅੱਜ ਨੰਦਾ ਨੂੰ ਜਾਪਿਆ ਜਿਵੇਂ ਉਹ ਬਹੁਤ ਵੱਡੀ ਹੋ ਗਈ ਸੀ ਤੇ ਉਹਨੂੰ ਦੁਨੀਆ ਦੀਆਂ ਸਾਰੀਆਂ ਗੱਲਾਂ ਸਮਝ ਆ ਗਈਆਂ ਸਨ। ਉਹਨੂੰ ਜਾਪਿਆ ਉਸ ਦਿਨ ਪਾਪਾ ਨੂੰ ਮੇਰੇ ਵਿਆਹ ਦੀ ਖਾਤਰ ਇੱਕ ਹਕੀਕਤ ਪੁਰੀ ਹੋਰਾਂ ਨੂੰ ਦੱਸਣੀ ਪਈ
ਤੇ ਲਾਜਬੀ ਨੂੰ ਉਸ ਦਿਨ ਪਾਪਾ ਇਸੇ ਲਈ ਰੱਬ ਵਰਗੇ ਲੱਗੇ ਹੋਣਗੇ ਕਿ ਉਹਨਾਂ ਨੇ ਭਾਵੇਂ ਆਪਣੀ ਇੱਕ ਹੋਰ ਔਲਾਦ ਨੂੰ ਘਰ ਲੈ ਆਉਂਦਾ ਸੀ, ਪਰ ਉਹਨਾਂ ਦੀ ਥਾਂ ਹਮੇਸ਼ਾ ਉਸੇ ਤਰ੍ਹਾਂ ਕਾਇਮ ਰੱਖੀ ਸੀ ਜਿਵੇਂ ਉਹ ਸੀ। ਉਹਨਾਂ ਦੀ ਥਾਵੇਂ ਕੋਈ ਹੋਰ ਮਰਦ ਹੁੰਦਾ। ਨੰਦਾ ਨੂੰ ਕਈ ਸੁਣੀਆਂ ਸੁਣਾਈਆਂ ਤੇ ਅਖਬਾਰਾਂ 'ਚ ਪੜ੍ਹੀਆਂ ਗੱਲਾਂ ਯਾਦ ਆਈਆਂ ਤਾਂ ਉਹ ਆਪਣੀ ਨਵੀਂ ਮੁਹੱਬਤ ਦੀ ਖਾਤਰ ਆਪਣੀ ਬੀਵੀ ਨੂੰ ਵੀ ਰੋਲ ਦਿੰਦਾ ਤੇ ਬੱਚਿਆਂ ਨੂੰ ਵੀ, ਪਰ ਪਾਪਾ ਨੇ ਇਹੋ ਜਿਹਾ ਕੁਝ ਨਹੀਂ ਸੀ ਕੀਤਾ। ਇਸੇ ਲਈ ਲਾਜਬੀ ਨੂੰ ਰੱਬ ਵਰਗੇ ਜਾਪੇ। ਤੇ ਫਿਰ ਜਿਵੇਂ ਦਰਿਆਵਾਂ ਦੇ ਵਹਿਣ ਮੁੜ ਜਾਂਦੇ ਨੇ, ਨੰਦਾ ਦੇ ਮਨ 'ਚ ਲਾਜਬੀ ਨਾਲ ਆਈ ਸਾਰੀ ਹਮਦਰਦੀ ਉਸ ਔਰਤ ਵੱਲ ਚਲੀ ਗਈ ਜਿਹਨੂੰ ਪਾਪਾ ਨੇ ਮੁਹੱਬਤ ਕੀਤੀ ਸੀ, ਜਿਹਨੇ ਆਪਣੀ ਮੁਹੱਬਤ ਦੀ ਇੱਕ ਨਿਸ਼ਾਨੀ ਜੰਮ ਕੇ ਉਸ ਮਰਦ ਦੇ ਹਵਾਲੇ ਕਰ ਦਿੱਤੀ ਜਿਹਨੇ ਕਦੇ ਵੀ ਉਹਦਾ ਹੱਕ ਨਾ ਪਛਾਣਿਆ। ਤੇ ਜਿਹੜਾ ਖਿਆਲ ਨੰਦਾ ਨੂੰ ਪਹਿਲਾਂ ਨਹੀਂ ਸੀ ਆਇਆ, ਅਚਾਨਕ ਉਹ ਵੀ ਆਇਆ। ਕੀ ਪਤਾ ਉਹ ਜਿਉਂਦੀ ਨਾ ਰਹੀ ਹੋਵੇ ਤੇ ਪਾਪਾ ਨੂੰ ਮਨ ਦੀ ਕਸ਼ਮਕਸ਼ ਵਿੱਚੋਂ ਲੰਘਣ ਦਾ ਵੇਲਾ ਹੀ ਨਾ ਆਇਆ ਹੋਵੇ। ਪਰ ਨਾਲ ਉਸ ਦਿਨ ਵਾਲੀ ਪੁਰੀ ਦੀ ਉਹ ਗੱਲ ਵੀ ਯਾਦ ਆਈ, ਜੇ ਤੂੰ ਮੇਰੇ ਨਾਲ ਸ਼ਾਦੀ ਕਰੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੈਨੂੰ ਤੇਰੀ ਮਾਂ ਨਾਲ ਮਿਲਾ ਦਿਆ ਕਰਾਂ। ਤੇ ਨੰਦਾ ਨੂੰ ਹੁਣੇ ਮਾਂ ਜਿਉਂਦੀ ਨਾ ਹੋਣ ਦਾ ਕਿਆਸ ਕਰਕੇ ਜੋ ਦੁਨੀਆ 'ਚ ਇੱਕ ਸੱਖਣ ਜਾਪੀ ਸੀ, ਪੁਰੀ ਦੀ ਉਸ ਚੇਤੇ ਆਈ ਗੱਲ ਨਾਲ ਉਹ ਸੱਖਣ ਕੁਝ ਭਰਦੀ ਜਾਪੀ। ਮਨ ਦੇ ਵਹਿਣ ਨੂੰ ਜਿਵੇਂ ਕੋਈ ਬੰਨ ਬਰੇਤੇ ਜਿੱਧਰ ਚੌਣ ਮੋੜ ਰਹੇ ਹੋਣ, ਨੰਦਾ ਨੂੰ ਜਦੋਂ ਮਾਂ ਦੇ ਜਿਉਂਦੀ ਹੋਣ ਦਾ ਇੱਕ ਵਿਸ਼ਵਾਸ 'ਚ ਆਇਆ ਤਾਂ ਨਾਲ ਹੀ ਪੁਰੀ ਦਾ ਆਖਿਆ ਹੋਇਆ ਦੂਜਾ ਫਿਕਰਾ ਵੀ ਯਾਦ ਆਇਆ, ਤੈਨੂੰ ਉਹਦਾ ਪਤਾ ਹੋਏਗਾ ਉਹ ਕਿੱਥੇ ਰਹਿੰਦੀ ਏ। ਤੇ ਨੰਦਾ ਨੂੰ ਜਾਪਿਆ ਪੁਰੀ ਨੂੰ ਕੁਝ ਪਤਾ ਨਹੀਂ ਸੀ ਕਿ ਮੇਰੀ ਮਾਂ ਜਿਉਂਦੀ ਏ ਕਿ ਨਹੀਂ। ਤੇ ਨੰਦਾ ਉਸ ਵਿਸ਼ਵਾਸ ਵਾਂਗ ਉਦਾਸ ਹੋ ਗਈ ਜਿਹੜਾ ਕਿਸੇ ਰੱਬ ਲਈ ਇੱਕ ਪਲ ਬੱਝਦਾ ਹੈ, ਦੂਜੇ ਪਲ ਟੁੱਟਦਾ ਹੈ। ਅੰਗ 8ਵਾਂ। ਪਾਪਾ ਨਾਲ ਖੂਨ ਦਾ ਰਿਸ਼ਤਾ ਸੀ, ਇਸ ਲਈ ਨੰਦਾ ਨੂੰ ਜਾਪਦਾ ਜੇ ਕੋਈ ਪਿਆਰ ਦਾ ਹੱਕ ਸੀ ਤਾਂ ਪਾਪਾ ਨਾਲ, ਜੇ ਕੋਈ ਹਿਰਖ ਦਾ ਹੱਕ ਸੀ ਤਾਂ ਪਾਪਾ ਨਾਲ। ਨੰਦਾ ਵਿੱਚ ਇੱਕ ਜ਼ਾਹਿਰਾ ਦਿਸਦੀ ਤਬਦੀਲੀ ਆਈ। ਉਹ ਲਾਜਬੀ ਦੇ ਹੁਕਮ ਦੀ ਜਿਵੇਂ ਇੱਕ ਬਾਂਦੀ ਜੀ ਹੋ ਗਈ ਸੀ। ਰਵੀ, ਅਸ਼ੋਕ ਤੇ ਪਰਮ ਦੀ ਆਖੇ ਇੰਜ ਲੱਗਦੀ ਜਿਵੇਂ ਉਹਨਾਂ ਦੇ ਆਖੇ ਲੱਗਣ ਲਈ ਜੰਮੀ ਹੋਵੇ, ਪਰ ਪਾਪਾ ਨਾਲ ਨਿੱਕੀ ਜਿਹੀ ਗੱਲੋਂ ਵੀ ਖੈਬੜ ਜਾਂਦੀ। ਕਦੇ ਪਾਪਾ ਲਈ ਇੰਨੇ ਲਾਡ ਨਾਲ ਭਰ ਜਾਂਦੀ ਜਿਵੇਂ ਆਪ ਬਹੁਤ ਛੋਟੀ ਬੱਚੀ ਹੋਵੇ, ਜਾਂ ਆਪ ਇੰਨੀ ਵੱਡੀ ਤੇ ਸਿਆਣੀ ਹੋ ਚੁੱਕੀ ਹੋਵੇ ਕਿ ਘਰ ਦੀ ਬੁੱਢੀ ਮਾਂ ਬਰਾਬਰ ਹੋ ਗਈ ਹੋਵੇ। ਇੱਕ ਨੰਦਾ ਵਿੱਚ ਜਿਵੇਂ ਦੋ ਨੰਦਾ ਇਕੱਠੀਆਂ ਰਹਿਣ ਲੱਗ ਪਈਆਂ। ਘਰ 'ਚ ਚਿਰਾਂ ਤੋਂ ਰਵੀ ਬਾਰੇ ਇੱਕ ਮਜ਼ਾਕ ਚੱਲਦਾ ਹੁੰਦਾ ਸੀ। ਰਵੀ ਵਾਸਤੇ ਜਿਹੜੀ ਲੜਕੀ ਵੇਖੀ ਜਾਂਦੀ ਰਵੀ ਨੂੰ ਪਸੰਦ ਨਾ ਆਉਂਦੀ ਤਾਂ ਇੱਕ ਵਾਰ ਪਾਪਾ ਦੇ ਮੂੰਹੋਂ ਫਿਕਰਾ ਜਿਵੇਂ ਇੱਕ ਅਖੌਤ ਬਣ ਗਿਆ ਸੀ, ਰਵੀ ਨੂੰ ਮਦਰ ਫਿਕਸੇਸ਼ਨ ਹੈ। ਅੱਜ ਕੱਲ੍ਹ ਨੰਦਾ ਵਿੱਚ ਜੋ ਬੜੀ ਜ਼ਾਹਿਰਾ ਤਬਦੀਲੀ ਆਈ ਸੀ, ਉਹਨੂੰ ਵੇਖ ਕੇ ਰਵੀ ਨੂੰ ਉਸ ਪਹਿਲੀ ਅਖੌਤ ਦਾ ਬਦਲਾ ਲਾਉਣ ਦਾ ਵੇਲਾ ਮਿਲ ਗਿਆ। ਇੱਕ ਦਿਨ ਖਾਣੇ ਦੇ ਮੇਜ਼ ਤੇ ਬੈਠਿਆ ਨੰਦਾ ਨੇ ਟਮਾਟਰਾਂ 'ਚ ਆਲੂ ਭਰ ਕੇ ਜੋ ਸਬਜ਼ੀ ਬਣਾਈ ਸੀ ਉਹ ਬਹੁਤੀ ਨਹੀਂ ਸੀ, ਇਸ ਲਈ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਦੇ ਕੇ ਬਹੁਤ ਸਾਰੀ ਪਾਪਾ ਦੀ ਪਲੇਟ 'ਚ ਪਾ ਦਿੱਤੀ। ਤਾਂ ਰਵੀ ਨੇ ਆਖਿਆ, ਨੰਦਾ ਨੂੰ ਅੱਜ ਕੱਲ੍ਹ ਫਾਦਰ ਫਿਕਸੇਸ਼ਨ ਹੋ ਗਈ ਹੋਈ ਹੈ। ਪਾਪਾ ਸ਼ਾਇਦ ਕਈ ਦਿਨਾਂ ਤੋਂ ਇਹ ਮਹਿਸੂਸ ਕਰ ਰਹੇ ਸਨ, ਪਰ ਰਵੀ ਨੇ ਆਖਣ ਦੀ ਪਹਿਲ ਕੀਤੀ ਤਾਂ ਪਾਪਾ ਨੇ ਸੱਚੀ ਮੁੱਚੀ ਕੁਝ ਫਿਕਰ ਨਾਲ ਨੰਦਾ ਵੱਲ ਵੇਖਿਆ। ਪਰ ਡਾਕਟਰ ਸਨ, ਵੇਲੇ ਨੂੰ ਸੰਭਾਲਦੇ ਆਖਣ ਲੱਗੇ, ਇਸ ਉਮਰ 'ਚ ਹਰ ਲੜਕੀ ਨੂੰ ਹੁੰਦੀ ਹੈ, ਇਹ ਕੋਈ ਖਾਸ ਗੱਲ ਨਹੀਂ, ਹੋਰ ਜ਼ਰਾ ਕੁ ਸਿਆਣੀ ਹੋਏਗੀ ਤਾਂ ਆਪੇ ਠੀਕ ਹੋ ਜਾਏਗੀ। ਨੰਦਾ ਨੇ ਮੂੰਹ ਨੀਵਾਂ ਪਾ ਲਿਆ, ਪਰ ਇੱਕ ਖਿਆਲ ਆਇਆ, ਜੇ ਮੈਂ ਇਸ ਵੇਲੇ ਉੱਚੀ ਸਾਰੀ ਆਖਦਿਆਂ ਪਾਪਾ ਕੀ ਕਰਾਂ, ਤੁਹਾਡਾ ਕਸੂਰ ਚੇਤੇ ਆਉਂਦਾ ਹੈ ਤਾਂ ਜੀ ਕਰਦਾ ਹੈ 6 ਵਰ੍ਹਿਆਂ ਦੀ ਬਣ ਕੇ ਤੁਹਾਡੀ ਝੋਲੀ 'ਚ ਬਹਿ ਕੇ ਰੋਵਾਂ, ਪਰ ਤੁਹਾਡੇ ਨਾਲ ਪਿਆਰ ਆਉਂਦਾ ਹੈ ਤਾਂ ਉਸ ਕਸੂਰ ਨੂੰ ਮਾਫ਼ ਕਰਨ ਲਈ 60 ਵਰ੍ਹਿਆਂ ਦੀ ਬਣ ਜਾਂਦੀ ਹਾਂ। ਨੰਦਾ ਨੇ ਆਪਣਾ ਹੇਠਲਾ ਹੋਂਠ ਦੰਦਾਂ 'ਚ ਲੈ ਲਿਆ। ਉਹਨੂੰ ਜਾਪ ਰਿਹਾ ਸੀ ਜੇ ਕਿਤੇ ਜ਼ਰਾ ਵੀ ਉਹਦੀ ਸੋਚ ਉਹਦੇ ਆਖੇ ਤੋਂ ਬਾਹਰ ਹੋ ਗਈ, ਕੁਝ ਨਾ ਕੁਝ ਜ਼ਰੂਰ ਉਹਦੇ ਮੂੰਹੋਂ ਨਿਕਲ ਜਾਏਗਾ। ਸਿਰਫ ਪਰਮ ਨੇ ਉਹਦਾ ਧਿਆਨ ਤੋੜਿਆ। ਅੱਜ ਤੂੰ ਸਿਰਫ ਆਪਣਾ ਹੋਂਠ ਹੀ ਖਾਣਾ ਹੈ, ਰੋਟੀ ਨਹੀਂ ਬਚੀ। ਪਰਮ ਨੇ ਆਪਣੀ ਪਲੇਟ ਅੱਗੇ ਕਰ ਦਿੱਤੀ ਤੇ ਨੰਦਾ ਨੂੰ ਰਵੀ ਕੋਲੋਂ ਲਿਆ ਉਲਾਂਭਾ ਲਾਉਣ ਦਾ ਵੇਲਾ ਮਿਲ ਗਿਆ। ਛੇਤੀ ਨਾਲ ਕਹਿਣ ਲੱਗੇ, ਨਾ ਬਈ, ਫਿਰ ਰਵੀ ਆਖੇਗਾ ਹੁਣ ਨੰਦਾ ਨੂੰ ਬ੍ਰਦਰ ਫਿਕਸੇਸ਼ਨ ਹੋ ਗਈ ਹੈ। ਅੰਗ 9ਵਾਂ। ਨੰਦਾ ਯੂਨੀਵਰਸਿਟੀ ਦੀ ਬਾਹਰਲੀ ਕੰਧ ਕੋਲ ਪਹੁੰਚੀ ਸੀ ਕਿ ਵੇਖਿਆ ਕੰਧ ਨਾਲ ਢੋਹ ਲਾ ਕੇ ਖਲੋਤੀ ਹੋਈ ਇੱਕ ਔਰਤ ਨੇ ਪੈਸੇ ਮੰਗਣ ਲਈ ਆਪਣੀ ਤਲੀ ਅਗਾਂਹ ਕੀਤੀ ਹੋਈ ਸੀ। ਉਹ ਤਲੀ ਨੰਦਾ ਵੱਲ ਵੱਧਦੀ ਨੰਦਾ ਦੀ ਕਮੀਜ਼ ਨੂੰ ਛੋਹ ਗਈ। ਨੰਦਾ ਨੇ ਉਸ ਮੰਗਣ ਵਾਲੀ ਔਰਤ ਵੱਲ ਖਿਝੀਆਂ ਅੱਖਾਂ ਨਾਲ ਵੇਖਿਆ। ਉਸ ਔਰਤ ਦਾ ਮੂੰਹ ਰੁਲਿਆ ਹੋਇਆ ਸੀ, ਵਾਲ ਖੁਸ਼ਕ, ਮੱਥੇ ਤੇ ਖਿੰਡੇ ਹੋਏ ਸਨ, ਸਿਰ ਉੱਤੇ ਇੱਕ ਲੀਰ ਜਿਹਾ ਦੁਪੱਟਾ ਸੀ, ਪਰ ਅੱਖਾਂ 'ਚ ਇੱਕ ਅਜੀਬ ਜਿਹੀ ਚਮਕ ਤੇ ਹਸਰਤ ਸੀ।
ਨਕਸ਼ ਰੁਲੇ ਹੋਏ ਵੀ ਮਾੜੇ ਨਹੀਂ ਸੀ। ਉਹ ਤਲੀ ਨੂੰ ਨੰਦਾ ਅੱਗੇ ਪਸਾਰ ਕੇ ਇੱਕ ਟੱਕ ਨੰਦਾ ਦੇ ਮੂੰਹ ਵੱਲ ਵੇਖੀ ਜਾ ਰਹੀ ਸੀ। ਨੰਦਾ ਕਾਲੀ ਜੀ ਪੈ ਕੇ ਛੇਤੀ ਨਾਲ ਘਰ ਜਾਣ ਵਾਲੀ ਬੱਸ ਵੱਲ ਤੁਰ ਪਈ, ਪਰ ਬੱਸ ਦੇ ਪਾਏਦਾਨ ਤੇ ਇੱਕ ਪੈਰ ਰੱਖਿਆ ਸੀ ਕਿ ਅਚਾਨਕ ਨੰਦਾ ਨੂੰ ਖਿਆਲ ਆਇਆ, ਕੀ ਪਤਾ ਉਹ ਮੰਗਣ ਵਾਲੀ ਔਰਤ ਮੇਰੀ ਮਾਂ ਹੋਵੇ। ਨੰਦਾ ਦੀਆਂ ਅੱਖਾਂ ਅੱਗੇ ਇੱਕ ਹਨੇਰਾ ਜਿਹਾ ਛਾ ਗਿਆ ਤੇ ਉਹਨੇ ਦੂਜਾ ਪੈਰ ਪਾਏਦਾਨ ਤੇ ਰੱਖਣ ਦੀ ਥਾਂ ਪਹਿਲਾਂ ਵੀ ਪਾਏਦਾਨ ਤੋਂ ਹੇਠਾਂ ਲਾ ਲਿਆ ਤੇ ਘਬਰਾ ਕੇ ਪਿੱਛਾਂ ਉੱਧਰ ਵੱਲ ਮੁੜੀ, ਯੂਨੀਵਰਸਿਟੀ ਦੀ ਉਸ ਕੰਧ ਵੱਲ ਜਿਹਦੇ ਨਾਲ ਢੋਅ ਜੀ ਲਾ ਕੇ ਉਹ ਮੰਗਣ ਵਾਲੀ ਔਰਤ ਖਲੋਤੀ ਹੋਈ ਸੀ। ਉਹਦਾ ਇੱਕ ਹੱਥ ਬੇਵਸਾ ਜਿਹਾ ਦੂਜੇ ਹੱਥ 'ਚ ਫੜੇ ਹੋਏ ਪਰਸ ਵੱਲ ਚਲਾ ਗਿਆ ਤੇ ਪਰਸ ਵਿੱਚ ਹੱਥ ਪਾ ਕੇ ਜੋ ਕੁਝ ਹੱਥ ਆਇਆ ਉਹਨੇ ਮੁੱਠ ਭਰ ਲਈ ਤੇ ਉਸ ਕੰਧ ਵੱਲ ਤੱਕਣ ਲੱਗੀ ਜਿੱਥੇ ਹੁਣੇ ਇੱਕ ਤਲੀ ਉਹਦੇ ਵੱਲ ਪਸਰੀ ਸੀ। ਕੰਧ ਖਾਲੀ ਸੀ, ਉੱਥੇ ਕੋਈ ਵੀ ਨਹੀਂ ਸੀ। ਨੰਦਾ ਘਬਰਾ ਕੇ ਇੱਧਰ ਉੱਧਰ ਵੇਖਣ ਲੱਗ ਪਈ। ਗੇਟ ਵਿੱਚੋਂ ਕਾਲਜ ਦੇ ਕਿੰਨੇ ਹੀ ਲੜਕੇ ਤੇ ਲੜਕੀਆਂ ਅਜੇ ਬਾਹਰ ਵੱਲ ਆਉਂਦੇ ਪਏ ਸਨ। ਉਹਦੇ ਵਿੱਚ ਤੇ ਕੰਧ ਦੀ ਉਸ ਥਾਂ ਵਿੱਚ ਕਦੇ ਓਲਾ ਜਿਹਾ ਹੋ ਵੀ ਜਾਂਦਾ, ਕਦੇ ਖਾਲੀ ਕੰਧ ਦਿਸਣ ਲੱਗ ਪੈਂਦੀ ਸੀ। ਨੰਦਾ ਕੰਧ ਵਾਲੀ ਸੜਕ ਦੇ ਦੋਹੀਂ ਪਾਸੇ ਦੂਰ ਤੱਕ ਕਦੇ ਇੱਧਰ ਕਦੇ ਉੱਧਰ ਵੇਖਦੀ ਰਹੀ, ਪਰ ਦੂਰ ਤੱਕ ਵੀ ਕਿਤੇ ਉਸ ਮੰਗਣ ਵਾਲੀ ਔਰਤ ਦਾ ਝੋਲਾ ਨਹੀਂ ਸੀ। ਤੇ ਫਿਰ ਸਾਰੀ ਸੜਕ ਖਾਲੀ ਹੋ ਗਈ। ਸੜਕ ਉੱਤੇ ਹਨੇਰਾ ਪੈਣ ਲੱਗ ਪਿਆ। ਘਰ ਨੂੰ ਜਾਣ ਵਾਲੀ ਬੱਸ ਵੀ ਖੌਰੇ ਚਲੀ ਗਈ ਸੀ। ਉੱਥੇ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਨੰਦਾ ਦੇ ਮੂੰਹੋਂ ਘਬਰਾ ਕੇ ਇੱਕ ਚੀਕ ਜਿਹੀ ਨਿਕਲ ਗਈ, ਮਾਂ, ਤੇ ਇਸੇ ਚੀਕ ਨਾਲ ਨੰਦਾ ਦੀ ਨੀਂਦਰ ਖੁੱਲ੍ਹ ਗਈ। ਕੁਝ ਦੇਰ ਉਹਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਸੀ, ਪਰ ਹੌਲੀ-ਹੌਲੀ ਅੱਖਾਂ 'ਚ ਆਪਣੇ ਕਮਰੇ ਦੀ, ਆਪਣੇ ਦੀਵਾਨ ਦੀ, ਆਪਣੀ ਅਲਮਾਰੀ ਦੀ ਤੇ ਆਪਣੀ ਪਛਾਣ ਆਈ। ਅਜੀਬ ਸੁਪਨਾ ਸੀ। ਨੰਦਾ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਤੇ ਫਿਰ ਨੰਦਾ ਨੂੰ ਜਾਪਿਆ ਜਿਵੇਂ ਇਹੋ ਘਟਨਾ, ਬਿਲਕੁਲ ਇਹੋ ਘਟਨਾ ਅੱਗੇ ਵੀ ਕਿਤੇ ਵੇਖੀ, ਪੜ੍ਹੀ ਜਾਂ ਸੁਣੀ ਹੋਵੇ। ਨੰਦਾ ਬਿਸਤਰੇ 'ਚੋਂ ਉੱਠੀ ਤੇ ਸੋਚੀ ਜੀ ਪਈ ਬਾਹਰ ਰਸੋਈ 'ਚ ਚਾਹ ਬਣਾਉਣ ਚਲੀ ਗਈ। ਲਾਜਬੀ ਨੇ ਅੱਗੇ ਚਾਹ ਬਣਾ ਲਈ ਹੋਈ ਸੀ ਤੇ ਉਹ ਪਿਆਲਿਆਂ 'ਚ ਚਾਹ ਪਾਉਂਦੇ ਪਏ ਸਨ। ਨੰਦਾ ਨੇ ਇੱਕ ਟਰੇ 'ਚ 3 ਪਿਆਲੇ ਰਵੀ, ਅਸ਼ੋਕ ਤੇ ਪਰਮ ਲਈ ਰੱਖੇ ਤੇ ਚੌਥਾ ਆਪਣੇ ਲਈ ਰੱਖ ਕੇ ਉੱਪਰ ਦੂਜੀ ਮੰਜ਼ਿਲ ਤੇ ਚਾਹ ਦੇਣ ਚਲੀ ਗਈ। ਰਵੀ ਤੇ ਅਸ਼ੋਕ 2 ਕਮਰਿਆਂ 'ਚ ਉਹਨਾਂ ਦੀ ਚਾਹ ਦੇ ਕੇ ਨੰਦਾ ਪਰਮ ਦਾ ਤੇ ਆਪਣਾ ਪਿਆਲਾ ਲੈ ਕੇ ਪਰਮ ਦੇ ਕਮਰੇ 'ਚ ਗਈ। ਪਰਮ ਨੂੰ ਚਾਹ ਦਿੱਤੀ ਤੇ ਆਪ ਵੀ ਉੱਥੇ ਉਹਦੇ ਮੇਜ਼ ਦੇ ਕੋਲ ਖਲੋ ਕੇ ਚਾਹ ਪੀਣ ਲੱਗ ਪਈ। ਚਾਹ ਪੀਂਦੇ ਨੇ ਪੁੱਛਿਆ, ਪਰਮ, ਇੱਕ ਤੇਰੇ ਕੋਲੋਂ ਕਿਤਾਬ ਲੈ ਕੇ ਪੜ੍ਹੀ ਸੀ, ਯਾਦ ਨਹੀਂ ਆਉਂਦਾ ਉਹਦਾ ਕੀ ਨਾਂ ਸੀ, ਪਰ ਜਿਹਦੇ ਵਿੱਚ ਇੱਕ ਮੰਗਣ ਵਾਲੀ ਔਰਤ ਇੱਕ ਲੈਂਪ ਪੋਸਟ ਦੇ ਕੋਲ ਖਲੋ ਕੇ ਉਹਦੇ ਕੋਲੋਂ ਪੈਸੇ ਮੰਗਦੀ, ਕਿਹਦੇ ਕੋਲੋਂ? ਪਰਮ ਨੇ ਚਾਹ ਦਾ ਖਾਲੀ ਪਿਆਲਾ ਮੇਜ਼ ਉੱਤੇ ਨੰਦਾ ਦੀ ਰੱਖੀ ਖਾਲੀ ਟਰੇ 'ਚ ਧਰਦਿਆਂ ਪੁੱਛਿਆ, ਇਹੀ ਤਾਂ ਯਾਦ ਨਹੀਂ ਆਉਂਦਾ ਕਿਹਦੀ ਕਹਾਣੀ ਸੀ? ਤੇ ਫਿਰ ਬਸ ਇੰਨਾ ਯਾਦ ਹੈ ਕਿ ਉਹ ਆਦਮੀ ਜਦੋਂ ਮੰਗਣ ਵਾਲੀ ਔਰਤ ਕੋਲੋਂ ਪਰਾਂ ਚਲਾ ਗਿਆ, ਕਾਫੀ ਦੂਰ ਤਾਂ ਉਹਨੂੰ ਖਿਆਲ ਆਇਆ ਕਿ ਸ਼ਾਇਦ ਉਹ ਮੰਗਣ ਵਾਲੀ ਔਰਤ ਉਹਦੀ ਮਾਂ ਹੋਵੇ। ਉਹ ਮੈਨੂੰ ਯਾਦ ਏ, ਇਹ ਯੈਨੇ ਦੀ ਲਿਖੀ ਆਪਣੀ ਬਾਇਓਗ੍ਰਾਫੀ ਸੀ। ਤੈਨੂੰ ਯਾਦ ਨਹੀਂ, ਇਹ ਫਰਾਂਸ ਦਾ ਮਸ਼ਹੂਰ ਚੋਰ ਹੁੰਦਾ ਸੀ, ਸਾਰੀ ਉਮਰ ਜੇਲ੍ਹਾਂ 'ਚ ਰਿਹਾ, ਪਰ ਇਹਨੇ ਜਦੋਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ, ਫਰਾਂਸ ਦੇ ਸਾਰਤਰ ਨੇ ਤੇ ਹੋਰ ਕਈ ਲੇਖਕਾਂ ਨੇ ਸਰਕਾਰ ਨੂੰ ਅਪੀਲ ਕਰਕੇ ਇਹਨੂੰ ਜੇਲ੍ਹ 'ਚੋਂ ਬਰੀ ਕਰਵਾਇਆ ਸੀ। ਸਾਰਤਰ ਨੇ ਖੁਦ ਫਿਰ ਇਹਦੇ ਉੱਤੇ ਕਿਤਾਬ ਲਿਖੀ ਸੀ, ਸੇਂਟ ਯੈਨੇ। ਤੇ ਪਰਮ ਮੰਜੀ ਉੱਤੋਂ ਉੱਠ ਕੇ ਮੇਜ਼ ਕੋਲ ਖਲੋਤੀ ਨੰਦਾ ਦੇ ਕੋਲ ਆ ਕੇ ਖਲੋ ਗਿਆ। ਪਰ ਅੱਜ ਸਵੇਰੇ ਤੈਨੂੰ ਉਹਦੀ ਇਹ ਗੱਲ ਕਿਸ ਤਰ੍ਹਾਂ ਯਾਦ ਆਈ? ਉਹ ਗੈਰ ਕਾਨੂੰਨੀ ਬੱਚਾ ਸੀ ਨਾ? ਨੰਦਾ ਨੇ ਪੁੱਛਿਆ। ਹਾਂ, ਜਦੋਂ ਉਹਨੂੰ ਹੋਸ਼ ਆਈ ਸੀ ਉਹਨੇ ਆਪਣੇ ਆਪ ਨੂੰ ਯਤੀਮਖਾਨੇ 'ਚ ਵੇਖਿਆ। ਪੁੱਛਣ ਤੇ ਉਹਨੂੰ ਪਤਾ ਲੱਗਾ ਸੀ ਕਿ ਉਹਨੂੰ ਜੰਮਦੇ ਨੂੰ ਉਹਦੀ ਮਾਂ ਉੱਥੇ ਛੱਡ ਗਈ ਸੀ ਤੇ ਫਿਰ ਉੱਥੇ ਕਦੀ ਨਹੀਂ ਸੀ ਆਈ। ਤੇ ਉਸ ਮੰਗਣ ਵਾਲੀ ਔਰਤ ਨੂੰ ਵੇਖ ਕੇ ਉਹਨੂੰ ਉਂਝ ਹੀ ਖਿਆਲ ਆਇਆ ਸੀ ਕਿ ਸ਼ਾਇਦ ਉਹਦੀ ਮਾਂ ਹੋਵੇ। ਨੰਦਾ ਆਪਣੇ ਧਿਆਨ ਪੁੱਛਦੀ ਜਾ ਰਹੀ ਸੀ। ਹਾਂ, ਜਿਹੜਾ ਮੂੰਹ ਗਵਾਚ ਗਿਆ ਉਹਨੂੰ ਉਹ ਬਚਪਨ ਤੋਂ ਕਈ ਥਾਈਂ ਲੱਭਦਾ, ਸੋਚਦਾ ਰਿਹਾ ਹੋਵੇਗਾ। ਇਹ ਕਿੰਨਾ ਭਿਆਨਕ ਹੈ। ਭਿਆਨਕ ਤਾਂ ਹੈ ਹੀ, ਕਸੂਰ ਕਿਸੇ ਦਾ ਹੁੰਦਾ ਪਰ ਹਮੇਸ਼ਾ ਵਿਚਾਰੇ ਬੱਚੇ ਨੂੰ ਭੁਗਤਣਾ ਪੈਂਦਾ। ਤੇ ਪਰਮ ਨੇ ਨੰਦਾ ਦੇ ਮੋਢੇ ਨੂੰ ਹਿਲਾਉਣਾ ਜਿਹਾ ਦੇ ਕੇ ਪੁੱਛਿਆ, ਪਰ ਤੇਰਾ ਰੰਗ ਪੀਲਾ ਜ਼ਰਦ ਕਿਉਂ ਹੋਇਆ? ਤੈਨੂੰ ਕੀ ਹੋਇਆ? ਮੈਨੂੰ? ਨੰਦਾ ਦੀ ਆਵਾਜ਼ ਕੰਬਣ ਲੱਗ ਪਈ। ਉਹਨੂੰ ਜਾਪਿਆ ਅੱਜ ਉਹਦੇ ਕੋਲੋਂ, ਇਕੱਲੀ ਕੋਲੋਂ ਰਾਤ ਵਾਲਾ ਸੁਪਨਾ ਜਰਿਆ ਨਹੀਂ ਜਾਏਗਾ। ਉਹ ਪਰਮ ਦੇ ਮੋਢੇ ਕੋਲ ਮੂੰਹ ਨੂੰ ਛੁਪਾਉਂਦੀ ਆਖਣ ਲੱਗੀ, ਮੈਨੂੰ ਰਾਤੀ ਬਿਲਕੁਲ ਇਹੋ ਸੁਪਨਾ ਆਇਆ ਸੀ, ਪਤਾ ਨਹੀਂ ਕਿਉਂ। ਪਰਮ ਨੇ ਨੰਦਾ ਨੂੰ ਇੱਕ ਬਾਂਹ 'ਚ ਵਲਾ ਕੇ ਪਿਆਰ ਵਰਗੀ ਝਿੜਕ ਦਿੱਤੀ। ਸ਼ਾਇਦ ਬਹੁਤ ਸੀਰੀਅਸ ਕਿਤਾਬਾਂ ਛੋਟੀ ਉਮਰ 'ਚ ਨਹੀਂ ਪੜ੍ਹਨੀਆਂ ਚਾਹੀਦੀਆਂ। ਤੂੰ ਯੂਨੀਵਰਸਿਟੀ 'ਚ ਕੋਈ ਗੇਮਸ ਖੇਡਿਆ ਕਰ, ਇਹੋ ਜਿਹੀਆਂ ਕਿਤਾਬਾਂ ਘੱਟ ਪੜ੍ਹਿਆ ਕਰ। ਨੰਦਾ ਦਾ ਧਿਆਨ ਪਰਮ ਦੀ ਗੱਲ ਵੱਲ ਨਹੀਂ ਸੀ। ਉਹਨੂੰ ਇਸ ਵੇਲੇ ਬਾਲਜ਼ਾਕ ਦੀ ਜ਼ਿੰਦਗੀ 'ਤੇ ਲਿਖੀ ਉਹ ਕਿਤਾਬ ਚੇਤੇ ਆ ਰਹੀ ਸੀ
ਜਿਹਦੇ 'ਚੋਂ ਲਿਖਦਾ ਹੈ ਕਿ ਬਾਲਜ਼ਾਕ ਉਹ ਬੱਚਾ ਸੀ ਜਿਹੜਾ ਸਾਰਾ ਦਿਨ ਆਪਣੀ ਮਾਂ ਨੂੰ ਹੱਥ ਨਾਲ ਛੋਹ ਕੇ ਵੇਖਣ ਲਈ ਤਰਸਦਾ ਰਿਹਾ ਸੀ। ਪਰਮ, ਨੰਦਾ ਨੇ ਪਰਮ ਦੇ ਮੋਢੇ ਕੋਲ ਛੁਪਾਇਆ ਹੋਇਆ ਆਪਣਾ ਮੂੰਹ ਉਤਾਂਹ ਚੁੱਕਿਆ ਤੇ ਪਰਮ ਵੱਲ ਵੇਖਦੀ ਪੁੱਛਣ ਲੱਗੀ, ਪਰ ਬਾਲਜ਼ਾਕ ਦੀ ਮਾਂ ਨੇ ਉਹਨੂੰ ਕੋਲ ਰੱਖਿਆ ਸੀ। ਭਾਵੇਂ ਉਹ ਗੈਰ ਕਾਨੂੰਨੀ ਬੱਚਾ ਸੀ, ਉਹ ਫੇਰ ਵੀ ਮਾਂ ਦੇ ਪਿਆਰ ਲਈ ਤਰਸਦਾ ਹੁੰਦਾ ਸੀ। ਉਹਦੀ ਮਾਂ ਇੱਕ ਅਮੀਰ ਆਦਮੀ ਦੀ ਨੌਕਰਾਣੀ ਹੁੰਦੀ ਸੀ। ਇਹ ਬੱਚਾ ਉਸੇ ਆਦਮੀ ਦਾ ਸੀ। ਉਹਨੇ ਸੋਚਿਆ ਸੀ ਕਿ ਬੱਚੇ ਦੀ ਖਬਰ ਸੁਣ ਕੇ ਉਹਦੇ ਨਾਲ ਵਿਆਹ ਕਰ ਲਏਗਾ, ਪਰ ਉਹਦੇ ਇਨਕਾਰ ਤੇ ਉਹਨੂੰ ਮਜਬੂਰਨ ਇੱਕ ਵੱਡੀ ਉਮਰ ਦੇ ਆਦਮੀ ਨਾਲ ਵਿਆਹ ਕਰਨਾ ਪਿਆ ਸੀ ਤੇ ਜਿਹਦੇ ਲਈ ਉਹ ਇਸ ਬੱਚੇ ਨੂੰ ਕਦੇ ਮਾਫ ਨਹੀਂ ਸੀ ਕਰ ਸਕੀ। ਬਾਲਜ਼ਾਕ ਫਰਾਂਸ ਦਾ ਮਸ਼ਹੂਰ ਲੇਖਕ, ਪਰ ਛੋਟਿਆਂ ਹੁੰਦਿਆਂ ਮਾਂ ਦੇ ਹੱਥ ਨੂੰ ਛੋਹਣ ਲਈ ਵੀ ਤਰਸਦਾ ਹੁੰਦਾ ਸੀ। ਜ਼ਿੰਦਗੀ ਵੀ ਅਜੀਬ ਹੁੰਦੀ ਹੈ ਤੇ ਪਰਮ ਨੇ ਅਚਾਨਕ ਬਾਲਜ਼ਾਕ ਦੀ ਸੋਚ ਵਿੱਚੋਂ ਨਿਕਲ ਕੇ ਨੰਦਾ ਨੂੰ ਪੁੱਛਿਆ, ਪਰ ਤੂੰ ਕਿਉਂ ਪਰੇਸ਼ਾਨ ਹੈ? ਰਾਤ ਦੇ ਸੁਪਨੇ ਤੋਂ, ਨੰਦਾ ਨੇ ਹੌਲੀ ਜਿਹੀ ਕਿਹਾ ਤੇ ਖਾਲੀ ਪਿਆਲੇ ਟਰੇ 'ਚ ਰੱਖ ਕੇ ਹੇਠਾਂ ਜਾਣ ਲੱਗੀ। ਜਾਂਦੀ ਨੂੰ ਪਰਮ ਨੇ ਆਖਿਆ, ਹੁਣ ਮੈਂ ਤੈਨੂੰ ਆਪਣੇ ਕਮਰੇ ਦੀ ਚਾਬੀ ਨਹੀਂ ਦਿਆ ਕਰਨੀ। ਪਤਾ ਨਹੀਂ ਤੂੰ ਕੀ ਕੀ ਪੜ੍ਹ ਕੇ ਤੇ ਕੀ ਕੀ ਸੋਚਦੀ ਰਹਿੰਦੀ ਹੈ। ਨੰਦਾ ਕਮਰੇ ਦੀਆਂ ਦਹਲੀਜ਼ਾਂ ਵਿੱਚ ਖਲੋ ਕੇ ਹੱਸ ਪਈ। ਚੋਰ ਦਾ ਖਿਤਾਬ ਤਾਂ ਮਿਲ ਹੀ ਚੁੱਕਿਆ ਹੋਇਆ ਹੈ, ਕਿਸੇ ਨਾ ਕਿਸੇ ਤਰ੍ਹਾਂ ਕਮਰਾ ਵੀ ਚੋਰੀ ਖੋਲ੍ਹ ਲਵਾਂਗੀ। ਅੰਗ 10ਵਾਂ। ਤੀਸਰੇ ਦਿਨ ਸਵੇਰ ਵਾਲੀ ਚਾਹ ਦਾ ਪਿਆਲਾ ਨੰਦਾ ਕੋਲੋਂ ਲੈ ਕੇ ਪਰਮ ਨੇ ਉਹਨੂੰ ਸਾਹਮਣੇ ਦੀਵਾਨ ਤੇ ਬਹਿਣ ਲਈ ਆਖਿਆ। ਅੱਜ ਉਹ ਆਪ ਮੇਜ਼ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ। ਚਾਹ ਦਾ ਪਿਆਲਾ ਵੀ ਉਹਨੇ ਦੀਵਾਰ ਵਾਲੀ ਛੋਟੀ ਚੌਂਕੀ ਤੇ ਰੱਖਣ ਦੀ ਥਾਂ ਮੇਜ਼ ਤੇ ਰੱਖ ਲਿਆ ਸੀ। ਤੂੰ ਕੱਲ ਬਾਲਜ਼ਾਕ ਦੀ ਤੇ ਯਾਨੇ ਦੀ ਗੱਲ ਕਰਦੀ ਪਈ ਸੀ ਨਾ? ਪਰਮ ਦੇ ਇਸ ਅੱਧੇ ਜਿਹੇ ਫਿਕਰੇ ਨੂੰ ਸੁਣਦਿਆਂ ਹੀ ਨੰਦਾ ਦਾ ਜੀ ਕੀਤਾ ਆਖ ਦੇਵੇ, ਨਹੀਂ, ਮੈਂ ਉਹਨਾਂ ਦੀ ਗੱਲ ਨਹੀਂ ਸੀ ਕਰਦੀ ਪਈ, ਨਾ ਕਿਸੇ ਹੋਰ ਦੀ, ਮੈਂ ਤੇ ਆਪਣੀ ਗੱਲ ਕਰਦੀ ਪਈ ਸਾਂ। ਪਰ ਨੰਦਾ ਨੇ ਸਿਰ ਨਾਲ ਹਾਂ ਕਹਿ ਕੇ ਮੂੰਹੋਂ ਕੁਝ ਨਹੀਂ ਆਖਿਆ। ਪਰਮ ਨੇ ਆਖਿਆ, ਪਰਸੋਂ ਤੇ ਕੱਲ ਸਾਰਾ ਦਿਨ ਤੇ ਰਾਤੀ ਕੋਈ ਅੱਧੀ ਰਾਤ ਤੱਕ ਮੈਂ ਉਹਨਾਂ ਬੱਚਿਆਂ ਬਾਰੇ ਹੀ ਪੜ੍ਹਦਾ ਰਿਹਾ ਜਿਨ੍ਹਾਂ ਨੂੰ ਲੋਕ ਗੈਰ ਕਾਨੂੰਨੀ ਆਖਦੇ ਨੇ। ਨੰਦਾ ਹੱਸ ਜੀ ਪਈ। ਬਾਲਜ਼ਾਕ ਤਾਂ ਮਸਾਂ ਕੋਈ ਇੱਕ ਬਣਦਾ ਹੈ, ਬਾਕੀ ਵਿਚਾਰੇ ਖੌਰੇ ਦੁਨੀਆ 'ਚ ਇਹੋ ਜਿਹੇ ਬੱਚੇ ਕਿੰਨੇ ਹੁੰਦੇ ਨੇ। ਸਾਰੀ ਦੁਨੀਆ 'ਚ 4% ਹੀ ਹੁੰਦੇ ਨੇ। 1000 ਬੱਚਿਆਂ ਪਿੱਛੇ 40। ਉਂਝ ਕਿਸੇ ਥਾਂ 1%, ਕਿਸੇ ਥਾਂ ਕਈ ਫੀਸਦੀ ਹੁੰਦੇ ਨੇ। ਪਰ ਸਮੁੱਚੇ ਤੌਰ ਤੇ ਪਰਮ ਆਪਣੇ ਨਵੇਂ ਹਾਸਲ ਕੀਤੇ ਇਲਮ ਵਿੱਚ ਇੰਨਾ ਜਜ਼ਬ ਹੋਇਆ ਸੀ ਕਿ ਉਹਨੇ ਨੰਦਾ ਦੇ ਪੀੜ ਨਾਲ ਤੇ ਤਰਸ ਨਾਲ ਭਰੇ ਹਾਸੇ ਨੂੰ ਨਹੀਂ ਗੌਲਿਆ। ਸਿਰਫ ਨੰਦਾ ਦੇ ਖੁੱਲ੍ਹਦੇ ਤੇ ਮੀਟਦੇ ਹੋਠਾਂ ਨੂੰ ਪਤਾ ਸੀ ਕਿ ਉਹ ਕਹਿਣਾ ਚਾਹ ਰਹੀ ਸੀ, ਪਰ ਇਸ ਗਿਣਤੀ 'ਚ ਮੈਂ ਸ਼ਾਮਲ ਨਹੀਂ, ਇਸ ਲਈ ਇਹ ਗਿਣਤੀ ਗਲਤ ਹੈ। ਪਰ ਨੰਦਾ ਨੇ ਆਪਣੇ ਹਾਸੇ ਜਿਹੇ ਨੂੰ ਆਪਣੇ ਹੋਠਾਂ ਕੋਲ ਅਥਰੂ ਵਾਂਗ ਪੂੰਝ ਦਿੱਤਾ ਤੇ ਪਰਮ ਵੱਲ ਵੇਖਣ ਲੱਗ ਪਈ। ਪਰਮ ਆਖ ਰਿਹਾ ਸੀ, ਬ੍ਰਿਟੇਨ 'ਚ 1576 ਐਕਟ ਅਨੁਸਾਰ ਗੈਰ ਕਾਨੂੰਨੀ ਬੱਚੇ ਲਈ ਮਾਂ ਬਾਪ ਉੱਤੇ ਪਬਲਿਕਲੀ ਇਲਜ਼ਾਮ ਲਾਇਆ ਜਾ ਸਕਦਾ ਸੀ। ਇਸ ਲਈ ਲੋਕ ਆਪਣੇ ਬੱਚਿਆਂ ਨੂੰ ਅਪਣਾਉਂਦੇ ਨਹੀਂ ਸੀ ਤੇ ਲੰਦਨ 'ਚ ਅਜਿਹੇ ਬੱਚਿਆਂ ਦੀ ਸੰਭਾਲ ਲਈ 1739 'ਚ ਪਹਿਲਾ ਹਸਪਤਾਲ ਬਣਿਆ। ਪਰ 1739 ਤੋਂ ਪਹਿਲਾਂ ਉਹਨਾਂ ਦੀ ਕੀ ਹਾਲਤ ਹੁੰਦੀ ਸੀ? ਨੰਦਾ ਨੇ ਪਰਮ ਦੀ ਗੱਲ ਟੁੱਕ ਕੇ ਸਵਾਲ ਕੀਤਾ, ਪਰ ਪਰਮ ਅਜਿਹਾ ਜਵਾਬ ਦੇਣ ਦੀ ਥਾਂ ਆਖ ਰਿਹਾ ਸੀ, ਅਮਰੀਕਾ ਵਿੱਚ ਇਹੋ ਜਿਹੀ ਸੰਸਥਾ 1856 'ਚ ਬਣਾਈ ਗਈ। ਫਿਰ ਅਸਲ 'ਚ ਸਾਰੇ ਕਾਨੂੰਨ ਲੋੜ ਮੁਤਾਬਕ ਬਦਲਦੇ ਰਹਿੰਦੇ ਨੇ। ਪਹਿਲਾਂ ਗੈਰ ਕਾਨੂੰਨੀ ਬੱਚਿਆਂ ਲਈ ਬੜੇ ਸਖਤ ਕਾਨੂੰਨ ਹੁੰਦੇ ਸੀ। ਮਸਲਨ ਉਹਨਾਂ ਦੇ ਜਨਮ ਵੇਲੇ ਉਹਨਾਂ ਦੇ ਗੈਰ ਕਾਨੂੰਨੀ ਹੋਣਾ ਉਹਨਾਂ ਦੇ ਬਰਥ ਸਰਟੀਫਿਕੇਟ ਉੱਤੇ ਲਿਖ ਦਿੱਤਾ ਜਾਂਦਾ ਸੀ ਤੇ ਉਹ ਬਰਥ ਸਰਟੀਫਿਕੇਟ ਜ਼ਿੰਦਗੀ 'ਚੋਂ ਭਾਵੇਂ ਕਿੰਨਾ ਹੀ ਛੁਪਾ ਕੇ ਰੱਖਦੇ, ਉਹਨੂੰ ਕਈ ਵਾਰ ਐਕਸਪੋਜ਼ ਹੋਣਾ ਪੈਂਦਾ ਸੀ। ਹਾਂ, ਉਹਦੇ ਬਗੈਰ ਤਾਂ ਬੱਚੇ ਕਿਸੇ ਸਕੂਲ 'ਚ ਦਾਖਲ ਹੀ ਨਹੀਂ ਹੋ ਸਕਦੇ। ਹਾਂ, ਸਕੂਲ ਕਾਲਜ 'ਚ ਦਾਖਲ ਹੋਣ ਵੇਲੇ, ਫਿਰ ਕੋਈ ਨੌਕਰੀ ਲਈ ਦਰਖਾਸਤ ਦੇਣ ਵੇਲੇ, ਪਾਸਪੋਰਟ ਬਣਵਾਉਣ ਵੇਲੇ, ਡਰਾਈਵਿੰਗ ਲਾਇਸੈਂਸ ਲੈਣ ਵੇਲੇ, ਵਿਆਹ ਕਰਨ ਵੇਲੇ। 1938 'ਚ ਅਮਰੀਕਾ ਦੀਆਂ 4 ਸਟੇਟਸ ਨੇ ਫੈਸਲਾ ਕੀਤਾ ਕਿ ਬੱਚਿਆਂ ਦੇ ਬਰਥ ਸਰਟੀਫਿਕੇਟ ਉੱਤੇ ਇਹ ਗੱਲ ਨਾ ਲਿਖੀ ਜਾਏ। ਫਿਰ 30 ਸਾਲਾਂ ਵਿੱਚੋਂ 16 ਸਟੇਟਸ ਨੇ ਫੈਸਲਾ ਕਰ ਲਿਆ ਤੇ ਇੱਕ ਹੋਰ ਫਰਕ ਇਹ ਪਿਆ ਕਿ ਜਿਨ੍ਹਾਂ ਲੋਕਾਂ ਦੇ ਘਰ ਬੱਚੇ ਨਹੀਂ ਸਨ, ਉਹ ਇਹਨਾਂ ਬੱਚਿਆਂ ਨੂੰ ਅਡਾਪਟ ਕਰਨ ਲੱਗ ਪਏ ਤੇ ਇੰਝ ਸਮਾਜ ਉੱਤੇ ਉਹਨਾਂ ਮਾਵਾਂ ਦਾ ਅਹਿਸਾਨ ਮੰਨਿਆ ਜਾਣ ਲੱਗਾ ਜੋ ਇਹਨਾਂ ਬੱਚਿਆਂ ਨੂੰ ਜਨਮ ਦੇ ਕੇ ਕਈਆਂ ਬੇਔਲਾਦ ਲੋਕਾਂ ਦਾ ਘਰ ਆਬਾਦ ਕਰ ਦਿੰਦੀਆਂ ਹਨ। ਪਰ ਕਾਨੂੰਨ ਬੜੇ ਅਜੀਬ ਹੁੰਦੇ ਹਨ। ਕਿਸ ਤਰ੍ਹਾਂ? ਪਰਮ ਹੱਸਣ ਲੱਗ ਪਿਆ। ਇਹੋ ਜਿਹੇ ਬੱਚਿਆਂ ਦੀ ਗਿਣਤੀ ਘੱਟ ਸੀ ਤਾਂ ਕਈ ਲੋਕ ਇਹਨਾਂ ਬੱਚਿਆਂ ਨੂੰ ਚੰਗੀ ਨਜ਼ਰ ਨਾਲ ਵੇਖਣ ਲੱਗ ਪਏ ਸਨ। ਪਰ ਗਿਣਤੀ ਵੱਧ ਗਈ ਤਾਂ ਅਮਰੀਕਾ ਦੀਆਂ ਕਈ ਸਟੇਟਾਂ ਨੇ ਕੋਸ਼ਿਸ਼ ਕੀਤੀ ਕਿ ਇਹ ਕਾਨੂੰਨ ਬਣਾ ਕੇ
ਇੱਕ ਔਰਤ ਨੂੰ ਇੱਕ ਗੈਰ ਕਾਨੂੰਨੀ ਬੱਚੇ ਦੀ ਇਜਾਜ਼ਤ ਦੇ ਦਿੱਤੀ ਜਾਏ, ਪਰ ਬਹੁਤਿਆਂ ਦੀ ਨਹੀਂ। ਉਹ ਕਿਸ ਤਰ੍ਹਾਂ? ਨੰਦਾ ਆਪਣੀ ਸੋਚ ਵਿੱਚੋਂ ਨਿਕਲ ਕੇ ਸੱਚੀ ਮੁੱਚੀ ਬਾਹਰ ਦੀ ਸੋਚ ਨਾਲ ਜੁੜ ਰਹੀ ਸੀ। ਉਹਨਾਂ ਕਈਆਂ ਦੀ ਤਕਦੀਰ ਨਾਲ ਜੋ ਉਹਦੇ ਵਰਗੇ ਸਨ, ਪਰ ਦੁਨੀਆ 'ਚ ਪਤਾ ਨਹੀਂ ਕਿੱਥੇ ਕਿੱਥੇ ਸਨ। ਪਰਮ ਆਖਣ ਲੱਗਾ, ਮੈਂ ਤੈਨੂੰ ਕਹਿ ਰਿਹਾ ਸੀ ਨਾ ਕਿ ਕਾਨੂੰਨ ਬੜੀ ਅਜੀਬ ਚੀਜ਼ ਹੁੰਦੇ ਨੇ। ਉਹਨਾਂ ਲੋਕਾਂ ਨੇ ਸੋਚਿਆ ਕਿ ਜੇ ਕੋਈ ਔਰਤ ਇੱਕ ਤੋਂ ਬਾਅਦ ਦੂਜਾ ਬੱਚਾ ਵੀ ਇਹੋ ਜਿਹਾ ਪੈਦਾ ਕਰੇ ਤਾਂ ਉਹਨੂੰ ਜ਼ਬਰਦਸਤੀ ਬੱਚਾ ਨਾ ਪੈਦਾ ਕਰ ਸਕਣ ਵਾਲੀ ਔਰਤ ਬਣਾ ਦਿੱਤਾ ਜਾਏ। ਪਰ ਪਰਮ, ਨੰਦਾ ਕੁਝ ਸੋਚਦੀ ਜੀ ਆਖਣ ਲੱਗੀ, ਉਹ ਤੇ ਹੋਇਆ, ਪਰ ਇਹਦੇ ਵਿੱਚ ਕਿਸੇ ਬੱਚੇ ਦਾ ਕੀ ਕਸੂਰ ਹੁੰਦਾ ਹੈ? ਇਹ ਅਸਲ ਵਿੱਚ, ਪਰਮ ਹਿਸਾਬ ਜਿਹਾ ਲਾਉਂਦਾ ਦੱਸਣ ਲੱਗਾ, ਇਹ ਸਾਰੀ ਗੱਲ 'ਚ 3 ਜਣੇ ਸ਼ਾਮਲ ਹੁੰਦੇ ਨੇ, ਇੱਕ ਆਦਮੀ, ਇੱਕ ਔਰਤ ਤੇ ਇੱਕੇ ਪੈਦਾ ਹੋਣ ਵਾਲਾ ਬੱਚਾ। ਆਦਮੀ ਦਾ ਤੇ ਅਕਸਰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ। ਔਰਤ ਵੀ ਚਾਹੇ ਤਾਂ ਇਹ ਕਰ ਸਕਦੀ ਹੈ ਕਿ ਕਿਸੇ ਨੂੰ ਉਹਦਾ ਪਤਾ ਨਾ ਲੱਗੇ, ਪਰ ਬੱਚਾ ਕਿੱਥੇ ਜਾਏ? ਸੋ ਸਮਾਜ ਭਾਵੇਂ ਉਸ ਆਦਮੀ ਨਾਲ ਤੇ ਉਸ ਔਰਤ ਨਾਲ ਗੁੱਸੇ ਹੁੰਦਾ, ਪਰ ਉਹਨਾਂ ਨੂੰ ਨਾ ਲੱਭ ਸਕਦਾ, ਨਾ ਕੁਝ ਆਖ ਸਕਦਾ। ਇਸ ਲਈ ਸਾਰਾ ਗੁੱਸਾ ਉਸ ਬੱਚੇ ਉੱਤੇ ਕੱਢਦਾ ਜੋ ਸਾਹਮਣੇ ਹੁੰਦਾ। ਤੇ ਪਰਮ ਆਪਣੀ ਜਾਣਕਾਰੀ ਨੂੰ ਚੇਤੇ ਕਰਦਾ ਆਖਣ ਲੱਗਾ, ਦੂਸਰੀ ਵੱਡੀ ਜੰਗ ਤੋਂ ਪਹਿਲਾਂ ਇਹ ਕਾਨੂੰਨ ਸਖਤ ਹੁੰਦੇ ਸਨ, ਪਰ ਜੰਗ 'ਚ ਜਦੋਂ ਬਹੁਤ ਸਾਰੇ ਲੋਕ ਮਾਰੇ ਗਏ ਤੇ ਜਿਨ੍ਹਾਂ ਦੇਸ਼ਾਂ ਦੀ ਆਬਾਦੀ ਘਟ ਗਈ, ਉਹਨਾਂ ਨੇ ਇਹੋ ਜਿਹੇ ਕਾਨੂੰਨ ਨਰਮ ਕਰ ਦਿੱਤੇ। ਮਸਲਨ ਬ੍ਰਿਟੇਨ ਨੇ ਕਾਨੂੰਨ ਪਾਸ ਕੀਤਾ ਕਿ ਗੈਰ ਕਾਨੂੰਨੀ ਬੱਚੇ ਦੇ ਮਾਂ-ਬਾਪ ਜੇ ਪਿੱਛੋਂ ਵਿਆਹ ਕਰ ਲੈਣ ਤਾਂ ਬੱਚੇ ਨੂੰ ਉਸ ਵਿਆਹ ਦੀ ਤਾਰੀਖ ਤੋਂ ਕਾਨੂੰਨੀ ਸਮਝ ਲਿਆ ਜਾਏਗਾ। ਤੇ ਇਹ ਇੱਕ ਕਾਨੂੰਨ ਵੀ ਪਾਸ ਕੀਤਾ ਕਿ ਬੱਚੇ ਨੂੰ ਕੁਆਰੀ ਮਾਂ ਦੀ ਜਾਇਦਾਦ ਲੈ ਸਕਣ ਦਾ ਹੱਕ ਹੈ। ਮਾਂ ਦੀ ਜਾਇਦਾਦ ਵੀ ਤੇ ਮਾਂ ਦੇ ਮਾਂ-ਪਿਓ ਦੀ ਜਾਇਦਾਦ ਵੀ। ਇਸੇ ਤਰ੍ਹਾਂ ਸੋਵੀਅਤ ਰੂਸ ਦੇ 2 ਕਰੋੜ ਲੋਕ ਜੰਗ 'ਚ ਮਰ ਗਏ ਸੀ। ਉਹਨਾਂ ਨੇ ਆਪਣੇ ਲੋਕਾਂ ਦੀ ਘਾਟ ਨੂੰ ਪੂਰੀਆਂ ਕਰਨ ਲਈ ਇਹ ਫੈਸਲਾ ਕੀਤਾ ਕਿ ਕਾਨੂੰਨੀ ਤੇ ਗੈਰ ਕਾਨੂੰਨੀ ਵਿਤਕਰੇ ਨੂੰ ਮਿਟਾ ਦਿੱਤਾ ਜਾਏ। ਸੋ ਕਈ ਵਾਰ ਕਿਸੇ ਅਨਿਆਂ ਨੂੰ ਮਿਟਾਉਣ ਲਈ, ਨੰਦਾ ਹੱਸ ਜਿਹੀ ਪਈ, ਕਿਸੇ ਬਹੁਤ ਵੱਡੀ ਤਬਾਹੀ ਦੀ ਲੋੜ ਹੁੰਦੀ ਹੈ। ਪਰ ਸੁਣ, ਪਰਮ ਆਖਣ ਲੱਗਾ, ਨਾਰਵੇ ਨੂੰ ਇਹੋ ਜਿਹੀ ਕੋਈ ਮਜਬੂਰੀ ਨਹੀਂ ਸੀ। ਸਿਰਫ ਇਨਸਾਨੀ ਪੱਧਰ ਉੱਤੇ ਉਹਨੇ 1915 ਵਿੱਚ ਇਹ ਸੋਚਿਆ ਕਿ ਗੈਰ ਕਾਨੂੰਨੀ ਬੱਚੇ ਨੂੰ ਵੀ ਕਾਨੂੰਨੀ ਬੱਚੇ ਵਾਲੇ ਸਾਰੇ ਹੱਕ ਦਿੱਤੇ ਜਾਣ, ਤੇ ਨਾਰਵੇ ਨੇ ਆਪਣੇ ਦੇਸ਼ ਵਿੱਚ ਇਹ ਕਾਨੂੰਨ ਪਾਸ ਕਰ ਦਿੱਤਾ। ਸਵੀਡਿਸ਼ ਕਾਨੂੰਨ ਦੇ ਮੁਤਾਬਕ ਮਾਂ-ਬਾਪ ਦਾ ਭਾਵੇਂ ਆਪੋ 'ਚ ਵਿਆਹ ਨਾ ਹੋਇਆ ਹੋਵੇ, ਪਰ ਕਦੇ ਵਿਆਹ ਦਾ ਇਕਰਾਰ ਤਾਂ ਹੋਇਆ ਹੀ ਹੋਏਗਾ। ਸੋ ਉਸ ਇਕਰਾਰ ਦੀ ਬੁਨਿਆਦ ਤੇ ਬੱਚੇ ਨੂੰ ਬਾਪ ਦਾ ਨਾਂ ਵਰਤਣ ਦਾ ਵੀ ਹੱਕ ਹੁੰਦਾ ਹੈ ਤੇ ਉਹਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਦਾ ਵੀ। ਸੋਵੀਅਤ ਯੂਨੀਅਨ ਵਿੱਚ 1944 ਤੋਂ ਪਹਿਲਾਂ ਬੱਚੇ ਦੀ ਜ਼ਿੰਮੇਵਾਰੀ ਉਹਦੇ ਬਾਪ ਨੂੰ ਸੌਂਪੀ ਜਾਂਦੀ ਸੀ, ਪਰ 1944 ਤੋਂ ਪਿੱਛੋਂ ਇਹ ਜ਼ਿੰਮੇਵਾਰੀ ਸਟੇਟ ਦੀ ਆਪਣੀ ਹੋ ਗਈ। ਠੀਕ ਹੈ ਪਰਮ, ਨੰਦਾ ਦਾ ਸਾਰਾ ਸਾਹ ਇੱਕ ਹੌਕਾ ਬਣ ਗਿਆ। ਇਸ ਤਰ੍ਹਾਂ ਕੁਝ ਦਾਗ ਤਾਂ ਬੱਚੇ ਦੇ ਮੱਥੇ ਉੱਤੋਂ ਪੁੰਝੇ ਗਏ, ਪਰ ਜੋ ਉਹਦੇ ਦਿਲ 'ਚ ਇੱਕ ਦਾਗ ਹੁੰਦਾ ਹੈ, ਪਰ ਉਹ ਆਪਣੀ ਸੋਚ ਦਾ ਜਵਾਬ ਉਡੀਕੇ ਬਿਨਾਂ ਪਰਮ ਨੂੰ ਆਖਣ ਲੱਗੀ, ਤੂੰ ਇਸ ਗੱਲ ਉੱਤੇ ਇੰਨਾ ਕੁਝ ਪੜ੍ਹਦਾ ਤੇ ਸੋਚਦਾ ਰਿਹਾ ਹੈ, PhD ਵਾਸਤੇ ਤੂੰ ਆਪਣਾ ਸਬਜੈਕਟ ਤੇ ਨਹੀਂ ਬਦਲ ਲਿਆ? ਪਰਮ ਹੱਸਣ ਲੱਗ ਪਿਆ, ਅਜੇ ਤੇ ਤੈਨੂੰ ਪਤਾ ਹੀ ਨਹੀਂ ਕਿ ਮੈਂ ਇਸ ਸਬਜੈਕਟ ਉੱਤੇ 2 ਦਿਨ ਵਿੱਚ ਕਿੰਨੀ ਰਿਸਰਚ ਕੀਤੀ ਹੈ। ਮੈਂ ਇਹਦੇ ਬਾਰੇ ਫ੍ਰੈਂਚ ਲਾਅ ਵੀ ਪੜ੍ਹਿਆ ਤੇ ਜਰਮਨ ਲਾਅ ਵੀ, ਤੇ ਪ੍ਰੀਮੇਟਿਵ ਸੋਸਾਇਟੀ 'ਚ ਜਿਸ ਤਰ੍ਹਾਂ ਸੋਚਿਆ ਜਾਂਦਾ ਸੀ ਉਹ ਵੀ, ਤੇ ਇਸ ਤੋਂ ਇਲਾਵਾ ਦੁਨੀਆ ਦੇ ਮਿਥਿਹਾਸ ਵਿੱਚ। ਮਾਈ ਗॉड ਪਰਮ, ਤੂੰ ਇਹ ਸਭ ਕੁਝ ਕਿਉਂ? ਨੰਦਾ ਕੋਲੋਂ ਨਾ ਕੁਝ ਆਖਿਆ ਜਾ ਰਿਹਾ ਸੀ, ਨਾ ਹੈਰਾਨ ਹੋਣੋਂ ਰਿਹਾ ਜਾ ਰਿਹਾ ਸੀ। ਕੁਝ ਨਹੀਂ, ਪਰਸੋਂ ਤੈਨੂੰ ਇੱਕ ਅਜੀਬ ਸੁਪਨਾ ਆਇਆ ਸੀ ਨਾ, ਇਸ ਲਈ। ਪਰਮ ਹੱਸਣ ਲੱਗ ਪਿਆ, ਪਰ ਉਹਦਾ ਹਾਸਾ ਜਿਵੇਂ ਡੂੰਘਾ ਕਿਤੇ ਨੰਦਾ ਦੀ ਉਦਾਸੀ ਨਾਲ ਜੁੜਿਆ ਹੋਇਆ ਸੀ। ਨੰਦਾ ਨੂੰ ਪਰਮ ਦੇ ਮੂੰਹ ਉੱਤੋਂ ਆਪਣੱਤ ਦਾ ਇੱਕ ਝੋਲਾ ਜਿਹਾ ਪਿਆ ਤੇ ਉਹਨੂੰ ਜਾਪਿਆ ਜਿਵੇਂ ਉਹਦੀ ਉਦਾਸੀ ਅੱਜ ਇਕੱਲੀ ਨਹੀਂ ਸੀ। ਅੰਗ 11ਵਾਂ। ਸਾਰੇ ਘਰ ਦੀ ਹਵਾ ਅਚਾਨਕ ਧੁੰਖੀ ਗਈ। ਨੰਦਾ ਇੱਕ ਸਵੇਰ ਜਦੋਂ ਸਾਰਿਆਂ ਦੀ ਚਾਹ ਲੈ ਕੇ ਉਤਲੀ ਮੰਜ਼ਿਲ ਤੇ ਗਈ, ਰਵੀ ਨੂੰ ਤੇ ਅਸ਼ੋਕ ਨੂੰ ਉਹਨਾਂ ਦੇ ਕਮਰਿਆਂ 'ਚ ਚਾਹ ਦੇ ਕੇ ਜਦੋਂ ਪਰਮ ਦੇ ਕਮਰੇ 'ਚ ਗਈ, ਵੇਖਿਆ ਪਰਮ ਇੱਕ ਕੈਨਵਸ ਦੇ ਅੱਗੇ ਖਲੋਤਾ ਕੁਝ ਪੇਂਟ ਕਰ ਰਿਹਾ ਸੀ। ਉਹਦੇ ਸੱਜੇ ਹੱਥ 'ਚ ਬੁਰਸ਼ ਸੀ, ਪਰ ਖੱਬੇ ਹੱਥ ਵਿੱਚ ਸਿਗਰਟ ਸੀ, ਤੇ ਕੋਲ ਮੇਜ਼ ਉੱਤੇ ਬੁਝੇ ਸਿਗਰਟਾਂ ਦੇ ਕਈ ਟੋਟੇ ਤੇ ਉਹਨਾਂ ਦੀ ਰਾਖ ਦਾ ਇੱਕ ਢੇਰ ਜਿਹਾ ਲੱਗਾ ਸੀ, ਜਿਵੇਂ ਉਹ ਸਾਰੀ ਰਾਤ ਜਾਗਦਾ ਰਿਹਾ ਹੋਵੇ, ਸਿਗਰਟ ਪੀਂਦਾ ਰਿਹਾ ਹੋਵੇ ਤੇ ਸ਼ਾਇਦ ਪੇਂਟ ਕਰਦਾ ਰਿਹਾ ਹੋਵੇ। ਪਰਮ, ਨੰਦਾ ਉਹਦੀ ਪਿੱਠ ਵਾਲੇ ਪਾਸੇ ਸੀ। ਮੇਜ਼ ਉੱਤੇ ਚਾਹ ਦਾ ਪਿਆਲਾ ਰੱਖਦੀ ਨੇ 3 ਵਾਰ ਆਵਾਜ਼ ਦਿੱਤੀ, ਪਰਮ, ਪਰ ਪਰਮ ਨੇ ਸੁਣੀ ਨਹੀਂ। ਨੰਦਾ ਨੇ ਪਰਮ ਨੂੰ ਖੱਬੀ ਬਾਂਹ ਤੋਂ ਹਿਲਾਉਣਿਆ। ਪਰਮ ਨੇ ਜ਼ਰਾ ਕੁਝ ਤ੍ਰਹਿ ਕੇ ਪਾਸੇ ਵੱਲ ਵੇਖਿਆ, ਫਿਰ ਛੇਤੀ ਨਾਲ ਸਾਹਮਣੀ ਪੇਂਟਿੰਗ ਨੂੰ ਉਲਟਾ ਕੇ ਪੇਂਟਿੰਗ ਦਾ ਮੂੰਹ ਕੰਧ ਵਾਲੇ ਪਾਸੇ ਕਰ ਦਿੱਤਾ।
ਮੈਨੂੰ ਪੇਂਟਿੰਗ ਨਹੀਂ ਵਿਖਾਣੀ? ਨੰਦਾ ਨੇ ਕੁਝ ਹੈਰਾਨ ਪੇਂਟਿੰਗ ਦੀ ਪਿੱਠ ਵੱਲ ਵੇਖਿਆ। ਨਹੀਂ। ਪਰਮ ਦੀ ਆਵਾਜ਼ ਹੁਣੇ ਬੁਝਾਏ ਹੋਏ ਸਿਗਰਟ ਵਾਂਗ ਸੀ, ਜਿਹਦੇ ਵਿੱਚੋਂ ਅਜੇ ਵੀ ਇੱਕ ਹਲਕਾ ਜਿਹਾ ਧੂੰਆਂ ਨਿਕਲਦਾ ਪਿਆ ਸੀ। ਅਜੇ ਖਤਮ ਨਹੀਂ ਹੋਈ? ਸ਼ਾਮ ਨੂੰ ਵਿਖਾਏਗਾ? ਨਹੀਂ। ਪਰਮ ਦੀ ਆਵਾਜ਼ ਇੱਕੋ ਵਾਰੀ ਚਿਰਾਂ ਦੇ ਬੁਝੇ ਹੋਏ ਸਿਗਰਟ ਵਾਂਗ ਹੋ ਗਈ। ਨੰਦਾ ਕੁਝ ਹੈਰਾਨ, ਕੁਝ ਉਹਦੇ ਨਾਲ ਗੁੱਸੇ ਜਿਹੀ ਉਹਦਾ ਚਾਹ ਦਾ ਪਿਆਲਾ ਮੇਜ਼ 'ਤੇ ਰੱਖ ਕੇ ਚੁੱਪਚਾਪ ਕਮਰੇ 'ਚੋਂ ਚਲੀ ਗਈ। ਉਹਦਾ ਪੈਰਾਂ ਦਹਿਲੀਜ਼ ਕੋਲ ਇੱਕ ਬੇਕਸੀ ਨਾਲ ਅੜਿਆ ਉਹਨੇ ਖਲੋ ਜਾਣਾ ਚਾਹਿਆ। ਪਰਮ ਨੂੰ ਫਿਰ ਕੁਝ ਆਖਣਾ ਚਾਹਿਆ, ਪਰ ਪਰਮ ਦੀ ਉਕਤਾਈ ਜਿਹੀ ਆਵਾਜ਼ ਆਈ, ਨੰਦਾ ਪਲੀਜ਼, ਚੁੱਪਚਾਪ ਹੇਠਾਂ ਚਲੀ ਗਈ। ਉਸੇ ਤਰਕਾਲ ਰਾਤ ਦੀ ਰੋਟੀ ਵੇਲੇ ਜਦੋਂ ਸਾਰੇ ਮੇਜ਼ ਦੇ ਦੁਆਲੇ ਬੈਠੇ ਹੋਏ ਸਨ, ਨੰਦਾ ਨੇ ਇੱਕ ਨਜ਼ਰ ਪਰਮ ਵੱਲ ਵੇਖਿਆ, ਜਿਵੇਂ ਉਹਦੇ ਮੂੰਹ 'ਤੇ ਉਹਦੀ ਸਵੇਰ ਵਾਲੀ ਖਿਝ ਨੂੰ ਵੇਖ ਕੇ ਉਹਦਾ ਕੋਈ ਅਰਥ ਸਮਝਣਾ ਚਾਹੁੰਦੀ ਹੋਵੇ, ਪਰ ਪਰਮ ਦਾ ਮੂੰਹ ਨੀਵਾਂ ਸੀ, ਸਿਰਫ ਪਲੇਟ ਵੱਲ। ਪਾਪਾ ਨੇ ਅੱਜ ਕੱਲ੍ਹ ਕਦੇ ਨੰਦਾ ਦੇ ਵਿਆਹ ਦੀ ਗੱਲ ਨਹੀਂ ਸੀ ਛੇੜੀ। ਸਿਰਫ ਕਦੇ ਕਦੇ ਰਵੀ ਕੋਈ ਗੱਲ ਛੇੜਦਾ ਹੁੰਦਾ ਸੀ, ਪਰ ਉਹਨੂੰ ਕਿਸੇ ਦਾ ਹੁੰਗਾਰਾ ਨਹੀਂ ਸੀ ਮਿਲਦਾ ਤੇ ਗੱਲ ਉਸੇ ਤਰ੍ਹਾਂ ਅਧੂਰੀ ਜਿਹੀ ਮੁੱਕ ਜਾਂਦੀ ਸੀ। ਅੱਜ ਵੀ ਰਵੀ ਨੇ ਗੱਲ ਛੇੜੀ। ਪਾਪਾ, ਕੈਨੇਡਾ ਵਾਲੇ ਕਮਲੇਸ਼ ਦਾ ਖੱਤ ਆਇਆ। ਅੱਛਾ। ਪਾਪਾ ਨੇ ਇੱਕ ਵਾਰ ਕਹਿ ਦਿੱਤਾ, ਪਰ ਅੱਗੋਂ ਕੁਝ ਨਹੀਂ ਆਖਿਆ, ਪੁੱਛਿਆ ਵੀ ਕੁਛ ਨਹੀਂ। ਰਵੀ ਨੇ ਆਖਿਆ, ਪਿਛਲੇ ਖੱਤ ਵਿੱਚ ਉਹਨਾਂ ਪੁੱਛਿਆ ਸੀ ਕੌਣ ਲੜਕੀ ਏ, ਤੇ ਮੈਂ ਲਿਖ ਦਿੱਤਾ ਸੀ ਮੇਰੀ ਭੈਣ। ਤੇ ਰਵੀ ਨੇ ਇੰਨੀ ਕੁ ਗੱਲ ਕਹਿ ਕੇ ਸਾਰਿਆਂ ਵੱਲ ਵੇਖਿਆ, ਪਰ ਕਿਸੇ ਦਾ ਵੀ ਧਿਆਨ ਉਹਦੀ ਗੱਲ ਵੱਲ ਨਹੀਂ ਸੀ। ਪਾਪਾ ਲਾਜਬੀ ਨੂੰ ਆਖ ਰਹੇ ਸਨ, ਸਵੇਰੇ 7 ਵਜੇ ਦਾ ਪਲੇਨ ਏ, ਮੇਰਾ ਸੂਟਕੇਸ ਤਿਆਰ ਏ। ਮੈਂ ਦੁਪਹਿਰ ਨੂੰ ਜਿਸ ਵੇਲੇ ਤੁਹਾਡਾ ਫੋਨ ਆਇਆ ਸੀ, ਉਸੇ ਵੇਲੇ ਤੁਹਾਡੇ ਕੱਪੜੇ ਸੂਟਕੇਸ 'ਚ ਪਾ ਦਿੱਤੇ ਸਨ। ਲਾਜਬੀ ਦੱਸ ਰਹੇ ਸਨ ਤੇ ਪੁੱਛ ਰਹੇ ਸਨ, ਕਿੰਨੇ ਦਿਨ ਲੱਗ ਜਾਣਗੇ? ਉਹੀ 3 ਦਿਨ, ਪਾਪਾ ਨੇ ਕਿਹਾ। ਸਾਰਿਆਂ ਨੂੰ ਪਤਾ ਸੀ। ਪਾਪਾ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਦਾ ਬੁਲਾਵਾ ਆਉਂਦਾ ਰਹਿੰਦਾ ਸੀ ਤੇ ਉਹ ਕਦੇ ਕਦੇ ਲੈਕਚਰ ਟੂਰ ਲਈ ਜਾਂਦੇ ਹੁੰਦੇ ਸਨ। ਇਸ ਲਈ ਹੋਰ ਕਿਸੇ ਨੇ ਕੁਝ ਨਾ ਆਖਿਆ, ਪਰ ਰਵੀ ਨੇ ਆਖਿਆ, ਪਾਪਾ ਨੰਦਾ ਲਈ ਕਿਤੇ ਲੜਕਾ ਵੇਖਣ ਲਈ ਜਾ ਰਹੇ ਹੋ? ਪਾਪਾ ਹੱਸ ਜੇ ਪਏ। ਪਿਛਲੇ ਹਫ਼ਤੇ ਤੇਰੇ ਸਾਹਮਣੇ ਪਟਿਆਲੇ ਤੋਂ ਤਾਰ ਆਈ ਸੀ, ਤੈਨੂੰ ਯਾਦ ਨਹੀਂ? ਤੇ ਫਿਰ ਪਿਆਰ ਨਾਲ ਨੰਦਾ ਵੱਲ ਵੇਖਦੇ ਆਖਣ ਲੱਗੇ, ਅੱਜ ਕੱਲ੍ਹ ਭੈਣ ਨੂੰ ਘਰੋਂ ਕੱਢਣ ਦਾ ਤੇ ਤੈਨੂੰ ਬੜਾ ਫਿਕਰ ਲੱਗਾ ਹੋਇਆ, ਉਹਨੂੰ ਆਰਾਮ ਨਾਲ MA ਕਰਨ ਦੇ। ਹਾਂ ਹਾਂ, MA ਕਰੇ, PhD ਕਰੇ। ਰਵੀ ਦੀ ਆਵਾਜ਼ 'ਚ ਕੁਝ ਤਲਖੀ ਸੀ, ਪਰ ਕਿਸੇ ਨੇ ਗੌਲੀ ਨਹੀਂ। ਉਹਦੀ ਇੰਨੀ ਕੁ ਤੇਜ਼ੀ ਤਲਖੀ ਦੀ ਜਿਵੇਂ ਸਾਰਿਆਂ ਨੂੰ ਆਦਤ ਪੈ ਗਈ ਹੋਈ ਸੀ। ਰਵੀ ਨੇ ਰੁੱਕ ਕੇ ਆਖਿਆ, ਪਰ ਤੁਸਾਂ ਕਮਲੇਸ਼ ਦਾ ਖੱਤ ਸੁਣਿਆ ਹੀ ਨਹੀਂ। ਉਹਦਾ ਖੱਤ ਆਇਆ ਹੈ ਕਿ ਜੇ ਮੇਰੀ ਭੈਣ ਦੀ ਗੱਲ ਏ ਤਾਂ ਉਹਨੂੰ ਵੇਖਣ ਦੀ ਲੋੜ ਨਹੀਂ। ਉਹਨੇ ਮੈਨੂੰ ਲਿਖਿਆ ਤੇਰੀ ਭੈਣ ਹੈ, ਸੋ ਜ਼ਰੂਰ ਤੇਰੇ ਵਰਗੀ ਹੋਏਗੀ। ਤੇ ਰਵੀ ਨੇ ਹੱਥ ਦੀ ਗਰਾਈ ਰੋਕ ਕੇ ਇੱਕ ਵਾਰੀ ਸਾਰਿਆਂ ਵੱਲ ਵੇਖਿਆ, ਫਿਰ ਆਖਿਆ, ਪਰ ਮੈਂ ਉਹਨੂੰ ਖੱਤ ਲਿਖ ਦਿੱਤਾ ਹੈ ਕਿ ਤੂੰ ਆਪ ਆ ਕੇ ਇੱਕ ਵਾਰੀ ਵੇਖ ਲੈ, ਕਿਉਂਕਿ ਨੰਦਾ ਦੀ ਸ਼ਕਲ ਮੇਰੇ ਨਾਲ ਨਹੀਂ ਮਿਲਦੀ, ਨਾ ਕਿਸੇ ਹੋਰ ਭਰਾ ਨਾਲ। ਉਹਨੇ ਸਿਰਫ ਪਾਪਾ ਵੱਲ ਵੇਖਿਆ। ਪਾਪਾ ਆਪਣੇ ਧਿਆਨ ਰੋਟੀ ਖਾ ਰਹੇ ਸਨ। ਰਵੀ ਨੇ ਮਾਂ ਵੱਲ ਵੇਖਿਆ ਤੇ ਹੱਸ ਜਿਹਾ ਪਿਆ। ਕਿਉਂ ਬੀਜੀ? ਸਾਡੀ ਸਾਰਿਆਂ ਦੀ ਸ਼ਕਲ ਤੁਹਾਡੇ ਤੇ ਬਹੁਤ ਗਈ ਹੈ, ਪਰ ਨੰਦਾ ਦੀ ਤੁਹਾਡੇ ਤੋਂ ਬਿਲਕੁਲ ਨਹੀਂ, ਸਿਰਫ ਪਾਪਾ ਤੇ ਗਈ ਹੈ ਨਾ? ਲਾਜਬੀ ਹੱਸ ਪਏ, ਕਹਿਣ ਲੱਗੇ, ਇਹਦੇ 'ਚ ਅਜੀਬ ਗੱਲ ਕੀ ਏ? ਪੁੱਤਰਾਂ ਦੀ ਅਕਸਰ ਮਾਵਾਂ ਨਾਲ ਮਿਲਦੀ ਏ ਤੇ ਧੀਆਂ ਦੀ ਪਿਓ ਨਾਲ। ਕੋਈ ਕੁਝ ਨਾ ਸਮਝਿਆ, ਸਿਰਫ ਨੰਦਾ ਬਹੁਤ ਕੁਝ ਸਮਝ ਗਈ। ਨੰਦਾ ਦੇ ਸਾਰੇ ਪਿੰਡੇ 'ਚੋਂ ਯੱਖ ਕੰਬਣੀ ਲੰਘ ਗਈ। ਉਹਨੇ ਅਸ਼ੋਕ ਦੇ ਪਰਮ ਵੱਲ ਵੇਖਿਆ। ਉਹ ਬੇਵਾਸਤਾ ਜੇ ਚੁੱਪ ਰੋਟੀ ਖਾ ਰਹੇ ਸਨ, ਪਰ ਰਵੀ ਦੇ ਚਿਹਰੇ ਉੱਤੇ ਬਹੁਤ ਕੁਝ ਸੀ, ਕੁਝ ਘੁੱਟਿਆ ਹੋਇਆ, ਕੱਸਿਆ ਹੋਇਆ, ਸ਼ਾਇਦ ਗੁੱਸਾ ਜਿਹਾ ਵੀ। ਤੇ ਨੰਦਾ ਨੇ ਇਹ ਵੀ ਵੇਖਿਆ ਕਿ ਰਵੀ ਅੱਖਾਂ ਦੇ ਕੋਇਆਂ 'ਚੋਂ ਰਹਿ ਰਹਿ ਕੇ ਪਾਪਾ ਵੱਲ ਵੇਖ ਰਿਹਾ ਸੀ। ਨੰਦਾ ਦੇ ਧੁਰ ਮਨ 'ਚ ਸੋਚ ਦੀ ਇੱਕ ਸਪਸ਼ਟਤਾ ਆਈ। ਪਾਪਾ ਨੇ ਭੇਦ ਦੀ ਜਿਹੜੀ ਗੱਲ ਪੁਰੀ ਹੋਰਾਂ ਨੂੰ ਦੱਸੀ ਸੀ, ਉਹ ਸ਼ਾਇਦ ਪਹਿਲੇ ਕਿਸੇ ਨੂੰ ਪਤਾ ਨਹੀਂ ਸੀ, ਤੇ ਹੁਣ ਉਹ ਗੱਲ ਪੁਰੀ ਹੋਰਾਂ ਦੇ ਘਰੋਂ ਤੁਰਦੀ ਤੁਰਦੀ ਰਵੀ ਤੱਕ ਪਹੁੰਚ ਗਈ ਸੀ। ਨੰਦਾ ਦੇ ਸੰਗ ਦੀ ਗਰਾਈ ਸੰਗ ਚਟਕ ਗਈ। ਪਰਮ ਕਿੰਨੇ ਚਿਰ ਤੋਂ ਸਾਹਮਣੇ ਅਖਬਾਰ ਰੱਖ ਕੇ ਉਹਦੇ ਹਾਸ਼ੀਏ ਉੱਤੇ ਕੁਝ ਲਕੀਰਾਂ ਜਿਹੀਆਂ ਵਾਹੁੰਦਾ ਪਿਆ ਸੀ। ਕਮਰੇ 'ਚ ਇੱਕ ਚੁੱਪ ਜਿਹੀ ਛਾ ਗਈ ਤਾਂ ਉਹ ਅਖਬਾਰ ਨੂੰ ਰਵੀ ਵੱਲ ਸਰਕਾ ਕੇ ਕਹਿਣ ਲੱਗਾ, ਇਹ ਲਕੀਰਾਂ ਵੇਖ। ਇਹ ਕੀ ਏ? ਰਵੀ ਦੀ ਆਵਾਜ਼ 'ਚ ਇੱਕ ਤੁਰਸ਼ੀ ਸੀ। ਇਹ ਇੱਕ ਸਿੱਧੀ ਲਕੀਰ ਏ, ਪਰ ਕੀ ਮਤਲਬ? ਪਰਮ ਨਿੰਮਾ ਜਿਹਾ ਹੱਸ ਪਿਆ। ਕੋਈ ਚੀਜ਼ ਇਕੱਲੀ ਨਹੀਂ ਹੁੰਦੀ। ਜੋ ਪੋਜ਼ੀਟਿਵ ਹੁੰਦਾ ਹੈ ਤਾਂ ਨੈਗੇਟਿਵ ਵੀ ਹੁੰਦਾ ਹੈ। ਇਹਨੂੰ ਚੀਨ ਦੀ ਫਿਲਾਸਫੀ ਯਾਂਗ ਤੇ ਯਿਨ ਆਖਦੀ ਏ। ਫਿਲਾਸਫਰ ਸਾਹਿਬ, ਰਵੀ ਕੁਝ ਕਹਿਣ ਲੱਗਾ ਸੀ, ਪਰ ਪਰਮ ਰਵੀ ਦੀ ਗੱਲ ਨੂੰ ਸੁਣੇ ਬਿਨਾਂ ਆਖੀ ਗਿਆ। ਇਹ ਯਾਂਗ ਤੇ ਯਿਨ ਮਰਦ ਤੇ ਔਰਤ ਹੁੰਦੇ ਨੇ। ਯਾਂਗ ਮਰਦ, ਯਿਨ ਔਰਤ। ਯਾਂਗ ਦੇ 3 ਨੰਬਰ ਹੁੰਦੇ ਨੇ, ਯਿਨ ਦੇ 2। ਉਹ ਕਿਉਂ? ਰਵੀ ਨੇ ਅਖਬਾਰ ਨੂੰ ਆਪਣੇ ਵੱਲ ਖਿੱਚ ਕੇ ਪਰਮ ਦੀ ਗੱਲ ਟੁੱਕੀ। ਮਰਦ ਦੀ 3-fold ਨੇਚਰ, ਮਾਈਂਡ, ਸਪਿਰਿਟ, ਬਾਡੀ।
यानी जिसम दिमाग रूह, ते औरत स्पिरम ते मैटर यानी थॉट ते सेंसेस यानी खुदा ते इंसान विचला रिश्ता। इस वेले सिर्फ रवि नहीं, पापा जी भी, बीजी भी ते अशोक भी परम ਵੱਲ ਤੱਕ ਰਹੇ ਸਨ। ਉਂਝ ਨੰਦਾ ਵੀ ਉਹਦੇ ਵੱਲ ਤੱਕ ਰਹੀ ਸੀ, ਪਰ ਪਰਮ ਦੀ ਕੋਈ ਗੱਲ ਜਿਵੇਂ ਉਹਨੂੰ ਧਿਆਨ ਲਾਇਆ ਵੀ ਸੁਣਾਈ ਨਹੀਂ ਸੀ ਦੇ ਰਹੀ। ਪਰਮ ਆਖ ਰਿਹਾ ਸੀ, ਇਹ ਨੈਗੇਟਿਵ ਪੋਜ਼ਿਟਿਵ ਜਦੋਂ ਇਕੱਠੇ ਹੁੰਦੇ ਨੇ, ਜੇ ਦੋ ਨੈਗੇਟਿਵ ਤੇ ਇੱਕ ਪੋਜ਼ਿਟਿਵ ਹੋਵੇ ਉਹਦੀ ਸ਼ਕਲ ਇਹ ਸਿੱਧੀ ਲਕੀਰ ਹੁੰਦੀ ਹੈ, ਪਰ ਜੇ ਦੋ ਪੋਜ਼ਿਟਿਵ ਹੋਵੇ ਤਾਂ ਉਹਦੀ ਸ਼ਕਲ ਇਹ ਦੋ ਟੁਕੜਿਆਂ ਦੀ ਲਕੀਰ ਹੁੰਦੀ ਹੈ। ਪਹਿਲੀ ਨੂੰ ਯੰਗ ਲਾਈਨ ਆਖਦੇ ਨੇ, ਦੂਜੀ ਨੂੰ ਯਿਨ ਲਾਈਨ। ਰਵੀ ਨੇ ਫਿਰ ਪਰਮ ਦੀ ਗੱਲ ਟੁਕੀ, ਪਰ ਜੇ ਤਿੰਨੋਂ ਪੋਜ਼ਿਟਿਵ ਹੋਣ ਜਾਂ ਤਿੰਨੋਂ ਨੈਗੇਟਿਵ ਤਾਂ ਹਾਲਤ ਅਨਬੈਲੈਂਸਡ ਹੁੰਦੀ ਹੈ। ਕੁਦਰਤ ਦੇ ਮੁਤਾਬਕ ਦੋਵੇਂ ਐਲੀਮੈਂਟ ਜ਼ਰੂਰੀ ਨੇ। ਮੈਂ ਤੈਨੂੰ ਲਾਅ ਆਫ ਹੈਰੀਡਿਟੀ ਦੱਸ ਰਿਹਾ, ਪੋਜ਼ਿਟਿਵ ਲਾਈਨ ਵਿੱਚ ਦੋ ਨੈਗੇਟਿਵ ਤੇ ਨੈਗੇਟਿਵ ਲਾਈਨ ਵਿੱਚ ਦੋ ਪੋਜ਼ਿਟਿਵ। ਇਸ ਲਈ ਕੁਦਰਤ ਦੇ ਕਾਨੂੰਨ ਮੁਤਾਬਕ ਪੁੱਤਰ ਵਿੱਚ ਮਾਂ ਦੇ ਕਰੈਕਟਰਿਸਟਿਕਸ ਬਹੁਤੇ ਹੁੰਦੇ ਨੇ ਤੇ ਧੀ 'ਚ ਪਿਓ ਦੇ। ਪਰਮ ਨੇ ਜਦੋਂ ਇਹ ਆਖਿਆ ਤਾਂ ਪਾਪਾ ਬੀਜੀ ਹੱਸਦੇ ਦੂਰੇ ਹੋ ਗਏ। ਅਸ਼ੋਕ ਵੀ ਖੁੱਲ੍ਹ ਕੇ ਹੱਸਦਾ ਰਵੀ ਵੱਲ ਵੇਖ ਰਿਹਾ ਸੀ। ਰਵੀ ਹੱਸਿਆ, ਪਰ ਕੁਝ ਤੰਜ਼ ਨਾਲ। ਸਿਰਫ ਨੰਦਾ ਚੁੱਪ ਸੀ ਤੇ ਅਖਬਾਰ ਦੇ ਹਾਸ਼ੀਏ ਉੱਤੇ ਪਰਮ ਦੀਆਂ ਪਾਈਆਂ ਲਕੀਰਾਂ ਵੱਲ ਇੰਝ ਵੇਖ ਰਹੀ ਸੀ ਜਿਵੇਂ ਉਹਨਾਂ ਲਕੀਰਾਂ ਕੋਲੋਂ ਆਪਣੀ ਹੋਂਦ ਦਾ ਭੇਤ ਪੁੱਛ ਰਹੀ ਹੋਵੇ। ਅੰਗ 12ਵਾਂ। ਡਾਕਟਰ ਮਦਾਨ ਪਟਿਆਲੇ ਚਲੇ ਗਏ। ਸਵੇਰੇ ਜਦੋਂ ਜਾਣ ਲੱਗੇ ਸੀ, ਨੰਦਾ ਨੇ ਉਹਨਾਂ ਦਾ ਨਾਸ਼ਤਾ ਮੇਜ਼ 'ਤੇ ਰੱਖਿਆ ਸੀ ਤਾਂ ਨੰਦਾ ਦੇ ਪੈਰ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਅੱਜ ਘਰੋਂ ਪਾਪਾ ਨਹੀਂ ਸਨ ਜਾ ਰਹੇ। ਉਹਦੇ ਪੈਰਾਂ ਹੇਠਲੀ ਜ਼ਮੀਨ ਵੀ ਕਿਤੇ ਜਾ ਰਹੀ ਸੀ। ਨੰਦੂ, ਪਾਪਾ ਨੇ ਇੱਕ ਵਾਰੀ ਫਿਰ ਬੜੇ ਲਾਡ ਨਾਲ ਕਿਹਾ, ਤੇਰੇ 'ਤੇ ਪੜ੍ਹਾਈ ਦਾ ਸ਼ਾਇਦ ਬਹੁਤ ਜ਼ੋਰ ਪੈ ਗਿਆ, ਤੂੰ ਅੱਜ ਕੱਲ੍ਹ ਵਿਟਾਮਿਨ B ਜ਼ਰੂਰ ਲਿਆ ਕਰ। ਨੰਦਾ ਦਾ ਜੀ ਕਰ ਰਿਹਾ ਸੀ ਉਹਦੀ ਉਮਰ ਨਾਲੋਂ ਕੁਝ ਵਰ੍ਹੇ ਲੈ ਜਾਣ, ਉਹ 10-12 ਵਰ੍ਹਿਆਂ ਦੀ ਬਾਲ ਜੀ ਹੋ ਜਾਏ ਤੇ ਪਾਪਾ ਦੀ ਝੋਲੀ 'ਚ ਬਹਿ ਕੇ ਬਹੁਤ ਰੋਵੇ। ਪਰ ਨੰਦਾ ਦੇ ਜਵਾਨ ਵਰ੍ਹੇ ਉਹਦੇ ਤਨ ਨਾਲ ਵੀ ਤੇ ਉਹਦੇ ਮਨ ਨਾਲ ਵੀ ਚੰਬੜੇ ਹੋਏ ਸਨ, ਲਾਹਿਆ ਨਹੀਂ ਸੀ ਲੈਂਦੇ। ਉਹ ਚੁੱਪਚਾਪ ਬਾਹਰ ਡਿਉੜੀ 'ਚ ਰੱਖੇ ਪਾਪਾ ਦੀ ਸੂਟਕੇਸ ਕੋਲ ਚਲੀ ਗਈ ਤੇ ਉਹਨੇ ਇੱਕ ਵਾਰ ਘੁੱਟ ਕੇ ਉਸ ਸੂਟਕੇਸ ਨੂੰ ਪਿਆਰ ਕੀਤਾ। ਉਹਦੇ ਨਾਲ ਆਪਣਾ ਸਿਰ ਇਸ ਤਰ੍ਹਾਂ ਲਾਈ ਰੱਖਿਆ ਜਿਵੇਂ ਉਹ ਪਾਪਾ ਦਾ ਮੋਢਾ ਹੋਵੇ। ਪਾਪਾ ਚਲੇ ਗਏ, ਪਰ ਨੰਦਾ ਉਸ ਦਿਨ ਯੂਨੀਵਰਸਿਟੀ ਨਹੀਂ ਜਾ ਸਕੀ। ਦੁਪਹਿਰਾਂ ਵੇਲੇ ਉਹਦਾ ਜੀ ਕੀਤਾ ਉਹ ਪਰਮ ਦੇ ਕਮਰੇ 'ਚ ਜਾਏ, ਪਰ ਅੱਜ ਪਰਮ ਉਹਨੂੰ ਆਪਣੇ ਕਮਰੇ ਦੀ ਚਾਬੀ ਨਹੀਂ ਸੀ ਦੇ ਗਿਆ। ਨੰਦਾ ਨੂੰ ਯਾਦ ਆਇਆ, ਇੱਕ ਦਿਨ ਉਹਨੇ ਪਰਮ ਨੂੰ ਕਿਹਾ ਸੀ, ਚੋਰ ਦਾ ਖਿਤਾਬ ਤਾਂ ਮਿਲ ਹੀ ਚੁੱਕਾ, ਕਿਸੇ ਨਾ ਕਿਸੇ ਤਰ੍ਹਾਂ ਤੇਰਾ ਕਮਰਾ ਵੀ ਚੋਰੀ ਖੋਲ੍ਹ ਲਵਾਂਗੀ। ਪਰ ਅੱਜ ਨੰਦਾ ਦੇ ਅੰਦਰ ਇਹ ਚੋਰੀ ਕਰਨ ਦੀ ਵੀ ਹਿੰਮਤ ਨਹੀਂ ਸੀ। ਸਾਰਾ ਦਿਨ ਕਿਵੇਂ ਨਾ ਕਿਵੇਂ ਬੀਤਣਾ ਸੀ, ਬੀਤ ਗਿਆ। ਰਾਤ ਰੋਟੀ ਵੇਲੇ ਜਦੋਂ ਰਵੀ, ਅਸ਼ੋਕ ਤੇ ਪਰਮ ਰੋਟੀ ਖਾਣ ਲੱਗੇ, ਇੱਕ ਬੇਚੈਨ ਜਿਹੀ ਚੁੱਪ ਛਾਈ ਹੋਈ ਸੀ। ਅੱਜ ਲਾਜਬੀ ਨੇ ਗੱਲਾਂ ਦੀ ਪਹਿਲ ਕੀਤੀ। ਰਵੀ ਨੂੰ ਕਹਿਣ ਲੱਗੇ, ਤੂੰ ਹਰ ਵੇਲੇ ਨੰਦਾ ਦੇ ਵਿਆਹ ਦੀ ਗੱਲ ਕਰਨਾ ਹੈ, ਪਰ ਮੈਂ ਜਦੋਂ ਤੇਰੀ ਗੱਲ ਕਰਨੀ ਆ ਤੂੰ ਸੁਣਦਾ ਹੀ ਨਹੀਂ। ਰਵੀ ਨੇ ਕੁਝ ਰੁੱਖਾ ਜਿਹਾ ਜਵਾਬ ਦਿੱਤਾ, ਮੇਰੇ ਵਿਆਹ ਦਾ ਕੀ ਹੈ, ਜਦੋਂ ਜੀ ਕਰੇਗਾ ਕਰ ਲਵਾਂਗਾ। ਅਸ਼ੋਕ ਨੇ ਮਾਂ ਨੂੰ ਦੱਸਿਆ ਹੋਇਆ ਸੀ ਕਿ ਅੱਜ ਕੱਲ੍ਹ ਰਵੀ ਮੈਡੀਕਲ ਕਾਲਜ ਦੀ ਇੱਕ ਕੁੜੀ ਸੁਧਾ ਨਾਲ ਸਟੈਂਡੀ ਜਾ ਰਿਹਾ ਹੈ, ਪਰ ਰਵੀ ਨੇ ਕਦੀ ਕੁਝ ਨਹੀਂ ਸੀ ਦੱਸਿਆ। ਇਸ ਲਈ ਮਾਂ ਨੇ ਗੱਲ ਨੂੰ ਵਲਾ ਕੇ ਆਖਿਆ, ਤੂੰ ਜਿੱਥੇ ਕਹੇਂਗਾ ਉੱਥੇ ਹੀ ਕਰਾਂਗੇ, ਪਰ ਗੱਲ ਤੇ ਕਰਿਆ ਕਰ। ਤੇ ਲਾਜਬੀ ਹੱਸਣ ਲੱਗ ਪਏ। ਮੇਰਾ ਹੁਣ ਪੋਤਰਾ ਖਿਡਾਉਣ ਤੇ ਜੀ ਕਰਦਾ। ਤਥਾਸਤੂ, ਰਵੀ ਉੱਚੀ ਸਾਰੀ ਹੱਸਣ ਲੱਗ ਪਿਆ। ਪਰ ਨੰਦਾ ਨੂੰ ਜਾਪਿਆ ਰਵੀ ਦਾ ਹਾਸਾ ਸੁਭਾਵਕ ਨਹੀਂ ਸੀ, ਉਹਦੇ 'ਚ ਕੁਝ ਹੋਰ ਬੜਾ ਤਲਖ ਜਿਹਾ ਸੀ। ਤੇ ਨੰਦਾ ਅਜੇ ਇੱਕ ਫਿਕਰ 'ਚ ਪਈ ਹੋਈ ਰਵੀ ਵੱਲ ਵੇਖ ਰਹੀ ਸੀ ਕਿ ਰਵੀ ਦੀ ਆਵਾਜ਼ ਕੁੜਾਂਦ ਗਈ। ਉਹ ਮਾਂ ਵੱਲ ਵੇਖਦਾ ਕਹਿਣ ਲੱਗਾ, ਬੀ, ਪੋਤਰਾ ਖਿਡਾਉਣ ਤੋਂ ਤੁਹਾਡਾ ਜੀ ਕਰਦਾ ਏ, ਸੋ ਮੈਂ ਇੱਕ ਪੋਤਰਾ ਤੁਹਾਨੂੰ ਲਿਆ ਦਿਆਂਗਾ। ਲਾਜਬੀ ਘਬਰਾ ਜੇ ਗਏ, ਪੁੱਛਣ ਲੱਗੇ, ਕੀ ਮਤਲਬ? ਕੁਝ ਨਹੀਂ, ਰਵੀ ਨੇ ਇੱਕ ਬੇਪਰਵਾਹੀ ਨਾਲ ਜਵਾਬ ਦਿੱਤਾ, ਮੈਂ ਵਿਆਹ ਨਹੀਂ ਕਰਨਾ ਚਾਹੁੰਦਾ, ਨਹੀਂ ਕਰਾਂਗਾ, ਪਰ ਤੁਸੀਂ ਕਹਿੰਦੇ ਹੋ ਤਾਂ। ਲਾਜਬੀ ਦੇ ਹੱਥ ਦੀ ਗਰਾਈ ਛੁਟਕ ਗਈ। ਉਹਨਾਂ ਨੇ ਟੁੱਟਦੀ ਜੀ ਆਵਾਜ਼ ਨਾਲ ਸਿਰਫ ਇੰਨਾ ਆਖਿਆ, ਰਵੀ, ਬੀਜੀ, ਇਹਦੇ 'ਚ ਘਬਰਾਉਣ ਵਾਲੀ ਕਿਹੜੀ ਗੱਲ ਏ? ਰਵੀ ਦੀ ਆਵਾਜ਼ ਨਿੰਮੀ ਹੋ ਗਈ, ਪਰ ਤਿੱਖੀ ਤੰਜ਼ ਨਾਲ ਭਰੀ ਹੋਈ। ਕਹਿਣ ਲੱਗਾ, ਆਖਰ ਬੱਚੇ ਬਾਪ ਤੇ ਹੀ ਜਾਂਦੇ ਨੇ, ਪਾਪਾ ਨੇ ਵੀ ਤਾਂ। ਲਾਜਬੀ ਘਬਰਾ ਕੇ ਮੇਜ਼ ਉੱਤੋਂ ਉੱਠ ਬੈਠੇ ਤੇ ਸਿੱਧਾ ਅੰਦਰ ਆਪਣੇ ਕਮਰੇ 'ਚ ਚਲੇ ਗਏ। ਨੰਦਾ ਰੋਣ ਹਾਕੀ ਨਹੀਂ, ਜਿਵੇਂ ਮਰਨ ਹਾਕੀ ਹੋ ਗਈ। ਅਸ਼ੋਕ ਤੇ ਪਰਮ ਚੁੱਪਚਾਪ ਰੋਟੀ ਛੱਡ ਕੇ ਲਾਜਬੀ ਦੇ ਪਿੱਛੇ ਉਹਨਾਂ ਦੇ ਕਮਰੇ ਵੱਲ ਚਲੇ ਗਏ। ਨੰਦਾ ਮੇਜ਼ ਤੋਂ ਉੱਠ ਬੈਠੀ ਸੀ, ਪਰ ਅਸ਼ੋਕ ਤੇ ਪਰਮ ਦੇ ਪਿੱਛੇ ਕਮਰੇ ਤੱਕ ਪਹੁੰਚ ਕੇ ਵੀ ਕਮਰੇ ਦੇ ਅੰਦਰ ਨਹੀਂ ਗਈ, ਬੂਹੇ ਕੋਲ ਖਲੋਤੀ ਰਹਿ ਗਈ। ਰਵੀ ਕੁਝ ਦੇਰ ਇੱਕ ਜ਼ਿੱਦ ਨਾਲ ਇਕੱਲਾ ਮੇਜ਼ ਤੇ ਬੈਠਾ ਰਿਹਾ, ਫਿਰ ਸ਼ਾਇਦ ਉਹਦੀ ਜ਼ਿੱਦ
ਕਿਤੇ ਅੰਦਰੋਂ ਦੀ ਟੁੱਟ ਗਈ ਜਾਂ ਹੋਰ ਸਖਤ ਹੋ ਗਈ। ਉਹ ਤੇਜ਼ ਕਦਮਾਂ ਨਾਲ ਲਾਜਬੀ ਦੇ ਕਮਰੇ 'ਚ ਜਾ ਕੇ ਖਲੋ ਗਿਆ। ਲਾਜਬੀ ਘਬਰਾਏ ਹੋਏ ਕਮਰੇ ਦੀ ਬਾਰੀ ਕੋਲ ਖਲੋਤੇ ਸਨ। ਤਿੱਖੀ ਹਵਾ ਨਾਲ ਪਿਛਲੇ ਬਗੀਚੇ 'ਚ ਝੜਦੇ ਕੁਝ ਪੱਤੇ ਉਹਨਾਂ ਦੇ ਕਮਰੇ ਦੀ ਖੁੱਲ੍ਹੀ ਬਾਰੀ 'ਚੋਂ ਅੰਦਰ ਕਮਰੇ ਵਿੱਚ ਵੀ ਡਿੱਗਦੇ ਪਏ ਸਨ ਤੇ ਲਾਜਬੀ ਉਹਨਾਂ ਵਿੱਚੋਂ ਕੁਝ ਪੱਤੇ ਹੱਥ ਦੀ ਤਲੀ 'ਚ ਲੈ ਕੇ ਇੱਕ ਬੇਚੈਨੀ ਨਾਲ ਉਹਨਾਂ ਨੂੰ ਪੋਟਿਆਂ 'ਚ ਮਲਦੇ ਪਏ ਸਨ। ਅਸ਼ੋਕ ਤੇ ਪਰਮ ਚੁੱਪ ਸਨ, ਹੈਰਾਨ ਸਨ, ਪਰ ਉਹਨਾਂ 'ਚ ਕੁਝ ਵੀ ਆਖਣ ਦੀ ਹਿੰਮਤ ਨਹੀਂ ਸੀ ਪੈ ਰਹੀ। ਰਵੀ ਜਦੋਂ ਕਮਰੇ 'ਚ ਆਇਆ, ਲਾਜਬੀ ਨੇ ਮਨ ਦਾ ਸਾਰਾ ਗੁੱਸਾ ਅੱਖਾਂ 'ਚ ਪਾ ਕੇ ਉਹਦੇ ਵੱਲ ਵੇਖਿਆ। ਲਾਜਬੀ ਨੂੰ ਸਾਰੇ ਬੀਜੀ ਬੁਲਾਉਂਦੇ ਸਨ। ਸਿਰਫ ਰਵੀ ਜਦੋਂ ਮਾਂ ਨਾਲ ਬਹੁਤ ਲਾਡ 'ਚ ਹੁੰਦਾ ਸੀ, ਕਦੇ-ਕਦੇ ਪਿਆਰ ਨਾਲ ਮੌਮ ਆਖਦਾ ਹੁੰਦਾ ਸੀ। ਹੁਣ ਵੀ ਰਵੀ ਨੇ ਗਾਂਹ ਹੋ ਕੇ ਲਾਜਬੀ ਦੇ ਮੋਢੇ ਤੇ ਹੱਥ ਰੱਖਿਆ ਤੇ ਆਖਿਆ, ਮੌਮ। ਲਾਜਬੀ ਨੇ ਰਵੀ ਦੇ ਹੱਥ ਨੂੰ ਮੋਢੇ ਤੋਂ ਝਟਕ ਦਿੱਤਾ। ਕੁਝ ਦੇਰ ਚੁੱਪ ਰਹੇ, ਫਿਰ ਜਿਵੇਂ ਥੱਕ ਕੇ ਬਾਰੀ ਕੋਲੋਂ ਉਰਾਂ ਆ ਕੇ ਆਪਣੇ ਪਲੰਗ ਤੇ ਨਿਢਾਲ ਜੇ ਬਹਿ ਗਏ ਤੇ ਫਿਰ ਲਾਜਬੀ ਦਾ ਰੋਣ ਨਿਕਲ ਗਿਆ। ਬੱਚਿਆਂ ਨੇ ਅੱਜ ਤੱਕ ਮਾਂ ਨੂੰ ਰੋਂਦਿਆਂ ਨਹੀਂ ਸੀ ਵੇਖਿਆ। ਪਹਿਲੀ ਵਾਰ ਵੇਖਿਆ ਤਾਂ ਸਣੇ ਰਵੀ ਦੇ ਸਾਰਿਆਂ ਦਾ ਮੂੰਹ ਲੈ ਗਿਆ। ਅਸ਼ੋਕ ਤੇ ਪਰਮ ਲਾਜਬੀ ਦੇ ਪਲੰਗ ਦੀ ਬਾਹੀ ਨੂੰ ਫੜ ਕੇ ਇੰਝ ਖਲੋ ਗਏ ਜਿਵੇਂ ਮਾਂ ਨੂੰ ਆਪਣੀਆਂ ਜਵਾਨ ਬਾਹਾਂ ਦਾ ਭਰੋਸਾ ਦਵਾ ਰਹੇ ਹੋਣ। ਰਵੀ ਨੂੰ ਖਿਆਲ ਨਹੀਂ ਸੀ ਕਿ ਅੱਜ ਉਹਨੂੰ ਪਛਤਾਵੇ ਵਰਗਾ ਵੀ ਕੁਝ ਜਾਪੇਗਾ, ਪਰ ਮਨ 'ਚ ਇੱਕ ਘੇਰ ਪਈ ਤੇ ਉਹ ਪਲੰਗ ਦੇ ਕੋਲ ਗੋਡਿਆਂ ਭਾਰ ਜ਼ਮੀਨ ਤੇ ਬਹਿ ਕੇ ਮਾਂ ਦੇ ਨੇੜੇ ਜਿਹਾ ਉਦਾਸ ਹੋ ਗਿਆ। ਨੰਦਾ ਕਿੱਥੇ ਵੇ? ਲਾਜਬੀ ਨੇ ਆਲੇ ਦੁਆਲੇ ਵੇਖਿਆ। ਨੰਦਾ ਪਰਾਂ ਬੂਹੇ ਦੀ ਚੁਗਾਟ ਕੋਲ ਖਲੋਤੀ ਹੋਈ ਸੀ। ਉਹਨੇ ਲਾਜਬੀ ਦੀ ਆਵਾਜ਼ ਸੁਣੀ, ਪਰ ਉਹਦੇ ਪੈਰਾਂ 'ਚ ਜਿਵੇਂ ਜਾਨ ਨਹੀਂ ਸੀ ਰਹੀ। ਉਹਦੇ ਕੋਲੋਂ ਅਗਾਂਹ ਨਹੀਂ ਹੋਇਆ ਗਿਆ। ਇੱਧਰ ਆ ਮੇਰੇ ਕੋਲ। ਲਾਜਬੀ ਨੇ ਬੂਹੇ ਵੱਲ ਬਾਂਹ ਕੀਤੀ। ਰਵੀ ਨੂੰ ਪਛਤਾਵੇ ਦਾ ਅਹਿਸਾਸ ਸੀ। ਉਹੀ ਇੱਕ ਤੇਜ਼ੀ ਨਾਲ ਉੱਠਿਆ ਤੇ ਬੂਹੇ ਕੋਲ ਜਾ ਕੇ ਨੰਦਾ ਨੂੰ ਆਪਣੀ ਬਾਂਹ 'ਚ ਬੁਲਾ ਕੇ ਮਾਂ ਦੇ ਕੋਲ ਲੈ ਆਇਆ। ਨੰਦਾ ਦੇ ਪੈਰ ਕੰਬਦੇ ਪਏ ਸਨ। ਉਹਨੂੰ ਪਤਾ ਸੀ ਕਿ ਅੱਜ ਰਵੀ ਦੀ ਆਖੀ ਹੋਈ ਗੱਲ ਨਹੀਂ, ਓਲੇ ਦੀ ਜਿਹੜੀ ਕੰਧ ਨੂੰ ਢਾਹ ਦਿੱਤਾ ਸੀ, ਹੁਣ ਉਹਨੂੰ ਕਿਸੇ ਤਰ੍ਹਾਂ ਵੀ ਬਚਾ ਕੇ ਨਹੀਂ ਸੀ ਰੱਖਿਆ ਜਾ ਸਕਦਾ ਤੇ ਹੁਣ ਇੱਕ ਕੱਚ ਦੀ ਸਾਰੀ ਇਮਾਰਤ ਕੰਕਰਾਂ ਹੋ ਕੇ ਉਹਦੇ ਸਿਰ ਤੇ ਡਿੱਗ ਪਏਗੀ। ਲਾਜਬੀ ਨੇ ਨੰਦਾ ਨੂੰ ਆਪਣੇ ਕੋਲ ਆਪਣੀਆਂ ਬਾਹਾਂ 'ਚ ਵਲੇਟਦਿਆਂ ਉਹਦੇ ਸਿਰ ਨੂੰ ਇੰਝ ਝੋਲੀ 'ਚ ਲਿਆ ਜਿਵੇਂ ਸਿਰ ਨੂੰ ਛੁਪਾ ਲਿਆ ਹੋਵੇ ਤੇ ਲਾਜਬੀ ਨੇ ਬੜੀ ਪੱਕੀ ਲੋਹੇ ਜਿਹੀ ਆਵਾਜ਼ 'ਚ ਰਵੀ ਨੂੰ ਪੁੱਛਿਆ, ਦੱਸ ਤੂੰ ਕੀ ਆਖਣਾ ਚਾਹੁੰਦਾ ਹੈ? ਪੁੱਛ ਕੀ ਪੁੱਛਣਾ ਚਾਹੁੰਦਾ ਹੈ? ਰਵੀ ਕੋਲੋਂ ਬੋਲਿਆ ਨਹੀਂ ਗਿਆ। ਬੋਲ, ਹੁਣ ਬੋਲਦਾ ਕਿਉਂ ਨਹੀਂ? ਲਾਜਬੀ ਦੀ ਆਵਾਜ਼ 'ਚ ਫੈਸਲਾ ਜਿਹਾ ਸੀ। ਕੁਛ ਨਹੀਂ, ਰਵੀ ਨੇ ਸਿਰਫ ਇੰਨਾ ਆਖਿਆ। ਨਹੀਂ, ਮੈਂ ਤੈਨੂੰ ਸ਼ੱਕ ਦਾ ਜ਼ਹਿਰ ਨਹੀਂ ਪੀਣ ਦਿਆਂਗੀ। ਆਖਰ ਮੈਂ ਤੇਰੀ ਮਾਂ, ਆਪਣੇ ਹੱਥੀਂ ਤੈਨੂੰ ਜ਼ਹਿਰ ਨਹੀਂ ਦੇ ਸਕਦੀ। ਲਾਜਬੀ ਦੇ ਅੱਥਰੂ ਸੁੱਕ ਗਏ ਹੋਏ ਸਨ। ਅੱਖਾਂ 'ਚ ਮਨ ਦੇ ਫੈਸਲੇ ਦੀ ਇੱਕ ਚਮਕ ਸੀ। ਨਹੀਂ ਮੌਮ, ਕੁਛ ਨਹੀਂ, ਕੁਛ ਨਹੀਂ। ਰਵੀ ਨੇ ਮਾਂ ਦੇ ਗੋਡੇ ਉੱਤੇ ਤਰਲੇ ਨਾਲ ਆਪਣਾ ਹੱਥ ਰੱਖਿਆ। ਪਤਾ ਸੀ ਕਦੀ ਉਹ ਵੇਲਾ ਆਏਗਾ, ਪਰ ਇੰਝ ਨਹੀਂ ਸੀ ਸੋਚਿਆ। ਲਾਜਬੀ ਦੀ ਆਵਾਜ਼ ਜ਼ਰਾ ਕੁ ਨਿੰਮੀ ਜਿਹੀ ਹੋਈ, ਪਰ ਸੰਭਲ ਗਈ। ਕਹਿਣ ਲੱਗੇ, ਬਸ ਹੁਣੇ ਇੱਕ ਖਿਆਲ ਆਇਆ ਸੀ ਕਿ ਅੱਜ ਤੇਰੇ ਪਾਪਾ ਵੀ ਇੱਥੇ ਹੁੰਦੇ, ਮੇਰੇ ਕੋਲ, ਮੇਰੇ ਨਾਲ। ਪਰ ਠੀਕ ਹੈ, ਉਹ ਹਮੇਸ਼ਾ ਮੇਰੇ ਕੋਲ ਨੇ, ਮੇਰੇ ਨਾਲ ਨੇ, ਕੋਈ ਫਰਕ ਨਹੀਂ। ਤੂੰ ਜੋ ਕੁਝ ਆਖਣਾ ਆਖ ਦੇ। ਲਾਜਬੀ ਨੇ ਇੱਕ ਹੁਕਮ ਵਾਂਗ ਰਵੀ ਨੂੰ ਆਖਿਆ। ਰਵੀ ਚੁੱਪ ਸੀ, ਪਰ ਇਸ ਹੁਕਮ ਦੇ ਸਾਹਮਣੇ ਚੁੱਪ ਵੀ ਨਹੀਂ ਸੀ ਰਹਿ ਸਕਦਾ। ਬੁਝੀ ਜਿਹੀ ਆਵਾਜ਼ 'ਚ ਕਹਿਣ ਲੱਗਾ, ਮੈਂ ਕੁਝ ਨਹੀਂ ਆਖਿਆ, ਪਰ ਉਹ ਪੂਰੀ ਉਹੀ ਲੋਕ ਕੁਝ ਕਹਿੰਦੇ ਨੇ, ਉਹੀ ਪਾਪਾ ਬਾਰੇ ਤੇ ਨੰਦਾ ਬਾਰੇ। ਲਾਜਬੀ ਨੇ ਨੰਦਾ ਦੇ ਸਿਰ ਉੱਤੇ ਹੱਥ ਦੀ ਤਲੀ ਇੰਝ ਰੱਖੀ ਜਿਵੇਂ ਇੱਕ ਤਲੀ ਨਾਲ ਇੱਕ ਦੁਨੀਆ ਥੰਮ ਲੈਣੀ ਹੋਵੇ ਤੇ ਆਖਣ ਲੱਗੀ, ਉਹ ਲੋਕ ਪਾਪਾ ਤੇ ਨੰਦਾ ਬਾਰੇ ਕੀ ਆਖਦੇ ਨੇ? ਰਵੀ ਚੁੱਪ ਸੀ। ਲਾਜਬੀ ਦੇ ਹੋਠ ਕੰਬ ਕੇ ਵੀ ਸੰਭਲ ਗਏ। ਆਖਣ ਲੱਗੇ, ਇਹੀ ਨਾ ਕਿ ਨੰਦਾ ਮੇਰੀ ਜੰਮੀ ਹੋਈ ਧੀ ਨਹੀਂ, ਉਹ ਪਾਪਾ ਦੀ ਕਿਸੇ ਹੋਰ ਔਰਤ ਤੋਂ ਜੰਮੀ ਹੋਈ ਧੀ ਏ। ਮੌਮ। ਰਵੀ ਨੂੰ ਉਮੀਦ ਨਹੀਂ ਸੀ ਕਿ ਇੱਕ ਹੈਰਾਨੀ ਵੀ ਉਹਨੂੰ ਝੱਲਣੀ ਪਏਗੀ। ਆਖਣ ਲੱਗਾ, ਮੇਰਾ ਖਿਆਲ ਸੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਨਹੀਂ। ਲਾਜਬੀ ਹੱਸ ਪਏ। ਮਨ ਦੀ ਸਾਰੀ ਪੀੜ ਨੂੰ ਜਿਵੇਂ ਇਹੋ ਇੱਕ ਰਾਹ ਲੱਭਾ ਸੀ। ਕਹਿਣ ਲੱਗੇ, ਤੇ ਤੂੰ ਇਹ ਨਹੀਂ ਸੋਚਿਆ ਕਿ ਤੇਰੇ ਪਾਪਾ ਵਿੱਚ ਇੱਕ ਰੱਬ ਵਰਗੀ ਸ਼ਕਤੀ ਆਈ ਹੋਏਗੀ ਜਦੋਂ ਉਹਨਾਂ ਨੇ ਨੰਦਾ ਦੇ ਵਿਆਹ ਦੀ ਖਾਤਰ ਕਿਸੇ ਨੂੰ ਇਹ ਗੱਲ ਕਹੀ ਹੋਏਗੀ? ਰਵੀ ਨੂੰ ਕੁਝ ਪਕੜ 'ਚ ਨਾ ਆਇਆ। ਉਹ ਮਾਂ ਦੇ ਮੂੰਹ ਵੱਲ ਤੱਕਣ ਲੱਗ ਪਿਆ। ਅਸ਼ੋਕ ਤੇ ਪਰਮ ਚੁੱਪ ਸਨ, ਪਰ ਉਹਨਾਂ ਦੇ ਪਿੰਡੇ ਦਾ ਲੂੰ ਜਿਵੇਂ ਉਹਨਾਂ ਦੇ ਕੰਨ ਬਣ ਗਿਆ ਹੋਇਆ ਸੀ। ਲਾਜਬੀ ਦੀ ਆਵਾਜ਼ ਸੰਭਲੀ ਹੋਈ ਸੀ, ਪਰ ਉਦਾਸ ਸੀ। ਕਹਿਣ ਲੱਗੇ, ਮੇਰਾ ਖਿਆਲ ਹੈ ਜਿਨ੍ਹਾਂ ਲੋਕਾਂ ਨੂੰ ਅਸੀਂ ਰਿਸ਼ਤੇਦਾਰ ਕਹਿੰਦੇ ਹਾਂ, ਉਹਨਾਂ ਤੋਂ ਵੱਧ ਦੁਸ਼ਮਣ ਕੋਈ ਨਹੀਂ ਹੁੰਦਾ। ਨੰਦਾ ਦੇ ਵਿਆਹ ਦੀ ਗੱਲ ਕੀਤੀ ਤਾਂ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੀ ਕਿਸੇ ਨੇ ਪੁਰੀ ਹੋਰਾਂ ਨੂੰ ਜਾ ਕੇ ਆਖਿਆ ਕਿ ਨੰਦਾ ਸਾਡੀ ਗੋਦ ਲਈ ਹੋਈ ਧੀ ਹੈ। ਨਹੀਂ ਮੌਮ, ਰਵੀ ਨੇ ਗੱਲ ਟੁੱਕੀ, ਸਿਰਫ ਇਹ ਨਹੀਂ,
ਉਹਨਾਂ ਨੇ ਇਹ ਆਖਿਆ ਕਿ ਨਹੀਂ, ਉਹ ਦੂਜੀ ਗੱਲ ਤੁਹਾਡੇ ਪਾਪਾ ਨੇ ਆਪ ਸੋਚ ਕੇ ਆਖੀ ਸੀ, ਇਸ ਧੀ ਨੂੰ ਕਿਸੇ ਤਰ੍ਹਾਂ ਆਪਣੇ ਖਾਨਦਾਨ ਦੀ ਧੀ ਸਾਬਤ ਕਰਨ ਵਾਸਤੇ, ਤੇ ਇਸੇ ਲਈ ਜਾਇਦਾਦ ਦਾ ਇੱਕ ਹਿੱਸਾ ਉਹਦੇ ਨਾਂ ਕੀਤਾ ਸੀ ਤਾਂ ਕਿ ਜਿੱਥੇ ਉਹਦਾ ਵਿਆਹ ਹੋਵੇ ਉਹਨਾਂ ਲੋਕਾਂ ਨੂੰ ਇਸ ਗੱਲ ਤੇ ਯਕੀਨ ਆ ਜਾਏ। ਤੇ ਲਾਜਬੀ ਦੀ ਆਵਾਜ਼ ਭਰ ਗਈ। ਇਹ ਤੁਹਾਡੇ ਪਾਪਾ ਦਾ ਕਿੱਡਾ ਵੱਡਾ ਇਖਲਾਕ ਹੈ ਕਿ ਉਹਨਾਂ ਨੇ ਆਪਣੇ ਉੱਤੇ ਇੱਕ ਇਲਜ਼ਾਮ ਲੈ ਲਿਆ, ਸਿਰਫ ਇਸ ਲਈ ਕਿ ਸਾਡੇ ਸਮਾਜ ਵਿੱਚ ਮਰਦ ਦਾ ਕੋਈ ਵੀ ਗੁਨਾਹ ਨਹੀਂ ਹੁੰਦਾ। ਗੁਨਾਹ ਸਿਰਫ ਔਰਤ ਦਾ ਹੁੰਦਾ ਹੈ ਜਾਂ ਉਸ ਬੱਚੇ ਦਾ ਜੋ। ਨੰਦਾ ਨੇ ਕੰਬ ਕੇ ਲਾਜਬੀ ਦੀ ਝੋਲੀ 'ਚੋਂ ਸਿਰ ਚੁੱਕਿਆ ਤੇ ਪੱਥਰ ਦੇ ਇੱਕ ਬੁੱਤ ਵਾਂਗ ਇੱਕ ਟਕ ਲਾਜਬੀ ਦੇ ਮੂੰਹ ਵੱਲ ਤੱਕਣ ਲੱਗ ਪਈ। ਨੰਦਾ, ਲਾਜਬੀ ਨੇ ਨੰਦਾ ਦੇ ਇੱਕ ਹੱਥ ਨੂੰ ਆਪਣੀ ਗਿੱਚੀ ਕੋਲ ਰੱਖ ਕੇ ਆਖਿਆ, ਸੋਚਦੀ ਸਾਂ ਮਰਨ ਤੋਂ ਪਹਿਲਾਂ ਤੈਨੂੰ ਇਹ ਗੱਲ ਦੱਸ ਜਾਵਾਂਗੀ ਤਾਂ ਕਿ ਮੇਰੇ ਮਰਨ ਤੋਂ ਪਿੱਛੋਂ ਜੇ ਕੋਈ ਤੈਨੂੰ ਕੁਝ ਆਖੇ ਤਾਂ ਤੂੰ ਘਬਰਾਏ ਨਾ, ਪਰ ਉਹ ਵੇਲਾ ਹੁਣੇ ਹੀ ਆ ਗਿਆ। ਲਾਜਬੀ ਨੂੰ ਜਾਪ ਰਿਹਾ ਸੀ ਇਹ ਗੱਲ ਕੁਝ ਇਸ ਤਰ੍ਹਾਂ ਸੀ ਜਿਵੇਂ ਕੱਚੇ ਫਲ ਨੂੰ ਪੱਕਣ ਦਾ ਵੇਲਾ ਨਾ ਮਿਲਿਆ ਹੋਵੇ। ਨੰਦਾ ਦੀ ਉਮਰ ਵੀ ਇਸ ਸਦਮੇ ਲਈ ਸਿਆਣੀ ਨਹੀਂ ਸੀ ਤੇ ਨਾ ਕਿਸੇ ਹੋਰ ਬੱਚੇ ਦੀ, ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਕੱਚੇ ਫਲ ਨੂੰ ਹੀ ਕਿਸੇ ਤਰ੍ਹਾਂ ਰੂੰ ਦੀ ਤਹਿ 'ਚ ਰੱਖ ਕੇ ਪਕਾਉਣਾ ਸੀ। ਕਹਿਣ ਲੱਗੇ, ਜਦੋਂ ਹਿੰਦੁਸਤਾਨ ਦੀ ਵੰਡ ਹੋਈ ਸੀ, ਕੁਝ ਬੜੀਆਂ ਚੰਗੀਆਂ, ਸੋਹਣੀਆਂ ਤੇ ਮਾਸੂਮ ਕੁੜੀਆਂ ਜ਼ੁਲਮ ਦਾ ਸ਼ਿਕਾਰ ਹੋਈਆਂ ਸਨ। ਸਰਕਾਰ ਨੇ ਜਦੋਂ ਕੁੜੀਆਂ ਲੱਭ ਕੇ ਆਂਦੀਆਂ ਸਨ, ਉਹਨਾਂ ਵਿੱਚੋਂ ਕਈ ਮਾਵਾਂ ਬਣਨ ਵਾਲੀਆਂ ਸਨ। ਤੁਹਾਡੇ ਪਾਪਾ ਡਾਕਟਰ ਸਨ। ਉਸ ਵੇਲੇ ਸਰਕਾਰ ਨੇ ਉਹਨਾਂ ਨੂੰ ਵੀ ਉਹਨਾਂ ਕੁੜੀਆਂ ਦੀ ਦੇਖਭਾਲ ਤੇ ਲਾਇਆ ਸੀ। ਉਹਨਾਂ ਵਿੱਚੋਂ ਹੀ ਇੱਕ ਕੁੜੀ ਸੀ। ਮੈਂ ਵੀ ਸਰਕਾਰੀ ਕੈਂਪ ਵਿੱਚ ਉਹਨਾਂ ਕੁੜੀਆਂ ਕੋਲ ਜਾਂਦੀ ਹੁੰਦੀ ਸੀ। ਸੱਚਮੁੱਚ ਉਹਦੇ ਨਾਲ ਪਿਆਰ ਹੋ ਗਿਆ ਸੀ। ਉਹ ਕ੍ਰਿਸ਼ਨਾ ਮੈਨੂੰ ਮੇਰੀ ਸਕੀ ਭੈਣ ਵਾਂਗ ਜਾਪਣ ਲੱਗ ਪਈ ਸੀ, ਪਰ ਉਹ ਬਹੁਤੇ ਦਿਨ ਜਿਉਂਦੀ ਨਾ ਰਹੀ। ਮਰਨ ਵੇਲੇ ਉਸੇ ਨੇ ਮੈਨੂੰ 1 ਮਹੀਨੇ ਦੀ ਨੰਦਾ ਸੌਂਪੀ ਸੀ। ਰਵੀ ਦੀਆਂ ਅੱਖਾਂ 'ਚ ਸੱਚਮੁੱਚ ਪਾਣੀ ਭਰ ਆਇਆ। ਮਾਂ ਦੇ ਮੂੰਹ ਵੱਲ ਵੇਖ ਨਹੀਂ ਸਕਿਆ, ਸਿਰਫ ਪਲੰਗ ਦੇ ਕੋਲ ਗੋਡਿਆਂ ਭਾਰ ਬੈਠੇ ਨੇ ਆਪਣਾ ਸਿਰ ਮਾਂ ਦੇ ਗੋਡੇ ਕੋਲ ਰੱਖ ਦਿੱਤਾ। ਇਸ ਵੇਲੇ ਰਵੀ ਨੂੰ ਇਹ ਵੀ ਚੇਤੇ ਆ ਰਿਹਾ ਸੀ ਕਿ ਉਹਨਾਂ ਦਿਨਾਂ 'ਚ ਨਾਨਕੇ ਗਿਆ ਹੋਇਆ ਸੀ। ਉਹ ਵੀ ਤੇ ਅਸ਼ੋਕ ਵੀ। ਮਾਂ ਕੋਲ ਸਿਰਫ ਛੋਟਾ ਪਰਮ ਸੀ ਤੇ ਉਹ ਦੋਵੇਂ ਜਦੋਂ ਨਾਨਕਿਓਂ ਵਾਪਸ ਆਏ ਸਨ, ਮਾਂ ਨੇ ਨਿੱਕੀ ਜਿਹੀ ਨੰਦਾ ਉਹਨਾਂ ਨੂੰ ਵਿਖਾ ਕੇ ਆਖਿਆ ਸੀ, ਵੇਖੋ ਤੁਹਾਡੇ ਪਿੱਛੇ ਤੁਹਾਡੀ ਭੈਣ ਜੰਮ ਪਈ। ਲਾਜਬੀ ਆਖ ਰਹੇ ਸਨ, ਇਹ ਸੱਚ ਏ, ਪਰ ਛੋਟਾ ਸੱਚ। ਵੱਡਾ ਸੱਚ ਇਹ ਹੈ ਕਿ ਨੰਦਾ ਮੇਰੀ ਤੇ ਪਾਪਾ ਦੀ ਉਨੀ ਪਿਆਰੀ ਧੀ ਏ ਜਿੰਨੇ ਤੁਸੀਂ ਤਿੰਨੋਂ ਪੁੱਤਰ, ਉਨੀ ਸਕੀ। ਤੇ ਲਾਜਬੀ ਨੇ ਨੰਦਾ ਨੂੰ ਆਪਣੀ ਛਾਤੀ ਨਾਲ ਇਸ ਤਰ੍ਹਾਂ ਘੁੱਟ ਲਿਆ ਜਿਵੇਂ ਕਦੇ ਅੱਜ ਤੋਂ 23 ਵਰ੍ਹੇ ਪਹਿਲਾਂ ਉਦੋਂ ਘੁੱਟਿਆ ਸੀ ਜਦੋਂ ਉਹ 1 ਮਹੀਨੇ ਦੀ ਸੀ। ਅੰਗ 13ਵਾਂ। ਨੰਦਾ ਦੀ ਜਿਸ ਪਰੇਸ਼ਾਨੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਕੋਈ ਰਾਹ ਨਹੀਂ ਸੀ ਲੱਭ ਰਿਹਾ ਤੇ ਉਹ ਡੱਕੇ ਹੋਏ ਪਾਣੀ ਵਾਂਗ ਉਹਦੇ ਮਨ ਦੇ ਕੰਢਿਆਂ ਨੂੰ ਤੋੜਦੀ ਪਈ ਸੀ, ਹੁਣ ਨੰਦਾ ਨੂੰ ਜਾਪਿਆ ਜਿਵੇਂ ਉਹਨੂੰ ਇੱਕ ਕੁਦਰਤੀ ਵਹਿਣ ਮਿਲ ਗਿਆ ਹੋਵੇ ਤੇ ਉਸ ਪਾਣੀ ਦੀ ਖਤਰਨਾਕ ਢਾਹ ਤੋਂ ਸੁਰਖਰੂ ਹੋ ਗਈ ਹੋਵੇ। ਨੰਦਾ ਕੁਝ ਦੇਰ ਇਕੱਲੀ ਆਪਣੇ ਕਮਰੇ 'ਚ ਬੈਠੀ ਰਹੀ। ਮਨ ਜ਼ਿੰਦਗੀ ਦੀ ਅਸਲੀਅਤ ਨੂੰ ਕਬੂਲ ਕੇ ਸ਼ਾਂਤ ਸੀ। ਸਿਰਫ ਅੱਖਾਂ 'ਚੋਂ ਰਹਿ ਕੇ ਇੱਕ ਸ਼ਾਂਤ ਪਾਣੀ ਸਿਮਦਾ ਪਿਆ ਸੀ। ਨੰਦਾ ਨੇ ਕੁਝ ਵਾਰਾਂ ਉੱਠ ਕੇ ਮੂੰਹ ਧੋਤਾ, ਪੂੰਝਿਆ, ਪਰ ਅੱਖਾਂ ਫੇਰ ਭਰ ਆਉਂਦੀਆਂ। ਉਹਨੂੰ ਖਿਆਲ ਆਇਆ ਜਿਵੇਂ ਉਹ ਅੱਜ 23 ਵਰ੍ਹਿਆਂ ਪਿੱਛੋਂ ਮਾਂ ਦੀ ਮੌਤ ਤੇ ਰੋ ਰਹੀ ਹੋਵੇ। ਨੰਦਾ ਦੇ ਅੰਦਰ ਹੁਣ ਬੇਚੈਨੀ ਨਹੀਂ ਸੀ, ਸਿਰਫ ਇੱਕ ਅਹਿਸਾਸ ਸੀ ਕਿ ਇੱਕ ਮੌਤ ਤੇ ਜੋ ਰੋਣਾ ਬਾਕੀ ਸੀ ਇਹ ਸਿਰਫ ਉਹ ਸੀ। ਅੱਖਾਂ ਭਰ ਆਉਂਦੀਆਂ ਰਹੀਆਂ। ਨੰਦਾ ਤਲੀ ਨਾਲ ਪੂੰਝ ਛੱਡਦੀ ਰਹੀ ਤੇ ਫਿਰ ਨੰਦਾ ਦੀਆਂ ਅੱਖਾਂ ਜਦੋਂ ਕੁਝ ਹੌਲੀਆਂ ਹੋ ਗਈਆਂ, ਉਹਨੂੰ ਜਾਪਿਆ ਜਿਵੇਂ ਉਹਦੀ ਤਲੀ 'ਚ ਸੱਚ ਦਾ ਇੱਕੋ ਸਿੱਕਾ ਫੜਿਆ ਹੋਇਆ ਸੀ ਜਿਹਦੇ ਦੋਵੇਂ ਪਾਸੇ ਸੱਚ ਸਨ। ਲਾਜਬੀ ਦੀ ਕੁੱਖ ਵਿੱਚੋਂ ਜਨਮ ਨਾ ਲੈਣਾ ਵੀ ਸੱਚ ਸੀ ਤੇ ਲਾਜਬੀ ਦੀ ਧੀ ਹੋਣਾ ਵੀ ਸੱਚ ਸੀ। ਲਾਜਬੀ ਦੇ ਸਵੇਰ ਵਾਲੇ ਹਰਫ ਚੇਤੇ ਆਏ। ਇਹ ਸੱਚ ਏ, ਪਰ ਛੋਟਾ ਸੱਚ। ਵੱਡਾ ਸੱਚ ਇਹ ਹੈ ਕਿ ਨੰਦਾ ਮੇਰੀ ਤੇ ਪਾਪਾ ਦੀ ਉਨੀ ਪਿਆਰੀ ਧੀ ਏ ਜਿੰਨੇ ਤੁਸੀਂ ਤਿੰਨੇ ਪੁੱਤਰ, ਉਨੀ ਸਕੀ। ਤੇ ਨੰਦਾ ਦਾ ਇਸ ਵੱਡੇ ਸੱਚ ਅੱਗੇ ਸਿਰ ਝੁਕ ਗਿਆ। ਇਸ ਵੇਲੇ ਲਾਜਬੀ ਤੇ ਪਾਪਾ ਸਾਹਮਣੇ ਨਹੀਂ ਸਨ ਖਲੋਤੇ ਹੋਏ, ਪਰ ਵੱਡੇ ਸੱਚ ਦੀ ਜੋ ਕੋਈ ਸ਼ਕਲ ਹੋ ਸਕਦੀ ਸੀ ਤਾਂ ਉਹ ਲਾਜਬੀ ਦੀ ਸ਼ਕਲ ਸੀ ਤੇ ਉਹ ਪਾਪਾ ਦੀ ਸ਼ਕਲ ਸੀ। ਨੰਦਾ ਫਿਰ ਪਾਣੀ ਨਾਲ ਮੂੰਹ ਧੋ ਕੇ ਗੁਸਲਖਾਨੇ 'ਚੋਂ ਬਾਹਰ ਆਈ। ਹੁਣ ਉਹਦੇ ਮਨ ਵਾਂਗ ਉਹਦੀਆਂ ਅੱਖਾਂ ਵੀ ਸ਼ਾਂਤ ਸਨ। ਉਹਨੂੰ ਖਿਆਲ ਆਇਆ ਲਾਜਬੀ ਅਕਸਰ ਸੌਣ ਲੱਗਿਆਂ ਕੌਫੀ ਦਾ ਪਿਆਲਾ ਪੀਂਦੇ ਹੁੰਦੇ ਹਨ ਤੇ ਉਹਨਾਂ ਲਈ ਕੌਫੀ ਬਣਾਉਣ ਵਾਸਤੇ ਰਸੋਈ 'ਚ ਚਲੀ ਗਈ।
ਰਸੋਈ 'ਚ ਅੱਗੇ ਵੀ ਰਵੀ ਖਲੋਤਾ ਹੋਇਆ ਸੀ ਤੇ ਪਿਆਲਿਆਂ 'ਚ ਸਾਰਿਆਂ ਵਾਸਤੇ ਕੌਫੀ ਪਾ ਰਿਹਾ ਸੀ। ਨੰਦਾ ਨੂੰ ਵੇਖ ਕੇ ਰਵੀ ਨੇ ਹੱਥ ਵਾਲਾ ਕੌਫੀ ਪੌਟ ਉੱਥੇ ਹੀ ਰੱਖ ਦਿੱਤਾ। ਅਗਾਂਹ ਹੋ ਕੇ ਨੰਦਾ ਨੂੰ ਦੋਵਾਂ ਬਾਹਾਂ 'ਚ ਘੁੱਟ ਲਿਆ। ਮੈਂ ਹੁਣੇ ਕੌਫੀ ਦਾ ਪਿਆਲਾ ਲੈ ਕੇ ਤੇਰੇ ਕਮਰੇ 'ਚ ਆਉਣ ਲੱਗਾ ਸੀ। ਨੰਦਾ ਦੀ ਆਵਾਜ਼ ਸਹਿਜ ਸੁਭਾਅ ਸੀ। ਤੂੰ ਮੈਨੂੰ ਆਵਾਜ਼ ਕਿਉਂ ਨਹੀਂ ਦਿੱਤੀ? ਮੈਂ ਕੌਫੀ ਬਣਾ ਦਿੰਦੀ। ਮੈਂ ਹੁਣ ਬੀਜੀ ਵਾਸਤੇ ਕੌਫੀ ਬਣਾਉਣ ਆਈ ਸੀ। ਰਵੀ ਨੇ ਪੌਲੀ ਜੀ ਨੰਦਾ ਦੇ ਕੰਨ ਕੋਲ ਉਹਨੂੰ ਚੁੰਮਿਆ। ਰਵੀ ਦੀਆਂ ਅੱਖਾਂ ਗਿੱਲੀਆਂ ਸਨ। ਤੂੰ ਮੈਨੂੰ ਮਾਫ਼ ਕਰ ਦਿੱਤਾ ਕਿ ਨਹੀਂ? ਨੰਦਾ ਨੇ ਆਪਣਾ ਸਿਰ ਰਵੀ ਦੀ ਛਾਤੀ ਨਾਲ ਲਾ ਦਿੱਤਾ, ਜਿਵੇਂ ਵਰ੍ਹਿਆਂ ਤੋਂ ਵਿਛੜੀ ਕਿਸੇ ਕੁੜੀ ਨੇ ਆਪਣੇ ਪਿਓ ਜਾਂ ਭਰਾ ਦੀ ਛਾਤੀ ਨਾਲ ਸਿਰ ਲਾਇਆ ਹੋਵੇ। ਅਸ਼ੋਕ ਤੇ ਪਰਮ ਬਾਹਰ ਮੇਜ਼ ਕੋਲ ਚੁੱਪਚਾਪ ਖਲੋਤੇ ਹੋਏ ਸਨ। ਸ਼ਾਇਦ ਕੌਫੀ ਨੂੰ ਵੀ ਉਡੀਕ ਰਹੇ ਸਨ ਤੇ ਅੱਜ ਦੀ ਹੈਰਾਨੀ ਨੂੰ ਜਰਨ ਲਈ ਕੁਝ ਵੇਲੇ ਨੂੰ ਵੀ। ਰਵੀ ਨੇ ਨੰਦਾ ਨੂੰ ਗਲ ਨਾਲ ਲਾ ਕੇ ਪਿਆਰ ਕੀਤਾ, ਮਾਫੀ ਮੰਗੀ ਤਾਂ ਅਸ਼ੋਕ ਨੂੰ ਵੀ ਕੁਝ ਹਿੰਮਤ ਜੀ ਆ ਗਈ। ਉਹਨੇ ਗਾਂਹ ਹੋ ਕੇ ਨੰਦਾ ਦੇ ਕੋਲ ਆ ਕੇ ਸਿਰਫ ਹੱਥ ਫੜਿਆ ਤੇ ਕਿੰਨਾ ਚਿਰ ਫੜੀ ਰੱਖਿਆ। ਮੂੰਹ ਕੁਝ ਕਹਿ ਸਕਣਾ ਉਹਨੂੰ ਔਖਾ ਜਾਪ ਰਿਹਾ ਸੀ, ਪਰ ਉਹਦੀਆਂ ਅੱਖਾਂ 'ਚ ਕੁਝ ਇੰਨਾ ਪੰਘਰਿਆ ਹੋਇਆ ਸੀ। ਨੰਦਾ ਨੇ ਇੱਕ ਵਾਰੀ ਉਹਦੇ ਵੱਲ ਵੇਖਿਆ ਤੇ ਪਿਆਰ ਨਾਲ ਉਹਦੀਆਂ ਆਪਣੀਆਂ ਅੱਖਾਂ ਵੀ ਪੰਘਰ ਆਈਆਂ, ਭਰ ਆਈਆਂ। ਰਵੀ ਨੇ ਸਾਰੇ ਪਿਆਲੇ ਟਰੇ 'ਚ ਰੱਖੇ ਤੇ ਟਰੇ ਨੂੰ ਦੋਵਾਂ ਹੱਥਾਂ 'ਚ ਚੁੱਕ ਸਿੱਧਾ ਮਾਂ ਦੇ ਕਮਰੇ ਚਲਾ ਗਿਆ। ਉਹਦੇ ਪਿੱਛੇ ਪਿੱਛੇ ਨੰਦਾ ਵੀ ਤੇ ਅਸ਼ੋਕ ਵੀ। ਮੇਜ਼ ਕੋਲੋਂ ਲੰਘਣ ਲੱਗਿਆ ਨੰਦਾ ਨੇ ਉੱਥੇ ਚੁੱਪਚਾਪ ਖਲੋਤੇ ਪਰਮ ਵੱਲ ਵੇਖਿਆ, ਪਰ ਪਰਮ ਨੇ ਧਿਆਨ ਪਰਾਂ ਕਰ ਲਿਆ ਸੀ। ਨੰਦਾ ਕੁਝ ਹੈਰਾਨ ਹੋਈ, ਪਰ ਕਮਰੇ 'ਚੋਂ ਰਵੀ ਦੀ ਆਵਾਜ਼ ਆ ਰਹੀ ਸੀ, ਮੌਮ ਹੁਣ ਇਸ ਬੇਵਕੂਫ ਬੇਟੇ ਨੂੰ ਮਾਫ਼ ਕਰ ਦਿਓ ਨਾ। ਉੱਠੋ, ਕਾਫੀ ਪੀਓ। ਅੱਜ ਮੈਂ ਕੌਫੀ ਬਣਾ ਕੇ ਲਿਆ ਵਾਂ। ਤੇ ਨੰਦਾ ਰਵੀ ਦੇ ਪਿਆਰ 'ਚ ਸ਼ਾਮਲ ਹੋਣ ਲਈ ਅੰਦਰ ਕਮਰੇ 'ਚ ਚਲੀ ਗਈ। ਅਸ਼ੋਕ ਉਹਦੇ ਨਾਲ ਸੀ ਤੇ ਪਰਮ ਚੁੱਪਚਾਪ ਉਹਦੇ ਪਿੱਛੇ। ਅੰਗ 14। ਉਸ ਰਾਤ ਨੰਦਾ ਆਪਣੇ ਵੱਲੋਂ ਸ਼ਾਂਤ ਮਨ ਸੁੱਤੀ ਸੀ, ਪਰ ਮਨ ਨੇ ਸ਼ਾਇਦ ਕੁਝ ਬੇਚੈਨੀ ਉਹਦੇ ਕੋਲੋਂ ਵੀ ਲੁਕਾ ਲਈ ਸੀ। ਉਹ ਰਾਤ ਨੂੰ ਸੁਪਨਿਆਂ ਦੀਆਂ ਤਹਿਆਂ 'ਚ ਸੁਲਗਦਾ ਰਿਹਾ। ਸਵੇਰ ਸਾਰ ਜਦੋਂ ਨੰਦਾ ਜਾਗੀ, ਉਹਨੂੰ ਸਿਲਸਿਲੇਵਾਰ ਕੁਝ ਚੇਤੇ ਨਹੀਂ ਸੀ, ਪਰ ਕੁਝ ਰੇਤ, ਪਾਣੀ, ਸ਼ਕਲਾਂ, ਆਵਾਜ਼ਾਂ, ਸੁਪਨਿਆਂ ਦੇ ਖਿਲਰੇ ਜੇ ਟੋਟੇ ਉਹਦੀਆਂ ਅੱਖਾਂ 'ਚ ਸਨ। ਨੰਦਾ ਨੇ ਉੱਠ ਕੇ ਗੁਸਲਖਾਨੇ 'ਚ ਜਾ ਕੇ ਮੂੰਹ ਧੋਤਾ। ਅੱਖਾਂ ਵਿੱਚੋਂ ਵੀ ਕੁਝ ਧੋ ਦੇਣਾ ਚਾਹਿਆ, ਪਰ ਤੌਲੀਏ ਨਾਲ ਹੱਥ ਪੂੰਝਦੀ ਨੇ ਜਦੋਂ ਸਾਹਮਣੇ ਸ਼ੀਸ਼ੇ 'ਚ ਵੇਖਿਆ, ਉਹਦੀਆਂ ਆਪਣੀਆਂ ਅੱਖਾਂ ਹੀ ਉਹਦੇ ਆਪਣੇ ਮੂੰਹ ਤੇ ਭਟਕਦੀਆਂ ਪਈਆਂ ਸਨ। ਉਹ ਸ਼ਾਇਦ ਅਜੇ ਵੀ ਉਹਨਾਂ ਝੋਲਿਆਂ ਨੂੰ ਨੀਝ ਲਾ ਕੇ ਪਛਾਣਨਾ ਚਾਹੁੰਦੀਆਂ ਸਨ, ਜਿਹੜੇ ਰਾਤੀ ਸੁਪਨੇ 'ਚ ਉਹਨਾਂ ਦੇ ਸਾਹਮਣੇ ਉੱਭਰਦੇ ਸਨ, ਮਿਟਦੇ ਸਨ, ਪਕੜ 'ਚ ਆਉਂਦੇ ਸਨ, ਸਮਝ ਵਿੱਚੋਂ ਛੁਟਕਦੇ ਸਨ। ਖਿੰਡੇ ਹੋਏ ਆਕਾਰਾਂ ਨੂੰ ਤੇ ਸੰਗ ਚੜੀਆਂ ਹੋਈਆਂ ਆਵਾਜ਼ਾਂ ਨੂੰ ਨੰਦਾ ਨੇ ਟੁੱਟੇ ਹੋਏ ਧਾਗਿਆਂ ਵਾਂਗ ਜੋੜ ਵੇਖਿਆ। ਇਹ ਕੋਈ ਨਦੀ ਸੀ ਜਿਹਦੇ ਕੰਢੇ ਉੱਤੇ ਬੜੇ ਲੋਕ ਸਨ, ਬੜੇ ਸ਼ੋਰ ਸੀ, ਭੀੜ ਸੀ। ਉਸ ਉੱਚੀ ਨੀਵੀਂ ਜ਼ਮੀਨ ਉੱਤੇ ਉਹਦੇ ਪੈਰਾਂ ਵਿੱਚੋਂ ਉਹਦੇ ਪੈਰਾਂ ਦੀਆਂ ਚੱਪਲੀਆਂ ਲੈ ਜਾਂਦੀਆਂ ਸਨ। ਉਹਨੇ ਕੋਈ 3 ਵਾਰੀ ਲਾਜਬੀ ਨੂੰ ਆਖਿਆ, ਚਲੋ ਘਰ ਚੱਲੀਏ। ਸ਼ਾਇਦ ਨਦੀ ਦੇ ਪਰਲੇ ਕੰਢੇ ਉਹਨਾਂ ਨੇ ਜਾਣਾ ਸੀ। ਉਹਨਾਂ ਦਾ ਘਰ ਇਸ ਪਾਸੇ ਨਹੀਂ, ਉਸ ਪਾਸੇ ਸੀ। ਲਾਜਬੀ ਨੇ ਹੱਥ ਨਾਲ ਉਧਰ ਇਸ਼ਾਰਾ ਕੀਤਾ ਸੀ। ਇਸ ਕੰਢੇ ਤੋਂ ਕਈ ਬੇੜੀਆਂ ਹੁਣ ਉਸ ਕੰਢੇ ਵੱਲ ਜਾ ਰਹੀਆਂ ਸਨ ਤੇ ਪਰਾਂ ਇੱਕ ਬੇੜੀ 'ਚ ਬੈਠੇ ਹੋਏ ਲੋਕਾਂ 'ਚ ਉਹਨੇ ਪਾਪਾ ਨੂੰ ਵੇਖਿਆ, ਰਵੀ ਨੂੰ ਵੀ। ਸ਼ਾਇਦ ਅਸ਼ੋਕ ਤੇ ਪਰਮ ਵੀ ਉਸੇ ਬੇੜੀ 'ਚ ਸਨ, ਪਰ ਪਤਾ ਨਹੀਂ। ਬੇੜੀ ਹੁਣ ਉਰਲੇ ਕੰਢੇ ਤੋਂ ਬੜੀ ਦੂਰ ਨਦੀ ਦੇ ਅੱਧ 'ਚ ਪਹੁੰਚ ਚੁੱਕੀ ਸੀ, ਪਰ ਉੱਥੇ ਇੱਕ ਹੋਰ ਬੇੜੀ ਵੀ ਸੀ। ਉਹਦੇ 'ਚ ਵੀ ਲੋਕ ਬਹਿੰਦੇ ਪਏ ਸਨ। ਲਾਜਬੀ ਵੀ ਜਾ ਕੇ ਉਸ ਬੇੜੀ 'ਚ ਬਹਿ ਗਏ, ਪਰ ਨੰਦਾ ਜਦੋਂ ਬੇੜੀ 'ਚ ਬਹਿਣ ਲੱਗੀ, ਉਹਦੇ ਪੈਰ ਦੀ ਇੱਕ ਚੱਪਲ ਪੈਰ 'ਚੋਂ ਲੈ ਗਈ ਤੇ ਉਹ ਚੱਪਲ ਨੂੰ ਮੁੜ ਕੇ ਪੈਰ 'ਚ ਪਾਉਂਦੀ ਪਈ ਸੀ ਕਿ ਬੇੜੀ ਕੰਢੇ ਤੋਂ ਬੜੀ ਦੂਰ ਚਲੀ ਗਈ। ਉਰਲੇ ਕੰਢੇ ਤੇ ਅਜੇ ਵੀ ਬੜੇ ਲੋਕ ਸਨ, ਪਰ ਨੰਦਾ ਬੜੀ ਘਬਰਾਈ ਸੀ। ਉਹਨਾਂ ਵੱਲ ਵੇਖ ਰਹੀ ਸੀ। ਉਹ ਖੌਰੇ ਕੌਣ ਸਨ, ਉਹ ਕਿਸੇ ਨੂੰ ਨਹੀਂ ਸੀ ਜਾਣਦੀ। ਭੀੜ 'ਚ ਇੱਕ ਰੌਲਾ ਜਿਹਾ ਪੈ ਗਿਆ। ਇੱਕ ਔਰਤ ਚਿੱਟੀ ਜਿਹੀ ਧੋਤੀ 'ਚ ਦੌੜਦੀ ਪਈ ਸੀ, ਪਰ ਉਹਦੇ ਪਿੱਛੇ ਕਿੰਨੇ ਹੀ ਲੋਕ ਦੌੜਦੇ ਪਏ ਸਨ। ਉਹ ਦੌੜਦੀ ਸਿੱਧਾ ਨੰਦਾ ਕੋਲ ਆ ਰਹੀ ਸੀ ਤੇ ਉਹਦੇ ਪਿੱਛੇ ਦੌੜਦੇ ਲੋਕ ਵੀ। ਨੰਦਾ ਉਹਨੂੰ ਪਛਾਣਦੀ ਨਹੀਂ ਸੀ, ਪਰ ਉਹਦੇ ਮੂੰਹੋਂ ਉਹਨੇ ਸੁਣਿਆ, ਨੰਦਾ, ਨੰਦਾ। ਤੇ ਫਿਰ ਕੰਨਾਂ 'ਚ ਇੱਕ ਜ਼ੋਰ ਦੀ ਚੀਕ ਆਈ। ਉਸ ਔਰਤ ਨੇ ਨੰਦਾ ਦੇ ਕੋਲ ਆ ਕੇ ਇੱਕ ਵਾਰੀ ਬੜੇ ਜ਼ੋਰ ਨਾਲ ਉਹਦਾ ਹੱਥ ਫੜਿਆ, ਪਿੱਛਾਂ ਆਪਣੇ ਮਗਰ ਆਉਂਦੇ ਲੋਕਾਂ ਵੱਲ ਵੇਖਿਆ ਤੇ ਨੰਦਾ ਨੂੰ ਹੱਥ ਨਾਲ ਪਰਾਂ ਕਰਕੇ ਉਹ ਗਾਂਹ ਨਦੀ ਵੱਲ ਦੌੜ ਪਈ। ਨੰਦਾ ਘਬਰਾ ਕੇ ਉਹਦੇ ਵੱਲ ਦੌੜੀ, ਪਰ ਉਹਦੇ ਪੈਰ ਰੇਤ ਵਿੱਚ ਫਸ ਗਏ ਤੇ ਜਦੋਂ ਨੰਦਾ ਦੇ ਸਾਹਮਣੇ ਨਦੀ ਵੱਲ ਵੇਖਿਆ, ਉਹ ਔਰਤ ਨਦੀ ਦੇ ਤੇਜ਼ ਪਾਣੀ 'ਚ ਡਿੱਗੀ ਹੋਈ ਸੀ ਤੇ ਪਾਣੀ ਦੀ ਤਹਿ ਉੱਤੇ ਸਿਰਫ ਉਹਦੀ ਚਿੱਟੀ ਜਿਹੀ ਧੋਤੀ ਦਾ ਕੁਝ ਹਿੱਸਾ ਦਿਸਦਾ ਪਿਆ ਸੀ। ਨੰਦਾ ਦੇ ਸੰਗ 'ਚ ਉਹਦੀ ਚੀਕ ਫਸ ਗਈ। ਕੰਢੇ ਉੱਤੇ ਹੁਣ ਸਿਰਫ ਨੰਦਾ ਸੀ, ਦੂਰ ਤੱਕ ਵੀ ਹੋਰ ਕੋਈ ਨਹੀਂ ਸੀ। ਪਤਾ ਨਹੀਂ ਸਿਰਫ ਸਾਰੇ ਲੋਕ ਕਿੱਥੇ ਚਲੇ ਗਏ ਸੀ। ਤੇ ਸਾਰੇ ਪਾਸੇ ਹਨੇਰਾ ਹੋਣ ਲੱਗ ਪਿਆ। ਨੰਦਾ ਰੇਤ ਉੱਤੇ ਦੌੜਦੀ ਪਈ ਸੀ, ਪਰ ਰੇਤ ਮੁੱਕਦੀ ਨਹੀਂ ਸੀ।
ਫਿਰ ਵੇਖਿਆ ਨਦੀ ਦੇ ਪਾਰਲੇ ਕੰਢੇ ਤੇ ਪਰਮ ਖਲੋਤਾ ਸੀ। ਨੰਦਾ ਨੇ ਜ਼ੋਰ ਦੀ ਆਵਾਜ਼ਾਂ ਦਿੱਤੀਆਂ, ਪਰਮ ਪਰਮ ਪਰਮ, ਪਰ ਨੰਦਾ ਦੀ ਆਵਾਜ਼ ਸ਼ਾਇਦ ਪਰਮ ਤੱਕ ਨਹੀਂ ਸੀ ਪਹੁੰਚਦੀ ਪਈ। ਉਹ ਚੁੱਪ ਆਪਣੇ ਧਿਆਨ 'ਚ ਮਗਰ ਨਦੀ ਦੇ ਪਾਰਲੇ ਕੰਢੇ ਤੇ ਖਲੋਤਾ ਰਿਹਾ। ਨੰਦਾ ਨੇ ਦੋਵੇਂ ਹੱਥ ਜ਼ੋਰ ਦੀ ਹਿਲਾਏ ਤੇ ਸੰਗ ਦੇ ਸਹੁਰੇ ਜ਼ੋਰ ਨਾਲ ਆਵਾਜ਼ ਦਿੱਤੀ, ਪਰਮ, ਤੇ ਫਿਰ ਸ਼ਾਇਦ ਆਪਣੇ ਸੰਗ 'ਚ ਫਸੀ ਆਪਣੀ ਆਵਾਜ਼ ਦੇ ਜ਼ੋਰ ਨਾਲ ਹੀ ਨੰਦਾ ਦੀ ਨੀਂਦਰ ਖੁੱਲ ਗਈ ਸੀ। ਨੰਦਾ ਨੇ ਰਾਤ ਦੇ ਸੁਪਨੇ ਨੂੰ ਤਾਰ-ਤਾਰ ਜੋੜ ਕੇ ਤੇ ਫਿਰ ਤਾਰ-ਤਾਰ ਖੋਲ ਕੇ ਵੇਖਿਆ, ਸੋਚਿਆ, ਤੇ ਉਹਨੂੰ ਜਾਪਿਆ ਇਸ ਸੁਪਨੇ ਦੇ ਸਾਰੇ ਸਿਰੇ ਕੱਲ ਨਾਲ ਜੁੜੇ ਸਨ। ਲਾਜਬੀ ਨੇ ਦੱਸਿਆ ਸੀ ਉਹਦੀ ਕ੍ਰਿਸ਼ਨਾ ਮਾਂ ਨੂੰ ਲੋਕਾਂ ਨੇ ਜ਼ਬਰਦਸਤੀ ਨੰਦਾ ਦੇ ਕੂਲੇ ਕੰਜ ਕੁਆਰੇ ਪਿੰਡੇ 'ਚ ਖੌਫ ਦੀ, ਕ੍ਰੋਧ ਦੀ, ਜ਼ਹਿਰ ਦੀ ਇੱਕ ਕੰਬਣੀ ਫਿਰ ਗਈ। ਉਹ ਔਰਤ ਜਿਹੜੀ ਮੈਂ ਨਦੀ 'ਚ ਡੁੱਬਦੀ ਵੇਖੀ ਉਹ ਮੇਰੀ ਮਾਂ ਸੀ। ਨੰਦਾ ਕਿੰਨਾ ਚਿਰ ਕੁਝ ਸੋਚਣ ਜੋਗੀ ਨਾ ਰਹੀ। ਅੱਖਾਂ ਅੱਗੇ ਨਦੀ 'ਚ ਰੁੜਦੀ ਇੱਕ ਚਿੱਟੀ ਧੋਤੀ ਦਾ ਪੱਲਾ ਛਾਇਆ ਰਿਹਾ, ਪੱਲਾ ਜਿਹਨੂੰ ਨਾ ਹੱਥ ਨਾਲ ਫੜਿਆ ਜਾ ਸਕਦਾ ਸੀ, ਨਾ ਅੱਖਾਂ ਅੱਗੋਂ ਹਟਾਇਆ ਜਾ ਸਕਦਾ ਸੀ। ਸਵੇਰ ਦਾ ਸੂਰਜ ਉੱਚਾ ਹੁੰਦਾ ਪਿਆ ਸੀ। ਨੰਦਾ ਦੀ ਬਾਰੀ ਵਿੱਚੋਂ ਚਾਨਣ ਦਾ ਇੱਕ ਟੁਕੜਾ ਉਹਦੇ ਕਮਰੇ 'ਚ ਆ ਕੇ ਉਹਦੇ ਮੋਢੇ ਕੋਲ ਖਲੋ ਗਿਆ, ਜਿਵੇਂ ਹੱਥ ਨਾਲ ਉਹਦੇ ਮੋਢੇ ਨੂੰ ਹਿਲਾ ਰਿਹਾ ਹੋਵੇ। ਨੰਦਾ ਆਪਣੀ ਛਾਤੀ ਦੇ ਇੱਕ ਡੂੰਘੇ ਸਾਹ ਨਾਲ ਹਿੱਲੀ ਤੇ ਉਹਨੂੰ ਚੇਤੇ ਆਇਆ ਉਹ ਰਾਤੀ ਸੁਪਨੇ 'ਚ ਪਰਮ ਨੂੰ ਆਵਾਜ਼ਾਂ ਦਿੰਦੀ ਰਹੀ ਸੀ। ਇਹਦੀ ਤਸ਼ਰੀਹ ਜਿਹੀ ਕਰਦੀ ਕਰਦੀ ਨੰਦਾ ਨੂੰ ਜਾਪਿਆ, ਰਾਤੀ ਸਾਰਿਆਂ ਨੇ ਮੈਨੂੰ ਪਿਆਰ ਕੀਤਾ, ਅਪਣਾਇਆ, ਰਵੀ ਨੇ ਵੀ, ਸਿਰਫ ਪਰਮ ਨੇ ਕੁਝ ਨਹੀਂ ਸੀ ਆਖਿਆ। ਉਹ ਆਪਣਾ ਧਿਆਨ ਪਰਾਂ ਕਰਕੇ ਖਲੋਤਾ ਰਿਹਾ ਸੀ, ਗੈਰ ਜਿਹਾ। ਮੇਰਾ ਉਸੇ ਨਾਲ ਸਾਰਿਆਂ ਤੋਂ ਕੁਝ ਵੱਧ ਸੀ। ਉਸੇ ਕੋਲ ਬਹਿ ਕੇ ਉਹਦੇ ਕਮਰੇ 'ਚ ਮੈਨੂੰ ਇਹ ਘਰ ਆਪਣਾ ਘਰ ਲੱਗਦਾ ਹੁੰਦਾ ਸੀ। ਪਰ ਉਹ ਰਾਤੀ ਇਸ ਤਰ੍ਹਾਂ ਚੁੱਪ ਸੀ ਜਿਵੇਂ ਉਹ ਮੇਰਾ ਕੁਝ ਵੀ ਨਾ ਹੋਵੇ। ਇਸ ਸਾਰੀ ਗੱਲ ਨਾਲ ਉਹਨੂੰ ਕੁਝ ਵੀ ਨਾ ਹੋਇਆ। ਰਾਤੀ ਉਹ ਮੈਨੂੰ ਪਛਾਣਦਾ ਵੀ ਨਹੀਂ ਸੀ ਸ਼ਾਇਦ। ਇਸੇ ਲਈ ਮੈਂ ਰਾਤੀ ਸੁਪਨੇ 'ਚ ਉਹਨੂੰ ਆਵਾਜ਼ਾਂ ਦਿੰਦੀ ਰਹੀ। ਧੁੱਪ ਦਾ ਇੱਕ ਟੁਕੜਾ ਜੋ ਨੰਦਾ ਦੇ ਮੋਢੇ ਨਾਲ ਖਲੋਤਾ ਹੋਇਆ ਸੀ, ਉਹ ਤਾਂ ਹੋ ਕੇ ਨੰਦਾ ਦੇ ਮੱਥੇ ਕੋਲ ਆ ਗਿਆ, ਜਿਵੇਂ ਹੌਲੀ ਜਿਹੀ ਨੰਦਾ ਦੇ ਮੱਥੇ ਨੂੰ ਚੁੰਮ ਰਿਹਾ ਹੋਵੇ। ਅਖੀਰਲਾ ਅੰਗ 15ਵਾਂ। ਇੱਕ ਦਿਨ ਹੋਰ ਲੰਘ ਗਿਆ। ਤੀਜੇ ਦਿਨ ਡਾਕਟਰ ਮਦਨ ਲੈਕਚਰ ਟੂਰ ਤੋਂ ਵਾਪਸ ਆਏ। ਘਰ ਦੇ ਮਾਹੌਲ 'ਚ ਜਿਵੇਂ ਇੱਕ ਅਗਰਬੱਤੀ ਜਗਦੀ ਪਈ ਸੀ। ਰਵੀ ਨੇ ਸਭ ਤੋਂ ਪਹਿਲਾਂ ਬਾਹਰ ਜਾ ਕੇ ਟੈਕਸੀ 'ਚੋਂ ਪਾਪਾ ਦਾ ਸੂਟਕੇਸ ਚੁੱਕ ਕੇ ਅੰਦਰ ਆ ਕੇ ਜ਼ੋਰ ਦੀ ਆਵਾਜ਼ ਦਿੱਤੀ, ਮਾਂ, ਨੰਦਾ, ਪਾਪਾ ਆ ਗਏ। ਨੰਦਾ ਪਿਛਲੇ ਕਈ ਵਰ੍ਹਿਆਂ ਤੋਂ ਜਦੋਂ ਦੀ ਜਵਾਨ ਹੋਈ ਸੀ, ਪਾਪਾ ਦੀਆਂ ਬਾਹਾਂ 'ਚ ਕਦੇ ਇੰਜ ਨਹੀਂ ਸੀ ਲਿਪਟੀ ਜਿਵੇਂ ਅੱਜ। ਅੱਜ ਉਹਦੀ ਇੱਕ ਛੋਟੀ ਜਿਹੀ ਉਮਰ ਉਹਦੇ ਜਵਾਨ ਅੰਗਾਂ ਵਿੱਚ ਵੀ ਖੇਡਦੀ ਪਈ ਸੀ। ਉਹ ਸੋਚ ਦੇ ਜ਼ੋਰ ਕੁਝ ਕਰਦੀ ਸ਼ਾਇਦ ਨਾ ਹੁੰਦਾ, ਇਹ ਮਾਸੂਮ ਜਜ਼ਬੇ ਦੇ ਜ਼ੋਰ ਸੀ। ਪਾਪਾ ਕੁਝ ਹੈਰਾਨ ਸਨ ਪਰ ਖੁਸ਼। ਰਵੀ ਤੇ ਅਸ਼ੋਕ ਦੇ ਜਾਣ ਦਾ ਵੇਲਾ ਹੋ ਗਿਆ ਸੀ। ਉਹ ਨਾਸ਼ਤਾ ਕਰ ਚੁੱਕੇ ਸਨ, ਚਲੇ ਗਏ। ਪਾਪਾ ਚਾਹ ਦਾ ਪਿਆਲਾ ਪੀ ਕੇ ਕੁਝ ਆਰਾਮ ਕਰਨ ਲਈ ਕਮਰੇ 'ਚ ਚਲੇ ਗਏ। ਨੰਦਾ ਦੀ ਯੂਨੀਵਰਸਿਟੀ ਵਿੱਚ ਸਟ੍ਰਾਈਕ ਸੀ, ਉਹਨੇ ਜਾਣਾ ਨਹੀਂ ਸੀ। ਉਹ ਰਸੋਈ 'ਚ ਜਾ ਕੇ ਦੁਪਹਿਰ ਦੀ ਰੋਟੀ ਬਣਾਉਣ ਲੱਗ ਪਈ। ਅੱਜ ਬਹੁਤ ਸਾਰਾ ਦੁੱਧ ਵਧਿਆ ਹੋਇਆ ਸੀ। ਨੰਦਾ ਨੇ ਉਹਦਾ ਪਨੀਰ ਬਣਾਇਆ, ਮਟਰ ਛਿੱਲੇ, ਪਰ ਉਹਦੀਆਂ ਉਂਗਲਾਂ ਉਹਦੇ ਦਿਲ ਵਾਂਗ ਧੜਕਦੀਆਂ ਪਈਆਂ ਸਨ। ਧਿਆਨ ਪਾਪਾ ਦੇ ਕਮਰੇ ਵੱਲ ਸੀ, ਜਿੱਥੇ ਸ਼ਾਇਦ ਲਾਜਬੀ ਉਹਨਾਂ ਨੂੰ ਪਰਸੋਂ ਵਾਲੀ ਗੱਲ ਦੱਸਦੇ ਪਏ ਸਨ। ਪਤਾ ਸੀ ਜੋ ਕੁਝ ਵੀ ਸੀ ਉਹ ਪਾਪਾ ਲਈ ਬਹੁਤ ਪੁਰਾਣਾ ਸੀ, ਨਵਾਂ ਕੁਝ ਵੀ ਨਹੀਂ ਸੀ। ਸਿਰਫ ਉਹਨਾਂ ਦੇ ਬੱਚਿਆਂ ਲਈ ਉਸ ਸੱਚਾਈ ਦਾ ਸਾਹਮਣਾ ਨਵਾਂ ਸੀ। ਤੇ ਉਹ ਪਾਪਾ ਨੂੰ ਕਿੰਜ ਲੱਗ ਰਿਹਾ ਸੀ, ਨੰਦਾ ਨੇ ਉਹਨਾਂ ਦੇ ਮੂੰਹ ਉੱਤੋਂ ਸਿਰਫ ਇਹ ਵੇਖਣਾ ਸੀ। ਉਹ ਇਹ ਵੀ ਸੋਚ ਰਹੀ ਸੀ ਸ਼ਾਇਦ ਉਹ ਲਾਜਬੀ ਨੂੰ ਆਖ ਰਹੇ ਹੋਣ ਕਿ ਅਜੇ ਬੱਚਿਆਂ ਨੂੰ ਇਸ ਸੱਚਾਈ ਤੋਂ ਬਚਾਉਣਾ ਚਾਹੀਦਾ ਸੀ, ਖਾਸ ਕਰ ਨੰਦਾ ਨੂੰ। ਪਰ ਨਹੀਂ। ਨਾਲ ਹੀ ਨੰਦਾ ਨੂੰ ਖਿਆਲ ਆਇਆ ਕਿ ਪਾਪਾ ਨੂੰ ਸਵੇਰ ਵਾਲਾ ਰਵੀ ਦਾ ਵਤੀਰਾ ਵੀ ਯਾਦ ਆ ਰਿਹਾ ਹੋਏਗਾ ਤੇ ਨੰਦਾ ਦੀ ਗਲਵੱਕੜੀ ਵੀ, ਤੇ ਉਹਨਾਂ ਨੂੰ ਜਾਪ ਰਿਹਾ ਹੋਏਗਾ ਕਿ ਜੋ ਹੋਇਆ ਠੀਕ ਹੀ ਹੋਇਆ ਸੀ। ਉਹ ਆਪਣੇ ਆਪ ਨੂੰ ਇਸ ਗੱਲ ਤੋਂ ਵੀ ਬੱਚਿਆਂ ਕੋਲੋਂ ਸੁਰਖਰੂ ਸਮਝ ਰਹੇ ਹੋਣਗੇ ਜੋ ਕਿਸੇ ਮਜਬੂਰੀ 'ਚ ਆਣ ਕੇ ਉਹਨਾਂ ਨੂੰ ਕਿਸੇ ਪੂਰੀ ਅੱਗੇ ਆਖਣੀ ਪਈ ਸੀ। ਤੇ ਨੰਦਾ ਦਾ ਸਿਰ ਸਾਹਮਣੇ ਪਾਪਾ ਨਹੀਂ ਸਨ, ਪਰ ਉਹਨਾਂ ਦਾ ਖਿਆਲ ਸੀ। ਉਸ ਖਿਆਲ ਅੱਗੇ ਇੰਜ ਝੁਕ ਗਿਆ ਜਿਵੇਂ ਰੱਬ ਦੇ ਖਿਆਲ ਅੱਗੇ ਝੁਕਦਾ ਹੈ। ਮਨ 'ਚ ਉਸ ਆਦਮੀ ਦਾ ਤਸੱਵਰ ਵੀ ਆਇਆ ਜਿਹਨੇ ਕਦੀ ਜ਼ੋਰੀ ਇੱਕ ਔਰਤ ਨੂੰ ਤੇ ਫਿਰ ਉਸ ਔਰਤ ਤੋਂ ਵੀ, ਉਸ ਬੱਚੇ ਤੋਂ ਵੀ ਇਨਕਾਰੀ। ਤੇ ਇਸ ਆਦਮੀ ਦਾ ਤਸੱਵਰ ਵੀ ਆਇਆ ਜਿਹਦੀ ਉਹ ਕੁਝ ਨਹੀਂ ਸੀ, ਪਰ ਜਿਹਨੂੰ ਉਹ ਹਮੇਸ਼ਾ ਪਾਪਾ ਆਖ ਸਕਦੀ ਸੀ, ਤੇ ਜਿਹਨੇ ਉਹਦੇ ਕੋਲੋਂ ਪਾਪਾ ਅਖਵਾਉਣ ਲਈ ਇੱਕ ਉਹ ਗੁਨਾਹ ਵੀ ਕਬੂਲ ਲਿਆ ਸੀ ਜੋ ਕਦੇ ਉਹਨੇ ਕੀਤਾ ਹੀ ਨਹੀਂ ਸੀ। ਨੰਦਾ ਨੂੰ ਪਤਾ ਨਹੀਂ ਪਾਪਾ ਕਿਸ ਵੇਲੇ ਕਮਰੇ 'ਚੋਂ ਆ ਕੇ ਉਹਦੇ ਕੋਲ ਰਸੋਈ 'ਚ ਖਲੋ ਗਏ ਸਨ ਤੇ ਹੁਣ ਪਿਆਰ ਨਾਲ ਉਹਦੇ ਸਿਰ ਨੂੰ ਚੁੰਮਦੇ ਪਏ ਸਨ। ਨੰਦਾ ਦੀ ਜੀਭ ਜਿਵੇਂ ਗੂੰਗੀ ਹੋ ਗਈ। ਕੁਝ ਆਖਣਾ ਚਾਹਿਆ, ਕੁਝ ਵੀ, ਪਰ ਕੁਝ ਨਹੀਂ ਸੀ ਔੜ ਰਿਹਾ।
ਅਚਾਨਕ ਪਰਮ ਦੀ ਆਵਾਜ਼ ਆਈ। ਉਹ ਰਸੋਈ ਦੀਆਂ ਦਹਲੀਜ਼ਾਂ ਕੋਲ ਖਲੋ ਕੇ ਚਾਹ ਮੰਗਦਾ ਪਿਆ ਸੀ। ਨੰਦਾ ਨੂੰ ਕੁਝ ਆਖਣ ਲਈ ਔੜ ਪਿਆ। ਪਾਪਾ, ਮੇਰੇ ਨਾਲ ਪਰਮ ਨਹੀਂ ਬੋਲਦਾ। ਤੇ ਗੱਲ ਕਹਿ ਕੇ ਨੰਦਾ ਨੂੰ ਜਾਪਿਆ ਉਹ ਇੱਕ ਔਖੇ ਵੇਲੇ ਵਿੱਚੋਂ ਸੌਖ ਨਾਲ ਲੰਘ ਗਈ ਸੀ। ਉਹਨੇ ਇਸ ਇੱਕ ਸ਼ਿਕਾਇਤ ਨਾਲ ਸਾਰੀ ਉਮਰ ਲਈ ਪਾਪਾ ਕੋਲੋਂ ਕੁਝ ਮੰਗ ਸਕਣ ਦਾ ਉਹਨਾਂ ਨਾਲ ਆਪਣਾ ਹੱਕ ਜੋੜ ਲਿਆ ਸੀ। ਪਾਪਾ ਨੇ ਪਰਮ ਵੱਲ ਵੇਖਿਆ ਜਿਵੇਂ ਜਵਾਬ ਤਲਬ ਕੀਤਾ ਹੋਵੇ, ਪਰ ਪਰਮ ਹੱਸ ਰਿਹਾ ਸੀ। ਨਹੀਂ ਪਾਪਾ, ਇਹ ਤੇ ਪਾਗਲ ਏ, ਆਪੇ ਹੀ ਕੁਝ ਸੋਚ ਲੈਂਦੀ ਏ, ਫਿਰ ਆਪੇ ਹੀ ਉਹਨੂੰ ਮੰਨ ਲੈਂਦੀ ਏ। ਪਾਪਾ, ਨੰਦਾ ਨੂੰ ਕੁਝ ਹੋਰ ਆਖਣ ਜੋਗਾ ਵੀ ਮਿਲ ਗਿਆ। ਆਖਣ ਲੱਗੀ, ਅੱਗੇ ਇਹਦੇ ਕਮਰੇ 'ਚ ਕੋਈ ਕਿਤਾਬ ਲਿਆਉਂਦੀ ਸੀ, ਇਹ ਮੈਨੂੰ ਚੋਰ ਆਖਦਾ ਸੀ, ਅੱਜ ਮੈਨੂੰ ਪਾਗਲ ਵੀ ਆਖਣ ਲੱਗ ਪਿਆ। ਪਾਪਾ ਹੱਸ ਪਏ। ਅੱਛਾ, ਤੂੰ ਚੋਰ ਤੇ ਇਹ ਪਾਗਲ, ਠੀਕ ਏ। ਪਾਪਾ ਨੇ ਜਿਵੇਂ ਦੋਵੇਂ ਲਫ਼ਜ਼ ਦੋਹਾਂ ਨੂੰ ਇੱਕ ਇੱਕ ਵੰਡ ਦਿੱਤਾ ਤੇ ਫਿਰ ਆਪਣੇ ਕੰਮ ਤੇ ਜਾਣ ਲਈ ਤਿਆਰ ਹੋ ਗਏ। ਪਰਮ ਨੇ ਨੰਦਾ ਦੇ ਕੋਲ ਆ ਕੇ ਆਖਿਆ, ਅੱਛਾ ਇੱਕ ਪਿਆਲਾ ਚਾਹ ਤੇ ਬਣਾ ਦੇ। ਨੰਦਾ ਨੇ ਕੇਤਲੀ ਹੱਥ 'ਚ ਫੜੀ ਸੀ, ਪਰ ਫੇਰ ਪਰਾਂ ਰੱਖ ਦਿੱਤੀ। ਪਹਿਲਾਂ ਇਹ ਦੱਸ, ਮੈਂ ਪਾਗਲ ਹਾਂ? ਹਾਂ, ਪਰਮ ਨੇ ਸਿਰ ਹਿਲਾਇਆ, ਫਿਰ ਹੱਸ ਪਿਆ। ਚਾਹ ਬਣਾ ਕੇ ਉੱਤੇ ਮੇਰੇ ਕਮਰੇ 'ਚ ਦੇ ਜਾਈਂ। ਤੇ ਨੰਦਾ ਦੇ ਜਵਾਬ ਨੂੰ ਉਡੀਕੇ ਬਿਨਾਂ ਉੱਤੇ ਆਪਣੇ ਕਮਰੇ 'ਚ ਚਲਾ ਗਿਆ। ਨੰਦਾ ਨੇ ਚਾਹ ਬਣਾਈ, ਕੇਤਲੀ ਭਰੀ, ਟਰੇ 'ਚ ਇੱਕ ਦੀ ਥਾਂ 2 ਪਿਆਲੇ ਰੱਖੇ, ਉੱਤੇ ਪਰਮ ਦੇ ਕਮਰੇ 'ਚ ਲੈ ਗਈ। ਪਰ ਚਾਹ ਮੇਜ਼ ਉੱਤੇ ਰੱਖ ਕੇ ਕਹਿਣ ਲੱਗੀ, ਮੈਂ ਪਾਗਲ ਹਾਂ ਨਾ, ਇਸ ਲਈ ਅੱਜ ਇੱਕ ਪਿਆਲੇ 'ਚ ਚਾਹ ਪੀਣ ਦੀ ਥਾਂ 2 ਪਿਆਲਿਆਂ 'ਚ ਪੀਵਾਂਗੀ। ਮੈਂ ਤੇਰੇ ਲਈ ਚਾਹ ਨਹੀਂ ਬਣਾਈ, ਸਿਰਫ ਆਪਣੇ ਲਈ ਬਣਾਈ ਏ। ਤੇ ਨੰਦਾ ਇੱਕ ਪਿਆਲੇ 'ਚ ਚਾਹ ਪਾ ਕੇ ਉੱਥੇ ਮੇਜ਼ ਦੇ ਕੋਲ ਖਲੋ ਕੇ ਚਾਹ ਪੀਣ ਲੱਗ ਪਈ। ਚਾਹ ਆਪਣੇ ਲਈ, ਪਰ ਮੇਰੇ ਕਮਰੇ 'ਚ ਕਿਉਂ? ਪਰਮ ਨੇ ਆਖਿਆ ਤੇ ਆਰਾਮ ਨਾਲ ਨੰਦਾ ਦੇ ਹੱਥੋਂ ਨੰਦਾ ਦਾ ਪਿਆਲਾ ਖੋਹ ਕੇ ਚਾਹ ਪੀਣ ਲੱਗ ਪਿਆ। ਐ ਲੈ ਫੜ ਦੂਸਰਾ ਪਿਆਲਾ, ਮੇਰੀ ਜੂਠੀ ਚਾਹ ਕਿਉਂ ਪੀਨਾ ਹੈ? ਨੰਦਾ ਪਰਮ ਦੇ ਇੰਜ ਚਾਹ ਪੀਣ ਤੋਂ ਹੈਰਾਨ ਆਪਣੀ ਜ਼ਿੱਦ ਨੂੰ ਭੁੱਲ ਗਈ। ਅੱਛਾ ਨੰਦੂ, ਬੀ ਸੀਰੀਅਸ, ਅੱਜ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਪਰਮ ਆਪਣੇ ਦੀਵਾਨ ਤੇ ਬਹਿੰਦਾ ਨੰਦਾ ਨੂੰ ਬਹਿਣ ਲਈ ਆਖ ਰਿਹਾ ਸੀ। ਨੰਦਾ ਪਰਮ ਦੇ ਮੂੰਹੋਂ ਉਹੀ ਪੁਰਾਣਾ ਲਫ਼ਜ਼ ਨੰਦੂ ਸੁਣ ਕੇ ਪਿਛਲੇ ਦਿਨਾਂ ਦਾ ਸ਼ਿਕਵਾ ਭੁੱਲ ਗਈ ਤੇ ਚੁੱਪਚਾਪ, ਜਿਵੇਂ ਪਰਮ ਨੇ ਕਿਹਾ ਸੀ, ਉਹਦੇ ਸਾਹਮਣੇ ਕੁਰਸੀ ਤੇ ਬਹਿ ਗਈ। ਪਰਮ ਕੁਝ ਦੇਰ ਚੁੱਪ ਰਿਹਾ, ਫਿਰ ਉਹਨੇ ਉੱਠ ਕੇ ਮੇਜ਼ ਉੱਤੋਂ ਇੱਕ ਖੱਤ ਨੂੰ ਖੋਲ੍ਹ ਕੇ ਨੰਦਾ ਨੂੰ ਵਿਖਾਇਆ। ਡਾਕਟਰੇਟ ਕਰਨ ਲਈ ਮੈਂ ਅਮਰੀਕਾ ਦਾ ਸਕਾਲਰਸ਼ਿਪ ਲਈ ਇੱਕ ਯੂਨੀਵਰਸਿਟੀ ਨੂੰ ਅਪਲਾਈ ਕੀਤਾ ਹੋਇਆ ਸੀ। ਮੈਨੂੰ ਉਹ ਸਕਾਲਰਸ਼ਿਪ ਮਿਲ ਗਈ ਹੈ। ਨੰਦਾ ਖੱਤ ਨੂੰ ਪੜ੍ਹਦੀ ਪਈ ਸੀ, ਪਰ ਮਿੰਟ ਕੁ ਪਿੱਛੋਂ ਨੰਦਾ ਨੂੰ ਜਾਪਿਆ ਜਿਵੇਂ ਹੱਥ ਵਿੱਚ ਫੜੇ ਹੋਏ ਖੱਤ ਦੀਆਂ ਸਾਰੀਆਂ ਲਾਈਨਾਂ 'ਚੋਂ ਉਹਨਾਂ ਦੀ ਸਿਆਹੀ ਪੰਘਰ ਕੇ ਖੱਤ ਉੱਤੇ ਫੈਲਦੀ ਪਈ ਸੀ। ਪਰਮ ਕੁਝ ਦੇਰ ਨੰਦਾ ਵੱਲ ਤੱਕਦਾ ਰਿਹਾ, ਫਿਰ ਦੀਵਾਨ ਉੱਤੋਂ ਉੱਠ ਕੇ ਨੰਦਾ ਦੀ ਕੁਰਸੀ ਕੋਲ ਖਲੋਂਦਾ ਆਪਣਾ ਰੁਮਾਲ ਨਾਲ ਨੰਦਾ ਦਾ ਮੂੰਹ ਪੂੰਝਣ ਲੱਗ ਪਿਆ। ਤੂੰ ਸੱਚਮੁੱਚ ਪਾਗਲ ਹੈ ਨਾ? ਰੋਨੀ ਕਿਉਂ ਪਈ ਹੈ? ਨੰਦਾ ਪਰਮ ਦੇ ਹੱਥ ਨੂੰ ਪਰਾਂ ਝਟਕ ਕੇ ਕੁਰਸੀ ਉੱਤੋਂ ਉੱਠੀ, ਪਰ ਉਹਨੂੰ ਜਾਪਿਆ ਉਹਦੇ ਕੋਲੋਂ ਖਲੋਤਾ ਨਹੀਂ ਸੀ ਜਾ ਰਿਹਾ। ਉਹ ਦੀਵਾਨ ਦੇ ਕੋਲ ਹੇਠਾਂ ਫਰਸ਼ ਤੇ ਬਹਿੰਦੀ ਦੀਵਾਨ ਤੇ ਸਿਰ ਰੱਖ ਕੇ ਹੁਬਕੀਆਂ 'ਚ ਰੋਣ ਲੱਗ ਪਈ। ਮੇਰੀ ਗੱਲ ਸੁਣ। ਪਰਮ ਨੇ ਦੀਵਾਨ ਤੇ ਬਹਿੰਦਿਆਂ ਨੰਦਾ ਦੇ ਸਿਰ ਤੇ ਇੰਜ ਹੱਥ ਰੱਖਿਆ ਕਿ ਨੰਦਾ ਨੂੰ ਜਾਪਿਆ ਹੁਣ ਉਹ ਜਿਵੇਂ ਆਪਣੇ ਕੈਰੀਅਰ ਦੀਆਂ ਗੱਲਾਂ ਸੁਣਾ ਕੇ ਆਪਣੀ ਖੁਸ਼ੀ ਦੱਸਣ ਲੱਗਾ ਹੋਵੇ ਤੇ ਉਹਨੂੰ ਵੀ ਖੁਸ਼ ਹੋਣ ਲਈ ਆਖਣ ਲੱਗਾ ਹੋਵੇ। ਪਰ ਉਹ ਖੁਸ਼ੀ ਜਿਹੜੀ ਨੰਦਾ ਦੇ ਅੰਦਰੋਂ ਨਹੀਂ ਸੀ ਆ ਰਹੀ, ਉਹਨੂੰ ਸੁਣਨੀ ਵੀ ਔਖੀ ਲੱਗੀ। ਤਮਕ ਕੇ ਤੇ ਦੀਵਾਨ ਉੱਤੋਂ ਸਿਰ ਚੁੱਕ ਕੇ ਆਖਣ ਲੱਗੀ, ਠੀਕ ਏ, ਮੈਂ ਤੇਰੀ ਕੀ ਲੱਗਣੀ ਆ, ਜਾ ਜਿੱਥੇ ਮਰਜ਼ੀ। ਤੇ ਉਸੇ ਸਾਹੇ ਹੋਰ ਵੀ ਤਮਕ ਕੇ ਆਖਣ ਲੱਗੀ, ਹੁਣ ਤੈਨੂੰ ਪਤਾ ਤੇ ਲੱਗ ਹੀ ਗਿਆ ਹੈ ਕਿ ਮੈਂ ਤੇਰੀ ਕੁਝ ਨਹੀਂ ਲੱਗਦੀ। ਪਰਮ ਹੱਸਣ ਲੱਗ ਪਿਆ ਤੇ ਹੱਸਦਾ ਕਹਿਣ ਲੱਗਾ, ਸੱਚਮੁੱਚ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਤੂੰ ਮੇਰੀ ਕੁਝ ਨਹੀਂ ਲੱਗਦੀ। ਨੰਦਾ ਦਾ ਅਥਰੂਆਂ ਨਾਲ ਗਿੱਲਾ ਮੂੰਹ ਜਿਵੇਂ ਇੱਕ ਵਾਰਗੀ ਅੱਗ ਦੀ ਇੱਕ ਲੰਬ ਨਾਲ ਝੁਲਸ ਗਿਆ ਹੋਵੇ। ਉਹ ਹੈਰਾਨ ਪਰਮ ਦੇ ਮੂੰਹ ਵੱਲ ਵੇਖਦੀ ਰਹਿ ਗਈ। ਮੈਂ ਬਹੁਤ ਦੇਰ ਤੋਂ ਪਰੇਸ਼ਾਨ ਸੀ, ਬਹੁਤ ਹੀ ਪਰੇਸ਼ਾਨ। ਪਰਮ ਇੱਕ ਸੋਚ ਵਿੱਚ ਡੁੱਬਦਾ ਆਖਣ ਲੱਗਾ, ਤੇ ਹੁਣ ਇਸ ਖੱਤ ਨੂੰ ਵੇਖ ਕੇ ਸਾਰੀ ਪਰੇਸ਼ਾਨੀ ਖਤਮ ਹੋ ਗਈ? ਨੰਦਾ ਨੇ ਜ਼ਬਾਨ 'ਚ ਜ਼ਹਿਰ ਭਰ ਕੇ ਆਖਿਆ, ਹਾਂ, ਇਸ ਖੱਤ ਨੂੰ ਵੇਖ ਕੇ ਵੀ। ਤੇ ਪਰਮ ਹੱਸ ਪਿਆ, ਤੇ ਇਹ ਜਾਣ ਕੇ ਵੀ ਕਿ ਤੂੰ ਮੇਰੀ ਉਸ ਤਰ੍ਹਾਂ ਦੀ ਕੁਝ ਨਹੀਂ ਲੱਗਦੀ ਜਿਸ ਤਰ੍ਹਾਂ ਦੀ ਲੋਕ ਸੋਚਦੇ ਸਨ। ਕੀ ਮਤਲਬ? ਨੰਦਾ ਦੀ ਪਕੜ ਵਿੱਚ ਕੁਝ ਨਹੀਂ ਸੀ ਆ ਰਿਹਾ। ਪਰਮ ਨੇ ਉੱਠ ਕੇ ਦੀਵਾਰ ਨਾਲ ਪੁੱਠੀ ਟਿਕਾਈ ਹੋਈ ਇੱਕ ਕੈਨਵਸ ਸਿੱਧੀ ਕੀਤੀ ਤੇ ਨੰਦਾ ਨੂੰ ਆਖਣ ਲੱਗਾ, ਵੇਖ। ਨੰਦਾ ਕੈਨਵਸ ਵੱਲ ਵੇਖਣ ਲੱਗ ਪਈ। ਸਾਹਮਣੇ ਪਰਮ ਦਾ ਆਪਣਾ ਚਿਹਰਾ ਸੀ, ਜੋ ਇੱਕ ਕੰਧ ਵਿੱਚ ਪਈ ਹੋਈ ਤਰੇੜ ਵਾਂਗ ਮੱਥੇ ਤੋਂ ਠੋਡੀ ਤੱਕ ਚੀਰਿਆ ਹੋਇਆ ਸੀ, ਤੇ ਚਿਹਰੇ ਦੇ ਉਹਨਾਂ 2 ਹੋਏ ਟੁਕੜਿਆਂ ਨੂੰ ਉਸ ਪੇਂਟਿੰਗ 'ਚ ਇੱਕ ਰੱਸੀ ਨਾਲ ਬੰਨਿਆ ਹੋਇਆ ਸੀ। ਨੰਦਾ ਕੈਨਵਸ ਦੇ ਚਿਹਰੇ ਤੋਂ ਕਦੀ ਪਰਮ ਦੇ ਚਿਹਰੇ ਵੱਲ ਤੱਕਦੀ ਤੇ ਕਦੇ ਪਰਮ ਦੇ ਚਿਹਰੇ ਤੋਂ ਉਹਦੇ ਕੈਨਵਸ ਦੇ ਚਿਹਰੇ ਵੱਲ। ਇੱਕ ਦਿਨ ਤੂੰ ਕਮਰੇ 'ਚ ਆਈ ਸੀ ਤਾਂ ਮੈਂ ਇਹ ਪੇਂਟਿੰਗ ਛੁਪਾ ਲਈ ਸੀ, ਤੈਨੂੰ ਵਿਖਾਈ ਨਹੀਂ ਸੀ। ਉਦੋਂ ਮੈਂ ਤੈਨੂੰ ਇਹ ਨਹੀਂ ਸੀ ਵਿਖਾ ਸਕਦਾ। ਪਰਮ ਨੇ ਆਖਿਆ, ਕਿਉਂ?
ਨੰਦਾ ਨੇ ਹੈਰਾਨ ਹੋ ਕੇ ਪੁੱਛਿਆ। ਇਹ ਮੇਰਾ ਕੌਨਫਲਿਕਟ ਸੀ। ਮੈਂ ਆਪਣੇ ਅੰਦਰ ਦੇ ਕੌਨਫਲਿਕਟ ਨੂੰ ਇਹਦੇ 'ਚ ਪੇਂਟ ਕੀਤਾ ਸੀ। ਪਰਮ ਨੇ ਨੰਦਾ ਦਾ ਹੱਥ ਫੜ ਕੇ ਉਹਨੂੰ ਦੀਵਾਨ ਤੇ ਬਿਠਾਇਆ ਤੇ ਆਪ ਵੀ ਉਹਦੇ ਕੋਲ ਦੀਵਾਨ ਤੇ ਬਹਿੰਦਾ ਆਖਣ ਲੱਗਾ, ਨੰਦੂ, ਉਦੋਂ ਤੂੰ ਮੇਰੀ ਨਜਾਇਜ਼ ਮੁਹੱਬਤ ਸੀ, ਫੋਰਬਿਡਨ ਲਵ। ਕਈ ਚਿਰ ਹਨੇਰੇ 'ਚ ਖਲੋਣ ਤੋਂ ਪਿੱਛੋਂ ਜਿਵੇਂ ਕੋਈ ਸਿੱਧਾ ਸੂਰਜ ਦੇ ਸਾਹਮਣੇ ਖਲੋ ਜਾਏ ਤੇ ਉਹਦੇ ਸਿਰ ਨੂੰ ਚਾਨਣ ਦਾ ਇੱਕ ਚੱਕਰ ਆ ਜਾਏ, ਨੰਦਾ ਨੂੰ ਕੁਝ ਇਸ ਤਰ੍ਹਾਂ ਦਾ ਹੋਇਆ ਤੇ ਉਹਨੇ ਘਬਰਾ ਕੇ ਪਰਮ ਦੀ ਇੱਕ ਬਾਂਹ ਨਾਲ ਆਪਣਾ ਸਿਰ ਲਾਉਂਦਿਆਂ ਆਪਣੇ ਮੂੰਹ ਨੂੰ ਛੁਪਾ ਲਿਆ। ਪਰਮ ਨੇ ਨੰਦਾ ਦੇ ਮੋਢਿਆਂ ਉੱਤੇ ਇੱਕ ਬਾਂਹ ਰੱਖੀ ਤੇ ਆਪਣੀ ਇੱਕ ਤਲੀ ਨਾਲ ਉਹਦੀ ਬਾਂਹ ਨੂੰ ਫੜਦਾ ਆਖਣ ਲੱਗਾ, ਜਦੋਂ ਮੈਂ ਸਕਾਲਰਸ਼ਿਪ ਲਈ ਅਪਲਾਈ ਕੀਤਾ ਸੀ ਸਿਰਫ ਤੇਰੇ ਕੋਲੋਂ ਦੂਰ ਜਾਣ ਵਾਸਤੇ ਕੀਤਾ ਸੀ, ਪਰ ਹੁਣ ਸ਼ਾਇਦ ਮੈਨੂੰ ਇਹਦੀ ਕਿਸੇ ਹੋਰ ਤਰ੍ਹਾਂ ਲੋੜ ਹੈ। ਨੰਦਾ ਕੋਲੋਂ ਬੋਲਿਆ ਨਹੀਂ ਗਿਆ। ਪਰਮ ਨੇ ਆਖਿਆ, ਜੇ ਇਹ ਤੈਨੂੰ ਵੀ ਮਨਜ਼ੂਰ ਹੋਵੇ ਅਸੀਂ ਦੋਵੇਂ ਇਕੱਠੇ ਉੱਥੇ ਜਾ ਸਕਦੇ ਹਾਂ। ਤੂੰ ਵੀ ਉੱਥੇ ਪੜ੍ਹਦੀ ਰਹੀ, ਮੈਂ ਵੀ। ਨੰਦਾ ਨੇ ਸਿਰ ਤਾਂ ਨਹੀਂ ਚੁੱਕਿਆ, ਸਿਰਫ ਆਖਿਆ, ਪਰ ਪਾਪਾ ਤੇ ਬੀਜੀ। ਪਰਮ ਨੇ ਹੱਥ ਨਾਲ ਨੰਦਾ ਦਾ ਮੂੰਹ ਤਾਂ ਕੀਤਾ ਤੇ ਆਖਣ ਲੱਗਾ, ਵੇਖ, ਸਾਡੇ ਵਿੱਚੋਂ ਕੋਈ ਵੀ ਸੰਸਕਾਰਾਂ ਤੋਂ ਸੁਰਖਰੂ ਨਹੀਂ ਹੋ ਸਕਦਾ। ਮੈਂ ਵੀ ਨਹੀਂ ਸੀ ਤਾਂ ਹੀ ਇਹ ਪੇਂਟ ਕੀਤਾ ਸੀ ਤੇ ਇਹ ਗੱਲ ਮੈਂ ਸਾਰੀ ਉਮਰ ਕਿਸੇ ਨੂੰ ਨਹੀਂ ਸੀ ਦੱਸਣੀ, ਤੈਨੂੰ ਵੀ ਨਹੀਂ। ਪਰ ਹੁਣ ਉਸ ਰਿਸ਼ਤੇ ਦਾ ਨਹੀਂ ਜਿਹਦੇ ਵਿੱਚ ਇਹ ਸੋਚ ਵੀ ਗੁਨਾਹ ਸੀ। ਪਰ ਪਾਪਾ ਬੀਜੀ, ਨੰਦਾ ਦੇ ਮੂੰਹੋਂ ਫੇਰ ਨਿਕਲਿਆ, ਉਹਨਾਂ ਨੂੰ ਮੈਂ ਆਪੇ ਆਖ ਲਵਾਂਗਾ। ਤੇ ਪਰਮ ਨੇ ਆਖਿਆ, ਤੈਨੂੰ ਯਾਦ ਏ ਉਸ ਦਿਨ ਬੀਜੀ ਨੇ ਕੀ ਆਖਿਆ ਸੀ? ਕੀ? ਕਿ ਇੱਕ ਛੋਟਾ ਸੱਚ ਹੁੰਦਾ ਹੈ ਪਰ ਇੱਕ ਉਸ ਤੋਂ ਵੀ ਵੱਡਾ ਸੱਚ ਹੋ ਸਕਦਾ ਹੈ। ਪਰਮ ਨੇ ਦਿਲ ਦੀਆਂ ਰਗਾਂ 'ਚੋਂ ਇੱਕ ਡੂੰਘਾ ਸਾਹ ਲਿਆ। ਤੂੰ ਪਾਪਾ ਦੀ ਤੇ ਬੀਜੀ ਦੀ ਧੀ ਏ, ਇਹ ਸੱਚ ਏ, ਪਰ ਮੈਂ ਸਿਰਫ ਤੈਨੂੰ ਪਿਆਰ, ਇਹ ਉਸ ਤੋਂ ਵੀ ਵੱਡਾ ਸੱਚ ਏ। ਤੇ ਪਰਮ ਦੀ ਸੰਜੀਦਗੀ ਨੇ ਨੰਦਾ ਨੂੰ ਆਪਣੇ ਗਲ ਨਾਲ ਘੁੱਟ ਕੇ ਆਖਿਆ, ਪਾਪਾ ਤੇ ਬੀਜੀ ਆਪਣੇ ਹੱਥੀਂ ਸਿਰਫ ਇੱਕ ਛੋਟੀ ਜਿਹੀ ਰਸਮ ਕਰ ਦੇਣਗੇ। ਅਸੀਂ ਹੋਰ ਕਿਸੇ ਨੂੰ ਕੁਝ ਨਹੀਂ ਦੱਸਾਂਗੇ ਤੇ ਫਿਰ ਕੁਝ ਵਰ੍ਹਿਆਂ ਲਈ ਅਸੀਂ ਇੱਥੋਂ ਦੂਰ ਚਲੇ ਜਾਵਾਂਗੇ ਤੇ ਪਾਪਾ ਲੋਕਾਂ ਨੂੰ ਕੁਝ ਵੀ ਦੱਸਣ ਜਾਂ ਸਮਝਾਉਣ ਤੋਂ ਸੁਰਖਰੂ ਹੋ ਜਾਣਗੇ। ਨੰਦਾ ਕੰਬਦੀ ਜਿਹੀ ਦੀਵਾਨ ਤੋਂ ਉੱਠੀ। ਕੁਝ ਦੇਰ ਬੋਲਿਆ ਨਹੀਂ ਗਿਆ। ਫਿਰ ਪਰਮ ਨੰਦਾ ਦੇ ਸੰਗ 'ਚ ਅੜਦੇ ਜਿਹੇ ਕੁਝ ਲਫ਼ਜ਼ ਉਹਦੇ ਮੂੰਹੋਂ ਨਿਕਲੇ। ਇੱਕ ਦਿਨ ਮੈਂ ਆਖਿਆ ਸੀ, ਕੀ ਪਤਾ ਰੋਜ਼ ਕੋਈ ਕਿਤਾਬ, ਕੋਈ ਸਫ਼ਾ, ਕੋਈ ਸਤਰ ਜਾਂ ਕੋਈ ਸੋਚ ਚੁਰਾਉਂਦੀ ਕਿਸੇ ਦਿਨ ਸੱਚੀ ਮੁੱਚੀ ਦੀ ਪ੍ਰਮੈਥੀਅਸ ਬਣ ਜਾਵਾਂ। ਅੱਜ ਬਣ ਗਈ ਆ ਨਾ। ਵੇਖ, ਮੈਂ ਦੇਵਤਿਆਂ ਦੇ ਘਰੋਂ ਅੱਗ ਚੁਰਾ ਕੇ ਲਿਆਂਦੀ ਏ। ਤੇ ਨੰਦਾ ਨੇ ਆਪਣੇ ਹੱਥ ਦੀ ਤਲੀ ਉੱਤੇ ਆਪਣੀ ਕਿਸਮਤ ਦੀ ਲਕੀਰ ਨੂੰ ਇੰਝ ਵੇਖਿਆ ਜਿਵੇਂ ਦੇਵਤਿਆਂ ਦੇ ਘਰੋਂ ਚੁਰਾਈ ਹੋਈ ਅੱਗ ਦੀ ਲਕੀਰ ਹੋਵੇ। ਪਰਮ ਨੇ ਨੰਦਾ ਦੀ ਕੰਬਦੀ ਤਲੀ ਨੂੰ ਆਪਣੇ ਹੋਠਾਂ ਉੱਤੇ ਰੱਖ ਲਿਆ। ਧੰਨਵਾਦ।